भी मां दुख जान के 5 पुत पैदा कर सकती है, पर एडा माड़ा हाल आ 5 पुत रल के मां नूं नहीं सामभदे। वाहिगुरू जी का खालसा वाहिगुरू जी की फतेह। सारी संगत नूं दास वालों वाहिगुरू जी का खालसा वाहिगुरू जी की फतेह। जो अपना अज दा विशा आ वो है माँ पे दी सेवा। ते बाबा जी अपने को 2-3 मिनट दे विच पहुंच रहे आ ते वो आप जी नूं जो भी माँ पे दी सेवा बारे आपां शब्द दी विचार करांगे। भाई गुरदास जी दे शब्द दी विचार करांगे ते आप सरबत संगतां जुड़न दी किरपालता करो। शेयर जरूर गांह तो गांह करो जी। हाँ जी शेयर करो जरूर। आ जाओ बाबा जी। ਹੋਰ जी महाराज ठीक है। वाहिगुरू जी का खालसा वाहिगुरू जी का खालसा वाहिगुरू जी की फतेह। सुनाओ किदां जी? किरपा महाराज आप सेहतां ठीक है जी? हाँ जी हाँ जी संगत जुड़ गई? हाँ जी जुड़ी जाती है। वाह जी वाह। वाहिगुरू जी का खालसा वाहिगुरू जी की फतेह। रोज़ की तरह आपां जिहड़ा प्रोग्राम करते हैं जी, प्रोग्राम सांझे मसले। ते आप जी नूं कल दस्सिया सी कि जिहड़ा अज दा साडा विशा आ वो विशा हैगा जी गुरबाणी दे अनुसार माँ प्यो की सेवा। जी जी ते माँ प्यो की सेवा गुरबाणी किवें कह रही है भी माँ प्यो की संभाल करनी है। अगे तो अगे शेयर करो गल तां जो फिर आपां विचार शुरू करिए, क्योंकि मगरों फिर ना जी संगत जी जी पुछण लग जाती है भी अज दा विशा की आ, किहड़े विषय ते गल कर रहे हो। जी जी आप जी शेयर करो जद तक आपां एक धारणा जिहड़ा वो रल के पढ़ लेने। बाबा जी पढ़ो जी पढ़ो। बचन आउंदे आ ना जी कि दुनिया दे विच पुत्तर तां बहुत आ। जी जी भाई गुरदास जी ये प्रमाण दिंदे आ कि सरवण वर्गा पुੱਤ नहीं हैगा कोई। जी 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 बाणी दा उन्हां दा फरमान आ। हाँ जी ते आपां ਉਹ पंक्तियां ਪਹਿਲਾਂ पढ़ लईए, पढ़ लो जी। फिर जद तक संगत जुड़दी आ अगे तो अगे शेयर करो जी, ਵੱਧ ਚੜ ਕੇ करो। ਜ਼ਰੂਰੀ ਆ ਮਾਂ ਪਿਓ ਦੀ ਸੇਵਾ। ਨੌਜਵਾਨ ਵੀਰਾਂ ਭੈਣਾਂ ਭਰਾਵਾਂ ਨੂੰ ਭਾਵੇਂ ਨੌਵਾਂ ਸੱਸਾਂ ਦੀ ਸੇਵਾ, ਧੀ ਮਾਂ ਪਿਓ ਦੀ ਸੇਵਾ, ਪੁੱਤ ਮਾਂ ਪਿਓ ਦੀ ਸੇਵਾ जी जी ਕਿਵੇਂ ਕਰਨ ਕਰਾਂਗੇ ਜੀ। ਇਹ ਵੀ ਵਿਸ਼ੇ ਤੇ ਗੱਲ ਕਰਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜੁੜੇ ਅੰਬਾਲੇ ਤੋਂ। अच्छा जी ਤੇ ਆਪਾਂ ਜਦ ਤੱਕ ਬਾਬਾ ਨਿਸ਼ਾਨ ਸਿੰਘ ਜੀ ਗੁਰਫਤਿਹ ਜੀ ਸਾਰੀਆਂ ਸੰਗਤਾਂ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜੀ। ਥੋੜਾ ਸਮਾਂ ਅੱਜ ਲੇਟ ਆ ਆਪਾਂ, ਕਿਉਂਕਿ ਗਰਾਇਆਂ ਨੂੰ ਗਏ ਸੀ, ਕੋਈ ਆਪਣਾ ਘਰ ਦਾ ਕਾਰਜ ਸੀਗਾ ਵਿਆਹ ਦਾ, ਇਸੇ ਕਰਕੇ ਥੋੜਾ ਜਿਹਾ ਲੇਟ ਅਸੀਂ अच्छा ਆਪਣੇ ਸਮੇਂ। ਹਾਂਜੀ ਜਾਇਆ ਜੀ, बढ़िया हो गया ਬਹੁਤ जी। ਵਧੀਆ ਹੋ ਗਿਆ ਜੀ। किन्ने बंदे गए सी जी? ਉਹੀ ਜਿੱਦਾਂ ਸਰਕਾਰ ਦੀ ਹਦਾਇਤ ਆ, अच्छा अच्छा ਇਹ 50 ਕੁ ਬੰਦੇ ਜਾਣੀ ਕਿ ਇਧਰੋਂ ਉਧਰੋਂ। ਕਿਉਂ ਇਹ ਜਿਹੜਾ ਆਰਡਰ ਆਇਆ ਇਹ ਤਾਂ ਕੱਲ ਆਇਆ ਜੀ, हाँ जी हाँ जी ਤੇ ਉਹਨਾਂ ਨੇ ਤਾਂ ਫਿਰ ਤਿਆਰੀ ਕੱਲ ਤਾਂ ਕੀਤੀ ਹੋ ਸੀ। ਕੱਲ ਤਾਂ ਭੋਗ ਪੈ ਕੇ ਹਟੇ ਨਾ, 50 ਕੁ ਬੰਦੇ ਹੋ ਗਏ ਸੀ। ठीक है ਸੋ ਵੱਧ ਤੋਂ ਵੱਧ ਸ਼ੇਅਰ ਕਰੋ, ਸਾਰੀਆਂ ਸੰਗਤਾਂ ਸ਼ੇਅਰ ਕਰੋ, ਗਰੁੱਪਾਂ ਵਿੱਚ ਸ਼ੇਅਰ ਕਰੋ। जी जी ਮਾਂ ਪਿਓ ਦੀ ਸੇਵਾ ਤੇ ਅੱਜ ਆਪਾਂ ਜਿਹੜਾ ਹੈ ਉਹ ਬਚਨ ਕਰਨੇ ਆ, ਬਾਣੀ ਦੇ ਵਿੱਚੋਂ ਵੀ ਕਰਨੇ ਆ, ਭਾਈ ਗੁਰਦਾਸ ਜੀ ਦੀ ਬਾਣੀ ਚੋਂ ਵੀ ਕਰਨੇ। हाँ जी हाँ जी ਤੇ ਬਾਅਦ ਵਿੱਚ ਤੁਸੀਂ ਵੀ ਆਪੋ ਆਪਣੇ ਸਵਾਲ, ਆਪੋ ਆਪਣੀਆਂ ਸਲਾਹਾਂ ਜਿਹੜੀਆਂ ਉਹ ਫਿਰ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਆ। जी जी ਤੇ ਧੰਨਵਾਦ। ਅਸੀਂ ਸਾਰੀਆਂ ਸੰਗਤਾਂ ਨੂੰ ਗੁਰਫਤਿਹ ਦੁਆਰਾ ਬੁਲਾਉਂਦੇ ਜੀ ਜਿੰਨੀਆਂ ਜੁੜੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਾਤੀ ਪੜ੍ਹ ਲਈਏ ਜੀ ਫਿਰ, हाँ जी हाँ जी ਜਾਂ ਉਹ ਦੂਜੀ ਧਾਰਨਾ ਪੜ੍ਹੀਏ ਜਿਹੜੀ ਆਮ ਕਰਕੇ ਮਹਾਂਪੁਰਸ਼ ਪੜ੍ਹਿਆ ਕਰਦੇ ਐ। ਰੈਣ ਪਾਣੀ ਨੂੰ ਤਰਸਦੀਆਂ ਮਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ। ਰੈਣ ਪਾਣੀ ਨੂੰ ਤਰਸਦੀਆਂ ਮਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ। रैण पानी नू तरस दिया मामा, दुधा नाल पुत पाल के। रैण पानी नू तरस दिया मामा, दुधा नाल पुत पाल के। ਰੈਣ ਪਾਣੀ ਨੂੰ ਤਰਸਦੀਆਂ ਮਾਵਾਂ,
ਦੁੱਧਾਂ ਨਾਲ ਪੁੱਤ ਪਾਲ ਕੇ ਰਹਿਣ ਪਾਣੀ ਨੂੰ ਤਰਸਦੀਆਂ ਮਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਰਹਿਣ ਪਾਣੀ ਨੂੰ ਤਰਸਦੀਆਂ ਮਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ ਰਹਿਣ ਪਾਣੀ ਨੂੰ ਤਰਸਦੀਆਂ ਮਾਵਾਂ ਦੁੱਧਾਂ ਨਾਲ ਪੁੱਤ ਪਾਲ ਕੇ। ਭਾਈ ਗੁਰਦਾਸ ਜੀ ਦਾ ਬਚਨ ਹੈ ਜੀ, ਸਰਬਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ, ਸਰਬਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ, ਸਰਬਣ ਬਿਰਲਾ ਕੋਈ ਹੋਵੇ। ਸ਼ੇਅਰ ਕਰੋ ਜੀ, ਸ਼ੇਅਰ ਕਰੋ ਵੱਧ ਤੋਂ ਵੱਧ। ਹਾਂ ਸਰਬਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ ਜੀ ਸਰਬਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ, ਸਰਬਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ, ਸਰਵਣ ਬਿਰਲਾ ਕੋਈ ਹੋਵੇ, ਸਰਵਣ ਬਿਰਲਾ ਕੋਈ, ਸਰਵਣ ਬਿਰਲਾ ਕੋਈ ਹੋਵੇ, ਸਰਵਣ ਬਿਰਲਾ ਕੋਈ, ਸਰਬਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ, ਸਰਬਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ, ਸਰਵਣ ਬਿਰਲਾ ਕੋਈ ਹੋਵੇ, ਸਰਵਣ ਬਿਰਲਾ ਕੋਈ, ਸਰਵਣ ਬਿਰਲਾ ਕੋਈ ਹੋਵੇ, ਸਰਵਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ, ਸਰਬਣ ਬਿਰਲਾ ਕੋਈ ਹੋਵੇ, ਸਰਬਣ ਬਿਰਲਾ ਕੋਈ, ਸਰਵਣ ਬਿਰਲਾ ਕੋਈ ਹੋਵੇ, ਸਰਵਣ ਬਿਰਲਾ ਕੋਈ, ਹਾਂਜੀ ਸਰਬਣ ਬਿਰਲਾ ਕੋਈ ਹੋਵੇ, ਸਰਵਣ ਬਿਰਲਾ ਕੋਈ। ਜਿੰਨੀਆਂ ਨਵੀਆਂ ਸੰਗਤਾਂ ਜੁੜੀਆਂ ਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜਿਹੜਾ ਵਿਸ਼ਾ ਜੀ ਉਹ ਮਾਂ ਪਿਓ ਦੀ ਸੇਵਾ ਤੇ ਹੈ। ਹੁਣ ਇੱਥੇ ਮੈਂ ਇੱਕ ਗੱਲ ਤੁਹਾਡੇ ਨਾਲ ਸਪਸ਼ਟ ਕਰਨੀ ਚਾਹੁੰਦਾ ਹੈ। ਬਾਬਾ ਜੀ ਜਦੋਂ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨਾ ਜੀ, ਹਾਂਜੀ ਹਾਂਜੀ ਉੱਥੇ ਪੰਜ ਪਿਆਰੇ ਸਹਿਬਾਨ ਕਹਿੰਦੇ ਅੱਜ ਤੋਂ ਤੁਹਾਡਾ ਗੁਰੂ ਜੀ ਜੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜੀ 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 ਹਨਾ ਜੀ, ਹਾਂਜੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਆ ਜੀ ਅੱਜ ਤੋਂ ਬਾਅਦ। ਹਾਂਜੀ ਹਾਂਜੀ ਤੇ ਉਹਨਾਂ ਦਾ ਅਸਲ ਮਤਲਬ ਹੁੰਦਾ ਵੀ ਜੇ ਗੁਰੂ ਕਰਕੇ ਨਮਸਕਾਰ ਕਰਨੀ ਤੇ ਕੇਵਲ ਗੁਰੂ ਗ੍ਰੰਥ ਸਾਹਿਬ। ਜੀ 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 ਇਹਦਾ ਮਤਲਬ ਇਹ ਨਹੀਂ ਵੀ ਜੇ ਤੁਸੀਂ ਅੰਮ੍ਰਿਤ ਛਕ ਲਿਆ ਤੇ ਆਪਣੇ ਬਜ਼ੁਰਗ ਮਾਂ ਪਿਓ ਦੇ ਗੋਡੇ ਹੱਥ ਲਾਉਣੋਂ ਬੰਦ ਹੋ ਜਾਓ, ਜੀ 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 ਜਾਂ ਉਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਭੁੱਲ ਜਾਓ। ਜੀ 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 ਭਾਵ ਜੇ ਗੁਰੂ ਦੀ ਨਿਗਾਹ ਨਾਲ ਕਿਸੇ ਨੂੰ ਦੇਖਣਾ ਹੈ, ਜੀ ਜੀ ਜੇ ਗੁਰੂ ਮੰਨਣਾ ਹੈ ਜੀ ਤੇ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਨ। ਜੀ ਉਹਨਾਂ ਤੋਂ ਬਿਨਾਂ ਕਿਸੇ ਨੂੰ ਆਪਾਂ ਬਚਨ ਹੈ ਮਹਾਰਾਜ ਦਾ ਵੀ ਗੁਰੂ ਨਹੀਂ ਮੰਨਣਾ। ਜੀ ਜੀ ਸੋ ਇਸੇ ਨੂੰ ਲੈ ਕੇ ਆਪਾਂ ਅੱਜ ਜਿਹੜਾ ਹੈ ਲਾਈਵ ਹੋਏ ਆ ਕਿ ਮਾਂ ਪਿਓ ਦੀ ਸੇਵਾ ਬਾਣੀ ਦੇ ਵਿੱਚ ਮਹਾਰਾਜ ਕੀ ਲਿਖਦੇ ਆ, ਜੀ 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 ਭਾਈ ਗੁਰਦਾਸ ਜੀ ਕੀ ਲਿਖਦੇ ਆ। ਬਾਕੀ ਨਿਚੋੜ ਸੰਗਤ ਨੇ ਕੱਢਣਾ, ਸ਼ੇਅਰ ਤੁਸੀਂ ਵੱਧ ਤੋਂ ਵੱਧ ਕਰਨੀ ਹੈ, ਹਾਂਜੀ ਹਾਂਜੀ ਕਿਉਂਕਿ ਪਿਛਲੀਆਂ ਵੀਡੀਓ ਜਿੰਨੇ ਪ੍ਰੋਗਰਾਮ ਆਪਾਂ ਕੀਤੇ ਆ ਜੀ, ਜੀ ਜੀ ਕੱਲ ਵੀ ਜਿਹੜਾ ਆਪਣਾ ਵਿਸ਼ਾ ਸੀ 52 ਹੁਕਮਨਾਮਿਆਂ ਦਾ, ਹਾਂਜੀ ਹਾਂਜੀ ਤੇ ਬਹੁਤ ਸੰਗਤ ਨੇ ਪਿਆਰ ਦਿੱਤਾ ਬੜਾ, ਉਹਨੂੰ ਸੰਗਤ ਨੇ ਜਿਹੜਾ ਸਰਵਣ ਕੀਤਾ ਅੱਗੇ ਤੋਂ ਅੱਗੇ ਭੇਜਿਆ। ਜੀ ਜੀ ਤੋ ਇਹੀ ਤੁਹਾਡੇ ਤੋਂ ਆਸ ਰੱਖਦੇ ਆਪਾਂ, ਕਿਹੜਾ ਕੋਈ ਜਿਹੜਾ ਹੈ ਇਹਦੇ ਵਿੱਚ ਕੋਈ ਸਾਨੂੰ ਹਾਂਜੀ ਇਹ ਹੁੰਦਾ ਲਾਲਚੀਆ ਕੋਈ ਵੀ ਸਾਡੀ ਪਬਲਿਸਿਟੀ ਹੋ ਜਾਏ ਜਾਂ ਕਿੱਦਾਂ। ਇਹ ਹੁੰਦਾ ਵੀ ਕਿਸੇ ਨਾ ਕਿਸੇ ਤੱਕ ਜੋ ਗੁਰੂ ਦਾ ਪ੍ਰਚਾਰ ਦਾ ਜਰੀਆ ਤੇ ਗੁਰੂ ਸਾਹਿਬ ਆਪ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸਾਨੂੰ ਸੋਝੀ ਦੇਣ ਸਾਰਿਆਂ ਨੂੰ। ਜੀ ਜੀ ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਜੀ ਜੀ ਦਰਜ ਕੀਤੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਵਾਈ, ਹਾਂਜੀ ਹਾਂਜੀ ਸ਼ੇਅਰ ਜ਼ਰੂਰ ਕਰਿਓ ਜੀ। ਬੜੇ ਪਿਆਰ ਦੀਆਂ ਗੱਲਾਂ ਨੇ, ਬਾਣੀ ਦੀਆਂ ਗੱਲਾਂ ਨੇ, ਮਾਂ ਪਿਓ ਦੀ ਸੇਵਾ ਬਾਰੇ ਦੱਸਿਆ ਕਿ ਮਾਂ ਪਿਓ ਧੀ ਪੁੱਤ ਲਈ ਕਿੰਨੀ ਘਾਲਣਾ ਜ਼ਿੰਦਗੀ 'ਚ ਘਾਲਦੇ ਆ, ਹਾਂਜੀ 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 ਤੇ ਧੀ ਪੁੱਤ ਬਾਅਦ 'ਚ ਕੀ ਕਰਦੇ ਆ। ਕਈ ਜੀ ਜੀ ਬਹੁਤੇ ਨਹੀਂ, ਸਾਰੇ ਨਹੀਂ, ਪਰ ਬਹੁਤ ਗਿਣਤੀ ਜਿਹੜੀ ਆ ਉਹ ਭਾਈ ਗੁਰਦਾਸ ਜੀ ਦੇ ਜੀ ਜੀ ਇਹਨਾਂ ਬਚਨਾਂ ਨਾਲ ਢੁੱਕਦੀ ਆ। ਸੋ ਸੁਣੀ ਚੱਲਿਓ ਤੇ ਆਪਾਂ ਰਲ ਮਿਲ ਕੇ ਨਾਲ ਨਾਲ ਅਰਥ ਵੀ ਕਰਦੇ ਆ। ਜੀ ਜੀ ਤੇ ਆਪ ਜੀ ਕਰੋ ਕਿਰਪਾ, ਸੁਣੋ ਤੇ ਨਾਲ ਸ਼ੇਅਰ ਜ਼ਰੂਰ ਕਰੋ ਜੀ, ਇਹ ਮੇਰੀ ਖਾਸ ਬੇਨਤੀ ਹੈ।
ਗਰੁੱਪਾਂ 'ਚ ਸ਼ੇਅਰ ਕਰੋ, ਜਿੰਨੇ ਤੁਹਾਡੇ ਫੇਸਬੁੱਕ ਦੇ ਗਰੁੱਪ ਨੇ। ਬਾਰ-ਬਾਰ ਕਹਿਣਾ ਨਾ ਪਵੇ, ਚੜ੍ਹਦੀ ਕਲਾ 'ਚ ਆਪ ਹੀ ਸ਼ੇਅਰ ਕਰ ਦਿਆ ਕਰੋ, ਜਿੱਦਾਂ ਜਿੱਦਾਂ ਆਪ ਜੀ ਜੁੜਦੇ ਜਾਂਦੇ ਹੋ। ਹੁਣ ਵਾਰ 37ਵੀਂ ਭਾਈ ਗੁਰਦਾਸ ਜੀ ਕੀ ਕਹਿੰਦੇ ਐ? ਮਾਤ ਪਿਤਾ ਮਿਲ ਨਿੰਮਿਆ, ਆਸਾਵੰਤੀ ਉਦਰ ਮਝਾਰੇ। ਜੀ ਜੀ। ਭਾਈ ਸਾਹਿਬ ਕਹਿੰਦੇ ਮਾਤ ਪਿਤਾ ਮਿਲ ਨਿੰਮਿਆ, ਆਸਾਵੰਤੀ ਉਦਰ ਮਝਾਰੇ। ਕਹਿੰਦੇ ਧੀ ਪੁੱਤ ਦੀ ਆਸ ਰੱਖਣ ਵਾਲੀ ਮਾਂ, ਜੀ ਜੀ, ਉਹਦੇ ਉਦਰ ਦੇ ਵਿੱਚ, ਉਹਦੇ ਅੰਦਰ, ਜੀ ਉਹਦੇ ਗਰਭ ਦੇ ਵਿੱਚ ਜੀ ਜੀ, ਮਾਤਾ ਤੇ ਪਿਤਾ ਦੇ ਸਹਿਯੋਗ ਨਾਲ ਇੱਕ ਬੱਚੇ ਦਾ ਜਨਮ ਹੁੰਦਾ। ਜੀ ਜੀ, ਮਾਂ ਦੇ ਗਰਭ 'ਚ ਮਾਂ ਪੇ ਦੇ ਮਿਲਾਪ ਨਾਲ, ਠੀਕ ਹੈ ਜੀ, ਮਾਂ ਪੇ ਦੇ ਸੰਯੋਗ ਨਾਲ ਜੀ ਜੀ, ਬੱਚੇ ਦਾ ਜਨਮ ਜਿਹੜਾ ਹੈ ਮਾਤਾ ਦੇ ਗਰਭ ਵਿੱਚ ਹੋ ਜਾਂਦਾ ਹੈ। ਮਾਤ ਪਿਤਾ ਮਿਲ ਨਿੰਮਿਆ, ਮਾਤਾ ਤੇ ਪਿਤਾ ਦੇ ਮਿਲਾਪ ਨਾਲ ਜੀ ਜੀ, ਮਾਤਾ ਦੇ ਉਦਰ ਵਿੱਚ ਆਸਾਵੰਤੀ ਉਦਰ ਮਝਾਰੇ। ਜੀ ਜੀ, ਆਸਾਵੰਤੀ ਮਾਂ ਦੇ ਉਦਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ। ਫਿਰ ਜਦੋਂ ਜਨਮ ਹੋ ਜਾਂਦਾ, ਹਾਂਜੀ ਹਾਂਜੀ, ਫਿਰ ਮਾਂ ਕੀ ਧਿਆਨ ਰੱਖਦੀ ਆ? ਕਹਿੰਦੇ ਰਸ ਕਸ ਖਾਏ ਨਿਲੱਜ ਹੋਏ, ਹਾਂਜੀ, ਸ਼ਹੁ ਸ਼ਹੁ ਧਰਨ ਧਰੈ ਪਗ ਧਾਰੇ। ਹੂੰ, ਖੱਟਾ ਮਿੱਠਾ ਮਾਂ ਨਹੀਂ ਖਾਂਦੀ। ਜੀ ਜੀ, ਜਦੋਂ ਬੱਚੇ ਦਾ ਜਨਮ ਉਦਰ ਦੇ ਵਿੱਚ ਹੋ ਜਾਂਦਾ, ਗਰਭ ਦੇ ਵਿੱਚ ਹੋ ਜਾਂਦਾ, ਜੀ ਜੀ, ਖੱਟਾ ਮਿੱਠਾ ਖਾਣ ਤੋਂ ਪਰਹੇਜ਼ ਕਰਦੀ ਹੈ। ਹਾਂਜੀ, ਹੈ ਜੀ। ਜੋ ਸ਼ੰਕਾ ਹੁੰਦੀ ਹੈ ਕਿ ਬੱਚੇ ਨੂੰ ਦੁੱਖ ਨਾ ਪਹੁੰਚੇ, ਜੀ ਜੀ, ਹੌਲੀ ਹੌਲੀ ਧਰਤੀ ਤੇ ਪੈਰ ਵੀ ਬੜੇ ਹਿਸਾਬ ਨਾਲ ਟਿਕਾ ਟਿਕਾ ਕੇ ਰੱਖਦੀ ਆ ਜੀ, ਕਿ ਗਰਭ ਜਿਹੜਾ ਮੇਰਾ ਉਹ ਹਿੱਲ ਨਾ ਜਾਵੇ ਤੇ ਮੇਰਾ ਬੱਚਾ ਜਿਹੜਾ ਉਹ ਜੀ, ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਮੇਰੇ ਸਰੀਰ ਦੇ ਵਿੱਚ ਪਤਨ ਨਾ ਕਰ ਜਾਵੇ। ਹਾਂਜੀ ਹਾਂਜੀ, ਭਾਵ ਜੇ ਮੇਰਾ ਪੈਰ ਉੱਚੇ ਨੀਵੇਂ ਥਾਂ ਪੈ ਗਿਆ ਤੇ ਮੇਰਾ ਬੱਚਾ ਗਿਰ ਨਾ ਜਾਵੇ, ਯਾਨੀ ਸਿੱਧੀ ਗੱਲ ਕਰ ਲਓ ਹਾਂਜੀ, ਵੀ ਮੇਰਾ ਗਰਭ ਪਤਨ ਨਾ ਹੋ ਜਾਏ। ਜੀ ਜੀ ਜੀ, ਇਸ ਕਰਕੇ ਜਿੱਦਣ ਤੋਂ ਬੱਚਾ ਮਾਂ ਦੇ ਗਰਭ ਵਿੱਚ ਪੈਦਾ ਹੋ ਜਾਂਦਾ, ਜੀ ਜੀ, ਉਦਣ ਤੋਂ ਮਾਂ ਖੱਟਾ ਮਿੱਠਾ ਖਾਣਾ ਬੰਦ ਕਰ ਦਿੰਦੀ ਹੈ, ਜੀ ਆਪਣੇ ਸਵਾਦ ਛੱਡ ਦਿੰਦੀ ਹੈ, ਜੀ, ਜੀ, ਤੇ ਉਦਣ ਤੋਂ ਹੀ ਧਰਤੀ ਤੇ ਤੁਰਦੀ ਵੀ ਬੜਾ ਪੈਰ ਪੱਬ ਬਚ ਕੇ ਆ ਵੀ ਉੱਚੇ ਨੀਵੇਂ ਮੇਰਾ ਪੈਰ ਨਾ ਪੈ ਜਾਵੇ, ਖਾਤਰ, ਨਹੀਂ ਤਾਂ ਮੇਰਾ ਬੱਚਾ ਜਿਹੜਾ ਉਹਨੂੰ ਨੁਕਸਾਨ ਹੋਊਗਾ। ਇੰਨੀ ਮਾਂ ਦੀ ਕਮਾਈ ਹੈ। ਜੀ ਜੀ, ਤੇ ਮਾਂ ਤੇ ਹੱਥ ਚੱਕਣ ਲੱਗੇ ਤਾਂ 1 ਮਿੰਟ ਨਹੀਂ ਲਾਉਂਦਾ ਬੰਦਾ। ਜੀ ਹਾਂਜੀ, ਪਤਨੀ ਤੇ ਹੱਥ ਚੱਕਣ ਲੱਗੇ 1 ਮਿੰਟ ਨਹੀਂ ਲਾਉਂਦਾ ਬੰਦਾ, ਜੀ, ਹਨਾ। ਜੀ, ਜੀ। ਅੱਗੇ ਚੱਲ ਕੇ ਗੱਲ ਆਵੇਗੀ। ਹਾਂਜੀ ਹਾਂਜੀ, ਪੇਟ ਵਿੱਚ 10 ਮਾਹ ਰੱਖ, ਪੀੜਾ ਖਾਏ ਜਣੈ ਪੁੱਤ ਪਿਆਰੇ। ਜੀ ਜੀ, ਕਹਿੰਦੇ ਫਿਰ ਮਾਂ 9 ਤੋਂ 10 ਮਹੀਨੇ ਬੱਚੇ ਨੂੰ ਆਪਣੇ ਗਰਭ 'ਚ ਰੱਖਦੀ ਹੈ, ਜੀ ਜੀ, ਜੀ, ਉਹਨੂੰ ਪਾਲਦੀ ਹੈ, ਉਹਦਾ ਖਿਆਲ ਰੱਖਦੀ ਹੈ। ਜੀ ਜੀ, ਤੇ ਜਦਣ ਪੁੱਤਰ ਦਾ ਧੀ ਦਾ ਜਨਮ ਹੁੰਦਾ, ਹਾਂਜੀ ਹਾਂਜੀ, ਕਹਿੰਦੇ ਜਿਹੜੀ ਉਸ ਦਿਨ ਮਾਂ ਨੂੰ ਪੀੜਾ ਹੁੰਦੀ ਹੈ, ਉਹ ਮਾਂ ਦਾ ਦੂਜਾ ਜਨਮ ਜੀ ਜੀ, ਜੀ, ਮੰਨਿਆ ਜਾਂਦਾ। ਹਾਂਜੀ ਹਾਂਜੀ, ਉਹ ਮਾਂ ਦਾ ਦੂਸਰਾ ਜਨਮ। ਬਾਹਰਲੇ ਦੇਸ਼ਾਂ 'ਚ ਕਈ ਦੇਸ਼ ਪਤਾ ਕੀ ਕਰਦੇ ਪਿਆਰਿਓ, ਹਾਂਜੀ ਹਾਂਜੀ, ਕਿ ਜਦੋਂ ਬੱਚੇ ਨੂੰ ਜਨਮ ਇਸਤਰੀ ਦਿੰਦੀ ਆ ਨਾ, ਤੇ ਉਹਦੇ ਘਰ ਵਾਲੇ ਨੂੰ ਕੋਲ ਖੜਾ ਕਰ ਲੈਂਦੇ ਹੋ। ਜੀ ਜੀ, ਕਿਉਂ? ਉਹ ਇਸੇ ਕਰਕੇ ਖੜਾ ਕਰਦੇ ਕੋਲ, ਘਰ ਵਾਲੇ ਨੂੰ ਵੀ ਪਤਾ ਲੱਗੇ ਕਿੱਡਾ ਦਰਦ ਜਾਣਦੀ ਆ ਮਾਂ। ਜੀ ਜੀ, ਜੀ, ਤੇ ਜੇ ਬੰਦਾ ਉਹ ਦਰਦ ਦੇਖ ਲਵੇ ਜੀ ਜੀ, ਜੀ, ਪਤੀ ਆਪਣੀ ਪਤਨੀ ਦਾ, ਹਾਂਜੀ ਹਾਂਜੀ, ਤੇ ਮੈਨੂੰ ਨਹੀਂ ਲੱਗਦਾ ਜ਼ਿੰਦਗੀ 'ਚੋਂ ਕਦੇ ਆਪਣੀ ਮਾਂ ਤੇ ਹੱਥ ਚੱਕੂਗਾ ਵੀ ਇੰਨਾ ਦਰਦ ਉਠਾ ਕੇ ਇਹਨੇ ਸਾਨੂੰ ਜਨਮ ਦਿੱਤਾ, ਜੀ ਜੀ, ਜੀ, ਇੰਨਾ ਦਰਦ ਜਾਣ ਕੇ। ਤੇ ਆਪਾਂ ਤਾਂ ਕਈ ਵਾਰੀ ਇਹ ਵੀ ਬਚਨ ਕਰੀਦਾ ਜੀ ਜੀ ਜੀ, ਵੀ ਮਾਂ ਦੁੱਖ ਜਾਣ ਕੇ 5 ਪੁੱਤ ਪੈਦਾ ਕਰ ਸਕਦੀ ਆ, ਹਾਂਜੀ ਹਾਂਜੀ, ਪਰ ਐਡਾ ਮਾੜਾ ਹਾਲ ਆ 5 ਪੁੱਤ ਰਲ ਕੇ ਮਾਂ ਨੂੰ ਨਹੀਂ ਸਾਂਭਦੇ, ਜੀ ਜੀ, ਪੇ ਨੂੰ ਨਹੀਂ ਸਾਂਭਦੇ। ਇਹ ਅੱਗੇ ਚੱਲ ਕੇ ਆਪਾਂ ਗੱਲਾਂ ਕਰਾਂਗੇ। ਸਹੀ ਗੱਲ ਹੈ ਜੀ, ਅੱਗੇ ਮਹਾਰਾਜ ਕਹਿੰਦੇ ਆ, ਗੱਲ ਛਕ ਲਓ, ਹਾਂਜੀ ਜਨ ਕੈ ਪਾਲੈ ਕਸ਼ਟ ਕਰ, ਹਾਂਜੀ, ਖਾਨ ਪਾਨ ਵਿੱਚ ਸੰਜਮ ਸਾਰੇ। ਠੀਕ ਹੈ ਜੀ, ਜਣ ਕੇ ਮਤਲਬ ਜਦੋਂ ਉਹਨੂੰ ਜਨਮ ਦੇ ਦਿੰਦੀ ਹੈ ਮਾਂ, ਜੀ, ਫੇਰ ਵੀ ਵੱਡਾ ਦੁੱਖ ਹੈ ਜ਼ਿੰਦਗੀ 'ਚ। ਹਜੇ ਜਦੋਂ ਬੱਚੇ ਦਾ ਜਨਮ ਹੋ ਜਾਂਦਾ, ਹਾਂਜੀ, ਫੇਰ ਵੀ ਦੁੱਖ ਜਾਣਦੀ ਹੈ। ਖਾਨ ਪਾਨ ਵਿੱਚ ਪਰਹੇਜ਼ ਰੱਖਦੀ ਹੈ ਕਿ ਜੇ ਮੈਂ ਖੱਟਾ ਮਿੱਠਾ ਖਾਦਾ, ਜੇ ਮੈਂ ਚਟਪਟਾ ਖਾਦਾ, ਮੇਰੇ ਬੱਚੇ ਨੇ ਮੇਰਾ ਦੁੱਧ ਪੀਣਾ ਹੈ, ਜੀ ਜੀ, ਜੀ, ਵੀ ਉਹ ਮੇਰਾ ਖਾਦਾ ਕੌੜਾ ਕਸੈਲਾ ਮੇਰੇ ਬੱਚੇ ਨੂੰ ਦੁੱਧ ਵਿੱਚ ਵਿਗਾੜ ਕਰੂਗਾ। ਜੀ ਜੀ, ਜੀ, ਤਾਂ ਕਰਕੇ ਹਜੇ ਮਾਂ ਖਾਣ ਪੀਣ ਨਹੀਂ ਲੱਗਦੀ ਜਦੋਂ ਬੱਚੇ ਨੂੰ ਜਨਮ ਦੇ ਜਾਂਦੀ ਆ, ਬਿਲਕੁਲ ਸਹੀ ਗੱਲ ਹੈ, ਵੀ ਮੇਰੇ ਪੁੱਤ ਨੇ ਮੇਰਾ ਦੁੱਧ ਪੀਣਾ। ਦੇਖੋ ਮਾਂ ਦੀ ਕਿੱਡੀ ਘਾਲਣਾ ਹੈ। ਬੱਟੀ ਵੱਟ ਕੇ, ਉਹ ਅੱਗੇ ਆ ਜਾਣਾ ਜੀ, ਗੁੜਤੀ ਦੇ ਪਿਆਲ ਦੁੱਧ, ਹਾਂਜੀ ਹਾਂਜੀ, ਕੁੱਟੀ ਵੱਟੀ ਦੇ ਨਿਹਾਰੇ। ਹਾਂਜੀ, ਆ ਗਿਆ, ਹਨਾ? ਹਾਂਜੀ ਕਹਿੰਦੇ ਜੀ ਗੁੜਤੀ ਦਿੰਦੀ ਹੈ, ਹਾਂਜੀ, ਪਿਆਉਂਦੀ ਹੈ। ਹਾਂਜੀ, ਮਾਂ ਆਪਣੇ ਦੁੱਧ ਨਾਲ ਬੱਚੇ ਦਾ ਜਨਮ ਸ਼ੁਰੂਆਤ ਕਰਦੀ ਹੈ। ਠੀਕ ਹੈ, ਸਭ ਤੋਂ ਪਹਿਲਾਂ ਮਾਂ ਦਾ ਦੁੱਧ ਹੀ ਹੈ ਜਿਹੜਾ ਬੱਚੇ ਲਈ ਅਕਾਲ ਪੁਰਖ ਦਿੰਦਾ ਹੈ। ਜੀ ਹੁਣ ਇੱਥੇ ਰੱਬ ਦੀ ਤਾਕਤ ਵੀ ਦੇਖਣੀ ਚਾਹੀਦੀ ਨਾਲ ਨਾਲ, ਜੀ ਜੀ, ਜੀ, ਵੀ ਬੱਚੇ ਦਾ ਪਤਾ ਹੈ ਮਹਾਰਾਜ ਨੂੰ ਵੀ ਜਨਮ ਲੈ ਕੇ ਇਹਨ ਕੁਝ ਖਾ ਨਹੀਂ ਸਕਣਾ, ਜੀ ਜੀ, ਜੀ, ਹੋਰ ਕੁਝ ਪੀ ਨਹੀਂ ਸਕਣਾ।
ਉਹਨ ਮਾਂ ਦੀ ਛਾਤੀ 'ਚ ਪਹਿਲਾਂ ਦੁੱਧ ਦੇ ਦਿੱਤਾ, ਪਹਿਲਾਂ ਹੀ ਉਹਦਾ ਇੰਤਜ਼ਾਮ ਕਰਦਾ। ਜਿੰਤੂ ਸਾਜ ਸਵਾਰ ਸਿਗਾਰਿਆ, ਫੇ ਗੱਲ ਉੱਥੇ ਆ ਜਾਂਦੀ ਨਾ ਜੀ। ਗਰਭ ਅਗਰ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ। ਮਾਰੇ ਕਹਿੰਦੇ ਬਾਰ ਵਿਵਸਥਾ 'ਚ ਤੂੰ ਦੁੱਧ ਨਾ ਹੀ ਪਾਲਣਾ ਤੇ ਮਾਂ ਨੂੰ ਦੁੱਧ ਦੇ ਦਿੰਦਾ ਬਾਪ, ਹਾਂਜੀ ਹਾਂਜੀ ਹਾਂਜੀ। ਜਿਹੜਾ ਅਕਾਲ ਪੁਰਖ ਹੈ। ਭਰ ਜੋਬਨ ਭੋਜਨ ਸੁਖ ਸੂਦ, ਜਿੱਦਾਂ ਜਿੱਦਾਂ ਤੂੰ ਵੱਡਾ ਹੋ ਗਿਆ ਤੇਰਾ ਗੁਜ਼ਾਰਾ ਭੋਜਨ ਨਾਲ ਹੋਣਾ, ਫੇ ਮਹਾਰਾਜ ਤੈਨੂੰ ਉਹ ਵੀ ਰਿਜ਼ਕ ਦੇ ਦਿੰਦਾ। ਉਹ ਵੀ ਸਾਦਾ ਭੋਜਨ ਦੱਸਿਆ ਆਪਾਂ ਨੂੰ। ਇਹ ਹਰਦੇਵ ਸਿੰਘ ਜੀ ਭਾਈ ਗੁਰਦਾਸ ਜੀ ਦੀ ਰਚਨਾ ਜੀ। ਕਹਿੰਦੇ ਗੁੜਤੀ ਦੇ ਪਿਆਲ ਦੁੱਧ, ਘੁੱਟੀ ਵੱਟੀ ਦੇ ਨਿਹਾਰੇ। ਹਾਂਜੀ। ਗੁੜਤੀ ਦਿੰਦੀ ਹੈ, ਪਿਆਉਂਦੀ ਹੈ, ਜੰਮਣ ਘੁੱਟੀ ਸਿੱਪੀ ਨਾਲ, ਕਦੀ ਵੱਟੀ ਦਿੰਦੀ ਹੈ ਤੇ ਕਦੇ ਲੋੜ ਅਨੁਸਾਰ। ਜੇ ਮੰਨ ਲਓ ਪੁਰਾਣੇ ਸਮਿਆਂ 'ਚ ਜੀ ਜੀ। ਜੇ ਬੱਚੇ ਨੇ ਰਾਤ ਨੂੰ ਰੋਣਾ, ਹਾਂਜੀ ਹਾਂਜੀ ਮਾਵਾਂ ਨੇ ਕਹਿਣਾ ਮੇਰੇ ਬੱਚੇ ਦਾ ਕਿਤੇ ਢਿੱਡ ਨਾ ਦੁਖਦਾ ਹੋਵੇ, ਹਾਂਜੀ ਹਾਂਜੀ ਉਹਨੇ ਮੂੰਹ 'ਚ ਕਹਿੰਦੇ ਆਪਣੇ ਸੌਂਫ ਚੱਬਣੀ, ਹਾਂਜੀ ਹਾਂਜੀ। ਕੱਪੜੇ ਦੀ ਬੱਤੀ ਵੱਟ ਕੇ ਤੇ ਉਹਦੇ ਨਾਲ ਉਹਦੇ ਮੂੰਹ 'ਚ ਰਸ ਪਾਉਣਾ, ਇਦਾਂ ਹੀ ਸੀ। ਹਨਾ ਜੀ। ਹੁਣ ਤਾਂ ਚਲੋ ਕਈ ਸਾਧਨ ਆ ਗਏ, ਹਾਂਜੀ ਹਾਂਜੀ। ਹੁਣ ਤਾਂ ਆ ਡ੍ਰੌਪਰ ਜਿਹਾ ਚੱਲ ਪਿਆ ਜੀ, ਕਈ ਕੁਛ ਚੱਲ ਪਿਆ ਜੀ, ਪੈਕਟ ਵਾਲਾ ਦੁੱਧ ਦੇ ਦਿਓ ਜੀ, ਐਂ ਕਰ ਦਿਓ। ਭਾਵ ਉਦੋਂ ਮਾਵਾਂ ਇੰਨਾ ਕਰਦੀਆਂ ਸੀ ਵੀ ਬੱਤੀ ਕੱਪੜੇ ਦੀ ਵੱਟ ਕੇ ਉਹਦੇ ਨਾਲ ਰਸਾ ਮੂੰਹ 'ਚ ਪਾਉਂਦੀਆਂ ਸੀ ਵੀ ਮੇਰੇ ਬੱਚੇ ਦਾ ਜੇ ਢਿੱਡ ਦੁਖਦਾ ਤੇ ਇਹ ਸੌਂਫ ਦੇ ਰਸੇ ਨਾਲ ਹਟ ਜੇ। ਸ਼ਾਦਨ ਭੋਜਨ ਭੁੱਖਿਆ, ਝੰਡਣ ਮੰਗਨ ਪੜਨ ਚਿਤਾਰੇ। ਫਿਰ ਕਹਿੰਦੇ ਜਦੋਂ ਬੱਚਾ ਜਵਾਨ ਹੋ ਜਾਂਦਾ, ਫਿਰ ਮਾਂ ਪਿਓ ਦੇ ਸਿਰ ਤੇ ਇੱਕ ਕਿਹੜੀ ਜ਼ਿੰਮੇਵਾਰੀ ਆ ਪੈਂਦੀ ਆ? ਜੀ ਜੀ ਚੰਗੇ ਕੱਪੜੇ, ਜੀ ਚੰਗਾ ਭੋਜਨ ਦੇ ਕੇ ਮਾਂ ਪਿਓ ਬੱਚੇ ਨੂੰ ਪਾਲਦਾ, ਜੀ। ਭਾਵੇਂ ਧੀ ਭਾਵੇਂ ਪੁੱਤ। ਫਿਰ ਉਹਨੂੰ ਪੜਨ ਭੇਜਦਾ ਹੈ, ਜੀ 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 ਫਿਰ ਉਹਦਾ ਮੰਗੇਵਾ ਚਤਾਰਦੀ ਹੈ, ਭਾਵ ਉਹਨੂੰ ਮੰਗਣਾ ਹੁੰਦਾ ਵੀ ਇਹਦਾ ਵਿਆਹ ਕਰਨਾ ਹੈ। ਜੀ ਜੀ। ਭਾਵ ਇਹ ਜਿਹੜੇ ਤਿੰਨ ਕੰਮ ਨੇ ਮਾਂ ਪਿਓ ਦੇ ਸਿਰ ਤੇ ਬਹੁਤ ਵੱਡੇ ਨੇ ਜ਼ਿੰਮੇਵਾਰੀਆਂ। ਹਾਂਜੀ ਵੀ ਉਹਨੂੰ ਪੜਨਾ ਸਿਖਾਉਣਾ, ਉਹਦਾ ਵਿਆਹ ਕਰਨਾ, ਜੀ ਜੀ ਜੀ। ਉਹਨੂੰ ਇੱਕ ਚੰਗੇ ਗੁਣ ਦੇਣੇ, ਝੰਡਣਾ ਉਹਨੂੰ ਝੰਡ ਕੇ ਰੱਖਣਾ, ਜੀ ਹਾਂਜੀ ਭਾਵ ਉਹਨੂੰ ਐਨ ਪਰਪੱਕ ਕਰਨਾ ਚੰਗੇ ਗੁਣਾਂ ਦੇ ਵਿੱਚ, ਜੀ ਜੀ ਜੀ। ਹੈਂ ਜੀ। ਤੇ ਇਹ ਫਿਰ ਮਾਂ ਪਿਓ ਦੇ ਸਿਰ ਤੇ ਕਹਿੰਦੇ ਵੱਡੇ ਭਾਰ ਆ ਜਾਂਦੇ। ਹਾਂਜੀ ਪਾਂਦੇ ਪਾਸ ਬਹਾਲਿਆ, ਜੀ ਖੱਟ ਲੁਟਾਏ ਹੋਏ ਸਚਿਆਰੇ। ਕਹਿੰਦੇ ਇੱਕ ਚੰਗਾ ਇਨਸਾਨ ਬਣਾਉਣ ਲਈ ਮਾਂ ਪਿਓ ਆਪਣੇ ਬੱਚੇ ਨੂੰ ਫਿਰ ਪੜਨ ਭੇਜਦੇ ਆ, ਹਾਂਜੀ ਹਾਂਜੀ। ਤੇ ਜਿੰਨੀ ਜ਼ਿੰਦਗੀ ਦੀ ਕਮਾਈ ਹੁੰਦੀ ਆ ਉਹ ਸਾਰੀ ਕਮਾਈ ਉਹ ਲੁਟਾ ਦਿੰਦੇ ਬੱਚੇ ਤੇ ਵੀ ਇਹ ਪਾਂਡੇ ਪੜਾਉਂਦੇ ਹੁੰਦੇ ਸੀ ਉਦੋਂ, ਸਕੂਲ ਤੋਂ ਬਾਅਦ ਚ। ਹਾਂ ਵੀ ਇਹ ਚੰਗਾ ਇਨਸਾਨ ਬਣੇ, ਚੰਗਾ ਗੁਣ ਆਵੇ। ਜੀ ਜੀ। ਤੇ ਹੁਣ ਸਾਡੇ ਕਈ ਬੱਚੇ ਕੀ ਕਰਦੇ ਪਿਆਰਿਓ, ਕਾਲਜਾਂ ਯੂਨੀਵਰਸਿਟੀਆਂ 'ਚ ਜਾਂਦੇ ਆ, ਹਾਂਜੀ 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 ਉੱਥੇ ਰਹਿੰਦੇ ਆ। ਜੀ ਮਾਂ ਪਿਓ ਨੂੰ ਹੁੰਦਾ, ਸਾਰੇ ਨਹੀਂ ਪਰ ਬਹੁਤ ਆਪਾਂ ਦੇਖਦੇ ਹੀ ਆ, ਤੁਸੀਂ ਵੀ ਦੇਖਦੇ ਹੋ ਸਾਰੇ। ਜੀ ਹਾਂਜੀ ਧੀ ਯੂਨੀਵਰਸਿਟੀ ਦੇ ਹੋਸਟਲ 'ਚ ਰਹਿੰਦੀ ਹੈ, ਜੀ ਜੀ ਪੁੱਤ ਹੋਸਟਲ 'ਚ ਰਹਿੰਦਾ ਹੈ, ਜੀ ਜੀ ਪੀਜੀ ਲੈ ਕੇ ਰਹਿੰਦੇ ਆ। ਜੀ ਤੇ ਮੈਂ ਕਹਿੰਦਾ ਪੜਨ ਵਾਲੇ ਘੱਟ ਹੁੰਦੇ ਤੇ ਮਾਂ ਪਿਓ ਦੇ ਪੈਸੇ ਨੂੰ ਵਿਗਾੜਨ ਵਾਲੇ ਜ਼ਿਆਦਾ ਹੁੰਦੇ। ਜੀ ਜੀ ਜੀ। ਹੁਣ ਮਾਂ ਪਿਓ ਨੇ ਤੇ ਉਹਨੂੰ ਆਪਣੀ ਖੱਟ ਜੋ ਕਮਾਈ ਕੀਤੀ ਆ ਉਹ ਲਾ ਹੀ ਜਾ ਰਿਹਾ ਵੀ ਮੇਰਾ ਬੱਚਾ ਪੜ ਰਿਹਾ। ਪੜ ਜਾਵੇ। ਇਹ ਤਾਂ ਹੁਣ ਬੱਚੇ ਤੇ ਮਾਂ ਤੇ ਜਿਹੜਾ ਮਾਂ ਪਿਓ ਦਾ ਯਕੀਨ ਆ ਧੀ ਪੁੱਤ ਨੂੰ ਰੱਖਣਾ ਚਾਹੀਦਾ ਜੀ ਜੀ ਵੀ ਉਹਨੇ ਮੈਨੂੰ ਪੜਨ ਭੇਜਿਆ ਖੂਨ ਪਸੀਨੇ ਦੀ ਕਮਾਈ ਨਾਲ, ਹਾਂਜੀ ਹਾਂਜੀ ਤੇ ਮੈਂ ਉਹਨਾਂ ਨੂੰ ਅਜਾਈ ਨਾ ਗਵਾਵਾਂ, ਠੀਕ। ਸੈਰ ਸਪਾਟੇ 'ਚ ਨਾ ਗਵਾਵਾਂ। ਹਾਂਜੀ ਹਾਂਜੀ ਭਾਵ ਫਿਰ ਮਹਾਰਾਜ ਕਹਿੰਦੇ ਆ ਭਾਈ ਗੁਰਦਾਸ ਜੀ ਹਾਂਜੀ ਵੀ ਮਾਂ ਪਿਓ ਪਾਂਦੇ ਕੋਲ ਭੇਜਦੇ ਆ ਤੇ ਆਪਣੀ ਜ਼ਿੰਦਗੀ ਦੀ ਕਮਾਈ ਜੀ ਜੀ ਫਿਰ ਉਹ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਚੰਗੇ ਗੁਣਾਂ ਤੇ ਖਰਚ ਦਿੰਦੇ ਨੇ। ਹਾਂਜੀ ਆਰਣਿਤ ਹੋਏ ਭਾਰ ਉਤਾਰੇ। ਜੀ ਕਹਿੰਦੇ ਫਿਰ ਭਾਰ ਲਾ ਕੇ ਸੁਰਖਰੂ ਹੁੰਦੇ ਆ, ਹਾਂਜੀ ਕਿਉਂਕਿ ਲੋਕ ਤਿੰਨ ਭਾਰ ਪੁੱਤ ਦੇ ਆਪਣੇ ਸਿਰ ਤੇ ਸਮਝਦੇ ਆ। ਜੀ ਜੀ ਧਰਮ ਸੰਸਕਾਰ, ਵਿਦਿਆ, ਵਿਆਹ। ਧਰਮ ਤੇ ਪਾਂਦੇ ਦਾ ਜ਼ਿਕਰ ਆ ਗਿਆ, ਵਿਆਹ ਦਾ ਅੱਗੇ ਜ਼ਿਕਰ ਆਊਗਾ। ਹਾਂਜੀ ਹਾਂਜੀ ਭਾਵ ਇੱਕ ਭਾਰ ਤਾਂ ਲੈ ਗਿਆ ਜਿਹੜਾ ਪੜਾਉਣ ਵਾਲਾ, ਜੀ ਜੀ ਬੱਚਾ ਹੋ ਗਿਆ ਜਵਾਨ, ਜੀ ਜੀ ਹੁਣ ਦੂਜੀ ਜ਼ਿੰਮੇਵਾਰੀ ਆ ਪਈ ਜੀ ਵਿਆਹੁਣ ਦੀ, ਜੀ ਜੀ ਹੈ ਜੀ। ਹਾਂਜੀ ਸੁਣੀ ਚੱਲਿਓ ਜੀ, ਬੜੇ ਕੰਮ ਦੀਆਂ ਗੱਲਾਂ ਨੇ ਭਾਈ ਸਾਹਿਬ ਜੀ, ਭਾਈ ਗੁਰਦਾਸ ਜੀ ਦੀਆਂ। ਤੇ ਨਾਲ ਇਹ ਵੀ ਦੱਸਿਓ ਕੋਈ ਵੀ ਕਦੇ ਤੁਹਾਨੂੰ ਕਿਸੇ ਪ੍ਰਚਾਰਕ ਨੇ ਖੁੱਲ ਕੇ ਸੁਣਾਈਆਂ ਸਟੇਜ ਤੋਂ ਇਹ ਗੱਲਾਂ ਵੀ ਬਾਣੀ ਆ ਵੀ ਗੱਲਾਂ ਸਮਝਾਉਂਦੀ ਹੈ, ਹਨਾ ਜੀ। ਹਾਂਜੀ ਹਾਂਜੀ ਤੇ ਬਾਅਦ ਚ ਤੁਹਾਡੇ ਕਮੈਂਟ ਪੜਾਂਗੇ। ਹੁਣ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਪੁੱਤਰ ਜਵਾਨ ਹੋ ਗਿਆ, ਜੀ ਜੀ ਮਾਂ ਪਿਓ ਨੇ ਉਹਨੂੰ ਚੰਗੀ ਤਾਲੀਮ ਦੇਤੀ, ਪੜਾਤਾ, ਹਾਂਜੀ ਹੁਣ ਉਹਦੇ ਵਿਆਹ ਦੇ ਦਿਨ ਆ ਗਏ, ਹਾਂਜੀ ਹਨਾ ਜੀ। ਜੀ ਜੀ ਵਿਆਹ ਦੇ ਦਿਨ ਆ ਗਏ ਤੇ ਅਗਲੀ ਪੰਕਤੀਆਂ 'ਚ ਭਾਈ ਗੁਰਦਾਸ ਜੀ ਕੀ ਉਚਾਰਦੇ ਆ? ਜੀ ਮਾਤਾ ਪਿਤਾ ਆਨੰਦ ਵਿੱਚ ਕਿੱਦਣ ਜੀ ਹਾਂਜੀ ਪੁੱਤੇ ਦੀ ਕੁੜਮਾਈ ਹੋਈ। ਹਾਂਜੀ ਕਹਿੰਦੇ ਪੁੱਤਰ ਜਿੱਦਣ ਵਿਆਹੁਣ ਯੋਗ ਹੋ ਜਾਂਦਾ ਜੀ 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 ਉਦਣ ਮਾਂ ਨੂੰ ਇੱਕ ਫਿਕਰ ਹੁੰਦਾ ਵੀ ਇਹਨੂੰ ਹੁਣ ਚੰਗੇ ਘਰ ਮੰਗ ਦਵਾਂ, ਠੀਕ ਇਹਨੂੰ ਵਿਆਹ ਦਵਾਂ। ਉਹ ਆਂਢ ਗੁਆਂਢ ਨੂੰ ਕਹਿੰਦੀ ਹੈ, ਰਿਸ਼ਤੇਦਾਰੀ 'ਚ ਕਹਿੰਦੀ ਹੈ ਵੀ ਮੈਂ ਆਪਣਾ ਪੁੱਤ ਵਿਆਹੁਣਾ, ਕੋਈ ਚੰਗਾ ਘਰ ਦੇਖਿਓ। ਜੀ 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 ਬੜਾ ਚਾਅ ਮਾਂ ਨੂੰ। ਤੇ ਫਿਰ ਕਹਿੰਦੇ ਆ ਮਾਂ ਤੇ ਪਿਓ ਵੱਡੇ ਆਨੰਦ 'ਚ ਹੋ ਜਾਂਦੇ ਕਿੱਦਣ
ਜਿੱਦਣ ਪੁੱਤ ਦੀ ਕੜਮਾਈ ਕਰਦੇ ਆ। ਜੀ 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 ਉਦਣ ਪੱਬ ਨਹੀਂ ਧਰਤੀ ਤੇ ਮਾਂ ਪਿਓ ਦੇ ਲੱਗਦੇ ਵੀ ਅੱਜ ਸਾਡੇ ਪੁੱਤ ਦੀ ਕੜਮਾਈ ਜਿਹੜੀ ਕੜਮਾਈ ਹੋ ਗਈ ਆ। ਠੀਕ ਹੈ। ਸੁਣਿਓ ਜੀ, ਬੜੀਆਂ ਚਪੇੜਾਂ ਮਾਰੀਆਂ ਭਾਈ ਸਾਹਿਬ ਨੇ ਅੱਗੇ ਚੱਲ ਕੇ ਸਾਡੇ। ਹਾਂਜੀ ਹਾਂਜੀ ਇਹ ਪੜਾਅ ਦਰ ਪੜਾਅ ਗੱਲ ਚੱਲ ਰਹੀ ਹੈ, ਪੌੜੀ ਦਰ ਪੌੜੀ ਚੜ ਰਹੀ ਹੈ ਗੱਲ ਵੀ ਹੁੰਦਾ ਕੀ ਆ ਦੁਨੀਆ ਤੇ। ਰਹਸੀ ਅੰਗ ਨ ਮਾਵਈ ਗਾਵੇ ਸੋਹਲੜੇ ਸੁਖ ਹੋਈ। ਭਾਈ ਜੀ ਕਹਿੰਦੇ ਖੁਸ਼ੀ ਨਾਲ ਸਰੀਰ ਵਿੱਚ ਮਾਂ ਨਹੀਂ ਸਮਾਉਂਦੀ, ਜੀ ਜੀ ਗੀਤ ਗਾਉਂਦੀ ਹੈ ਤੇ ਸੁੱਖਾਂ ਮੰਗਦੀ ਫਿਰਦੀ ਹੈ। ਜੀ ਜੀ ਭਾਵ ਘੋੜੀਆਂ ਗਾਉਂਦੀ ਆ, ਪੱਬ ਧਰਤੀ ਤੇ ਨਹੀਂ ਲੱਗਦਾ, ਮਾਂ ਖੁਸ਼ ਬੜੀ ਆ ਮੇਰਾ ਪੁੱਤ ਮੰਗਿਆ ਗਿਆ, ਇਹਨੂੰ ਮੈਂ ਵਿਆਹਣ ਲਿਜਾਣਾ। ਆਂਢ ਗੁਆਂਢ ਵੀ ਬਹੁਤ ਖੁਸ਼ ਹੁੰਦਾ ਸੀ ਬਹੁਤ ਜੀ, ਕੁਛ, ਸਾਰੇ ਖੁਸ਼। ਰਿਸ਼ਤੇਦਾਰ, ਵਾਲਾ ਕੰਮ ਨਾਨਕੇ ਨਹੀਂ ਸੀ, ਦਾਦਕੇ, ਸਭ ਖੁਸ਼ ਸੀ। ਹੈ ਜੀ, ਫੁੱਫੜ ਭੂਆ ਜਵਾਈ ਹਾਂਜੀ, ਸਭ ਬੜੇ ਖੁਸ਼ ਨੇ, ਮਾਂ ਬੜੀ ਖੁਸ਼ ਆ। ਬਿਗਸੀ ਪੁੱਤਰ ਵਿਆਹੇ ਐ ਘੋੜੀ ਲਾਵਾਂ ਗਾਵ ਭਲੋਈ। ਪੁੱਤਰ ਦਾ ਵਿਆਹ ਹੁੰਦਾ ਹੈ ਹਾਂਜੀ, ਤਦ ਮਾਂ ਪ੍ਰਸੰਨ ਹੋ ਕੇ ਹਾਂਜੀ, ਘੋੜੀਆਂ ਤੇ ਲਾਵਾਂ ਭਲੀ ਪ੍ਰਕਾਰ ਗਾਉਂਦੀ ਹੈ। ਠੀਕ ਹੈ ਜੀ ਕਹਿੰਦੇ ਜਿੱਦਣ ਪੁੱਤਰ ਦਾ ਵਿਆਹ ਹੁੰਦਾ ਹੈ ਉਦਣ ਵੀ ਮਾਵਾਂ ਇੱਕ ਦਿਨ ਪਹਿਲਾਂ ਘੋੜੀਆਂ ਗਾਉਂਦੀਆਂ, ਜੀ 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 ਫਿਰ ਲਾਵਾਂ ਨਾਲ ਜਾ ਕੇ ਪੜ੍ਹਦੀਆਂ ਵੀ ਮੇਰੇ ਪੁੱਤ ਦਾ ਵਿਆਹ ਹੋ ਰਿਹਾ। ਹਾਂਜੀ ਹਾਂਜੀ ਬੜੀ ਮਾਂ ਖੁਸ਼ ਹੈ। ਜੀ ਜੀ ਸੁੱਖਾਂ ਸੁੱਖ ਹੈ ਮਾਵੜੀ ਪੁੱਤ ਨੂੰ ਹੁੰਦਾ ਮੇਲ ਅਲੋਈ। ਕਹਿੰਦੇ ਮਾਂ ਆਪਣੇ ਪੁੱਤਰ ਤੇ ਨੂੰਹ ਦਾ ਮੇਲ ਜੋੜਾ ਦੇਖ ਕੇ ਬੜੀਆਂ ਸੁੱਖਣਾ ਸੁੱਖਦੀ ਹੈ। ਜੀ 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 ਹੈਂ ਜੀ, ਇਹ ਜੋੜੀ ਹਰੀ ਭਰੀ ਰਹੇ, ਜੀ ਇਹ ਸਦਾ ਦੂਜਿਆਂ ਦਾ ਦੂਜੇ ਸੁੱਖਾਂ ਦਾ ਆਨੰਦ ਮਾਣੇ, ਜੀ ਜੀ ਇਹਨੂੰ ਦੁਨੀਆ ਦੇ ਸਾਰੇ ਸੁੱਖ ਮਿਲਣ, ਦੁਨੀਆ ਦੀ ਨਜ਼ਰ ਨਾ ਲੱਗੇ। ਇਹਨੂੰ ਦੁਨੀਆ ਦੀ ਕੋਈ ਨਜ਼ਰ ਨਾ ਲੱਗੇ। ਜੀ ਜੀ ਹੈਂ ਜੀ, ਹਾਂਜੀ। ਸੁੱਖਾਂ ਸੁੱਖਦੀ ਹੈ। ਜੀ। ਆਪਣੇ ਨੂੰਹ ਪੁੱਤ ਦਾ ਜੋੜਾ ਦੇਖ ਕੇ ਕਹਿੰਦੀ ਹੈ ਵੀ ਇਹਨਾਂ ਵਰਗਾ ਜੋੜਾ ਦੁਨੀਆ ਤੇ ਹੈ ਹੀ ਕੋਈ ਨਹੀਂ। ਜੀ 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 ਭਾਵ ਇੰਨੀ ਮਾਂ ਹਾਂਜੀ, ਖੁਸ਼ ਆ। ਹਾਂਜੀ, ਸਮਾਂ ਲੰਘਦਾ ਗਿਆ, ਜੀ ਜੀ ਨੋਹ ਨਿਤ ਕੰਤ ਕੁਮੰਤ ਦੇ ਵਿਹਰੇ ਹੋਵਨ ਸੱਸ ਵਿਗੋਈ। ਵਾਹ ਜੀ ਵਾਹ। ਕਹਿੰਦੇ ਪਰ ਨੌ ਹਾਂਜੀ ਸਦੀਵ ਕਾਲ ਆਪਣੇ ਕੰਤ ਨੂੰ ਖੋਟੀ ਪੱਟੀ ਪੜਾਉਂਦੀ ਰਹਿੰਦੀ ਹੈ। ਠੀਕ ਹੈ। ਸੁਣਿਓ ਜੀ, ਕੰਮ ਦੀ ਗੱਲ ਬਹੁਤ ਸ਼ੁਰੂ ਹੋਣ ਲੱਗੀ ਹੁਣ, ਹਾਂਜੀ ਹਾਂਜੀ ਹੈ ਨਾ। ਕਹਿੰਦੇ ਮਾਂ ਤੇ ਸੁੱਖਾਂ ਸੁੱਖਦੀ ਆ, ਹਾਂਜੀ ਹਾਂਜੀ ਪਰ ਕਈ ਨੂਹਾਂ ਐਸੀਆਂ ਹੋ ਜਾਂਦੀਆਂ, ਸਾਰੀਆਂ ਨਹੀਂ। ਕਈ ਹਾਂਜੀ ਹਾਂਜੀ ਆਪਾਂ ਕਈ ਸ਼ਬਦ ਵਰਤੇ ਹਨ, ਹਾਂਜੀ, ਹਾਂਜੀ। ਭਾਵ ਸਾਰੀਆਂ ਨਹੀਂ, ਜੀ ਜੀ ਕਈ ਐਸੀਆਂ ਬੀਬੀਆਂ ਆ ਜਾਂਦੀਆਂ ਨੂਹਾਂ ਬਣ ਕੇ ਜਿਹੜੀਆਂ ਆਪਣੇ ਘਰ ਵਾਲੇ ਨੂੰ ਫਿਰ ਉਲਟੀ ਪੱਟੀ ਪੜਾਉਣੀ ਸ਼ੁਰੂ ਕਰ ਦਿੰਦੀਆਂ। ਜੀ ਜੀ ਆ ਦੇਖੋ ਭਾਈ ਗੁਰਦਾਸ ਜੀ ਲਿਖ ਰਹੇ, ਨੌ ਨਿਤ ਕੰਤ ਕੁਮੰਤ ਦੇ ਵਿਹਰੇ ਹੋਵਨ ਸੱਸ ਵਿਗੋਈ। ਕਹਿੰਦੇ ਨੇ ਪਰ ਨੌ ਸਦਾ ਆਪਣੇ ਘਰ ਵਾਲੇ ਨੂੰ ਖੋਟੀ ਪੱਟੀ ਪੜਾਉਂਦੀ ਹੈ, ਜੀ ਜੀ ਇਸ ਕਰਕੇ ਦੋਵੇਂ ਹਾਂਜੀ ਵਿਹਰੇ ਸਾਹਮਣੇ ਹੋ ਪੈਂਦੇ ਆ, ਸੱਸ ਦੁਖੀ ਹੁੰਦੀ ਹੈ। ਹਾਂਜੀ ਹਾਂਜੀ ਵਿਹਰੇ ਦਾ ਅਰਥ ਬੜਾ ਪੰਜਾਬੀ ਦਾ ਮੋਟਾ ਲਫ਼ਜ਼ ਹੈ, ਵੇਰ ਜਾਣਾ, ਆਕੜ ਜਾਣਾ। ਵੇਰ ਗਿਆ। ਆਪਾਂ ਨੀ ਕਹਿੰਦੇ ਬੌਲਦ ਵੇਰ ਗਿਆ, ਪੁਰਾਣੇ ਸਮਿਆਂ 'ਚ ਕਹਿੰਦੇ ਹੁੰਦੇ ਸੀ ਬੌਂਦਾ ਬੌਂਦਾ ਬੌਲਦ ਖੜ ਜਾਣਾ, ਹਾਂ ਹਾਂ ਹੁਣ ਪੈਰ ਅੜਾ ਕੇ ਖੜ ਜਾਣਾ ਹਟ ਜਾਣਾ। ਵੀ ਜਿੰਨਾ ਮਰਜ਼ੀ ਪੁਰਾਣਾ ਮਾਰੀ ਜਾਓ, ਮੈਂ ਨਹੀਂ। ਜਾਂ ਉਦਾਂ ਹੀ ਉਹ ਦੂਏ ਪਾਸੇ ਨੂੰ ਖਿੱਚ ਕੇ ਲੈ ਜਾਣਾ। ਹਾਂ, ਵੇਰਨਾ ਮਤਲਬ ਆਕੜਨਾ, ਹਾਂਜੀ ਅੜਨਾ, ਗੱਲ ਨਹੀਂ ਮੰਨਣੀ, ਦੂਏ ਪਾਸੇ ਨੂੰ ਚੱਲਣਾ। ਬਸ ਬਸ ਭਾਵ ਹੁਣ ਨੌ ਸਦਾ ਮਾੜੀ ਮੱਤ ਦਿੰਦੀ ਸੀ, ਜੀ 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 ਪੁੱਤ ਵੀ ਆਪਣੀ ਮਾਂ ਨਾਲ ਵੇਰ ਗਿਆ, ਆਕੜ ਪਿਆ ਹਾਂਜੀ ਹਾਂਜੀ ਤੇ ਸਾਹਮਣੇ ਆਕੜ ਕੇ ਖੜ ਗਿਆ ਹੈ। ਜੀ ਲੱਖ ਉਪਕਾਰ ਵਿਸਾਰ ਕੈ ਪੁੱਤ ਕਪੁੱਤ ਚੱਕੀ ਉੱਠ ਝੋਈ। ਠੀਕ ਹੈ ਜੀ ਕਹਿੰਦੇ ਪਿੱਛੇ ਕਹੇ ਲੱਖਾਂ ਉਪਕਾਰਾਂ ਨੂੰ ਭੁਲਾ ਕੇ, ਜੀ ਜੀ ਭਾਵ ਪੁੱਤ ਭੁੱਲ ਗਿਆ ਵੀ ਮਾਂ ਨੇ 9 ਮਹੀਨੇ ਮੈਨੂੰ ਦੁੱਖ ਜਣਿਆ ਪੇਟ 'ਚ ਰੱਖ ਕੇ, ਜੀ 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 ਮਾਂ ਨੇ ਜੰਮਣ ਲੱਗੀ ਨੇ ਮੈਨੂੰ ਦੁੱਖ ਜਣਿਆ, ਮਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਪੇ ਨੇ ਮਾਂ ਨੇ ਕਮਾਈ ਕੀਤੀ ਮੇਰੇ ਤੇ ਲਾਈ, ਜੀ ਜੀ ਉਹਨਾਂ ਨੇ ਮੇਰਾ ਵਿਆਹ ਕੀਤਾ, ਕਿੰਨੇ ਉਪਕਾਰ ਕੀਤੇ, ਤੱਤੀਆਂ ਹਵਾਵਾਂ ਤੋਂ ਗਿੱਲੇ ਤੇ ਆਪ ਪੈ ਕੇ ਸੁੱਕੇ ਤੇ ਮੈਨੂੰ ਪਾਇਆ, ਹਾਂਜੀ ਹਨਾ ਜੀ। ਕਹਿੰਦੇ ਲੱਖ ਉਪਕਾਰ ਵਿਸਾਰ ਕੈ, ਕਹਿੰਦੇ ਮਾਂ ਪੇ ਦੇ ਲੱਖਾਂ ਉਪਕਾਰ ਵਿਸਾਰ ਦਿੱਤੇ ਤੇ ਪੁੱਤ ਕਪੁੱਤ ਚੱਕੀ ਉੱਠ ਝੋਈ। ਕਹਿੰਦੇ ਮਾਂ ਪੇ ਦੇ ਲੱਖਾਂ ਉਪਕਾਰ ਵਿਸਾਰ ਕੇ ਜਿਹੜਾ ਪੁੱਤ ਸੀ ਉਹ ਕਪੁੱਤਰ ਹੋ ਗਿਆ। ਉਹ ਮਹਾਂਪੁਰਸ਼ ਨਹੀਂ ਸੁਣਾਉਂਦੇ ਹੁੰਦੇ, ਹਾਂ ਕਹਿੰਦੇ ਜੀ ਇਹ ਜੇ ਤਾਂ ਮਾਂ ਬਣਾਵੇ ਪਨੀਰ ਆ ਉਹ ਸਵਾਦ ਨਹੀਂ ਲੱਗਣਾ, ਕਹਿਣਾ ਇਹ ਸਵਾਦ ਨਹੀਂ ਮਾਂ ਬਣਾਇਆ ਤੂੰ। ਤੇ ਜੇ ਕਿਤੇ ਜੀ ਉਹ ਤਰੀ ਵਾਲੀਆਂ ਭਿੰਡੀਆਂ ਉਹਦੇ ਘਰ ਵਾਲੀ ਤਰੀ ਵਾਲੀਆਂ ਭਿੰਡੀਆਂ ਬਣਾ ਦੇਵੇ ਉਹ ਬੜੀਆਂ ਸਵਾਦ ਆ ਲੱਗਣਗੀਆਂ। ਫੇ ਮਾਂ ਮਾੜੀ ਲੱਗਣ ਲੱਗ ਪੈਂਦੀ, ਲੱਗਣ ਲੱਗ ਹੈਨਾ। ਪੈਂਦੀ ਹੈ ਜੀ। ਕਹਿਣਾ ਘਰ ਵਾਲੀ ਨੇ ਬਹੁਤ ਸਵਾਦ ਘਰ ਵਾਲੀ ਬਣਾਈ। ਨੂੰ ਬਹੁਤ ਸਵਾਦ ਬਣਾਈਆਂ। ਹੁਣ ਇੱਥੇ ਕੀ ਕਹਿ ਰਹੇ ਨੇ, ਕਹਿੰਦੇ ਜਿੰਨੇ ਵੀ ਉਪਕਾਰ ਬਚਪਨ ਤੋਂ ਲੈ ਕੇ ਮਾਂ ਪੇ ਨੇ ਕੀਤੇ ਜੀ ਜੀ ਉਹ ਸਾਰੇ ਭੁੱਲ ਜਾਂਦੇ ਐ ਜੀ ਜੀ
ਤੇ ਝਗੜੇ ਦੀ ਚੱਕੀ ਝੋ ਲੈਂਦੇ, ਭਾਵ ਮਾਂ ਨਾਲ ਝਗੜਾ ਛੇੜ ਲੈਂਦੇ ਆ। ਜੀ 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 ਮਾਂ ਪਿਓ ਨਾਲ ਨੌ ਪੁੱਤ ਦੋਨੇ ਝਗੜਾ ਪਾ ਲੈਂਦੇ ਆ। ਜੀ ਜੀ ਹੋਵੇ ਸਰਬਣ ਬਿਰਲਾ ਕੋਈ, ਜਿਹੜੀ ਪੰਕਤੀ ਆਪਾਂ ਪੜ੍ਹੀ ਆ ਹਾਂਜੀ ਹਾਂਜੀ ਕਿ ਕੋਈ ਬਿਰਲਾ ਪੁੱਤਰ ਸਰਬਣ ਹੁੰਦਾ ਜਿਹੜਾ ਮਾਂ ਪਿਓ ਦੀ ਜੀ ਜੀ ਸੇਵਾ ਕਰੇ। ਜੀ ਜੀ ਪੜ੍ਹ ਲਈਏ ਇੱਕ ਵਾਰੀ, ਪੜ੍ਹ ਲਓ। ਹਾਂਜੀ। ਹਾਂਜੀ ਹੋਵੇ ਸਰਬਣ ਬਿਰਲਾ ਕੋਈ, ਹੋਵੇ ਸਰਬਣ ਬਿਰਲਾ ਕੋਈ, ਹੋਵੇ ਸਰਬਣ ਬਿਰਲਾ ਕੋਈ, ਹੋਵੇ ਸਰਬਣ ਬਿਰਲਾ ਕੋਈ, ਸਰਬਣ ਬਿਰਲਾ ਕੋਈ, ਹੋਵੇ ਸਰਬਣ ਬਿਰਲਾ ਕੋਈ, ਹੋਵੇ ਸਰਬਣ ਬਿਰਲਾ ਕੋਈ, ਹੋਵੇ ਸਰਬਣ ਬਿਰਲਾ ਕੋਈ। ਇੱਥੇ ਤੱਕ ਭਾਈ ਸਾਹਿਬ ਨੇ ਦੂਜੀ ਪੌੜੀ ਉਚਾਰੀ ਹੈ। ਹਾਂਜੀ ਅਗਲੀ ਪੌੜੀ 'ਚ ਭਾਈ ਸਾਹਿਬ ਕੀ ਬਚਨ ਕਰਦੇ ਆ ਕਿ ਜਦੋਂ ਨੂੰਹ ਆਪਣੀ ਮਾਂ ਦੇ ਖਿਲਾਫ ਆਪਣੇ ਘਰ ਵਾਲੇ ਨੂੰ ਜੀ ਜੀ ਚੁੱਕਣਾ ਦਿੰਦੀ ਹੈ, ਜੀ ਤੇ ਚੁੱਕਣਾ ਤਾਂ ਤੁਹਾਨੂੰ ਪਤਾ ਪੱਥਰ ਪਾੜ ਦਿੰਦੀ ਹੈ, ਪਾੜ ਦਿੰਦੀ, ਸਹੀ ਗੱਲ ਹੈ ਜੀ। ਤੇ ਮਾਪਿਆਂ ਦਾ ਉਪਕਾਰ ਵਿਸਾਰ ਕੇ ਹਾਂਜੀ ਫਿਰ ਪੁੱਤ ਕੀ ਕਰਦਾ ਜੀ? ਉਹ ਫਿਰ ਬੰਦਾ ਸੋਚਦਾ ਨਹੀਂ ਵੀ ਮੈਂ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ। ਉਸ ਲਈ ਉਹਨੂੰ ਇਹੀ ਹੁੰਦਾ ਮੈਂ ਸਹੀ ਕਰਦਾ, ਮੈਂ ਸਹੀ ਆ, ਇਹ ਗਲਤ ਆ। ਵੀ ਮੇਰੇ ਮਾਂ ਪਿਓ ਮੈਨੂੰ ਗਲਤ ਆ। ਜੀ 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 ਫਿਰ ਉਹ ਅੱਗੇ ਕੀ ਹੈ ਜੀ? ਹਾਂਜੀ ਕਹਿੰਦੇ ਕਾਮਣ ਕਾਮਣ ਆਰੀ ਹੈ, ਕੀਤੋ ਕਾਮਣ ਕੰਤ ਪਿਆਰੇ। ਹਾਂਜੀ ਕਹਿੰਦੇ ਟੂਣੇ ਵਾਲੀ ਤੀਮੀ ਨੇ ਜੀ ਜੀ ਆਪਣੇ ਪਿਆਰੇ ਕੰਤ ਨੂੰ ਕਾਮਣ ਨੂੰ ਐਸਾ ਟੂਣਾ ਪਾਤਾ, ਜੀ 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 ਭਾਵ ਇੰਨੀਆਂ ਪੱਟੀਆਂ ਪੜਾਤੀਆਂ, ਇੰਨੇ ਕੰਨ ਭਰ ਦਿੱਤੇ, ਜੀ ਜੀ ਇੰਨਾ ਮਾਂ ਪਿਓ ਦੇ ਖਿਲਾਫ ਬੋਲ ਬੋਲ ਕੇ ਮਾਂ ਪਿਓ ਨੂੰ ਬੁਰਾ ਕਹਿਤਾ। ਜੀ ਜੀ ਕਮਾ ਕੇ ਲਿਆਵੇਂ ਤੂੰ ਹਾਂਜੀ ਤੇ ਲਿਆ ਕੇ ਰੱਖੇ ਜਠੇਰਿਆਂ ਦੇ ਹੱਥਾਂ ਤੇ। ਹਾਂਜੀ ਜੇ ਮੈਂ ਚੰਗੇ ਕੱਪੜੇ ਪਾ ਲੈਨੀ ਤੇਰੀ ਮਾਂ ਨਹੀਂ ਜਰਦੀ, ਹਾਂਜੀ ਜੇ ਮੈਂ ਚੰਗੀ ਰੋਟੀ ਬਣਾਵਾਂ ਤੇਰੀ ਮਾਂ ਨੁਕਸਾਂ ਕੱਢਦੀ ਆ, ਜੀ ਜੀ ਪੀ ਤੇਰਾ ਆਉਣ ਨੂੰ ਮੂੰਹ ਕਰਕੇ ਬਹਿ ਜਾਂਦਾ। ਹਾਂਜੀ ਭਾਵ ਏਦਾਂ ਦੀਆਂ ਗੱਲਾਂ ਕਰ ਕਰਕੇ ਆਪਣੇ ਘਰ ਵਾਲੇ ਨੂੰ ਆਪਣੇ ਵੱਸ ਕਰ ਲਿਆ। ਜੀ 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 ਹੈਂ ਜੀ। ਜੰਮੇ ਸਾਈਂ ਵਿਸਾਰਿਆ, ਵੀ ਵਾਹਿਆ ਮਾਂ ਪਿਓ ਵਿਸਾਰੇ। ਵਾਹ ਜੀ ਵਾਹ। ਉਹ ਪੁੱਤ ਕੀ ਕਰਦਾ ਜੀ? ਹਾਂਜੀ ਕਹਿੰਦੇ ਜਿੱਦਣ ਜੰਮਿਆ ਸੀ ਜੀ ਉਦਣ ਤਾਂ ਬੰਦਾ ਰੱਬ ਨੂੰ ਭੁੱਲ ਜਾਂਦਾ। ਹਾਂਜੀ ਹਾਂਜੀ ਜਿੱਦਣ ਜੰਮੇ ਆਪਾਂ ਸਾਰੇ, ਭੁੱਲ ਗਏ। ਉਸ ਤੋਂ ਬਾਅਦ ਰੱਬ ਨੂੰ ਭੁੱਲੇ ਹੀ ਐ। ਕਿਉਂ ਜੀ? ਤੀਜੇ ਪਾਤਸ਼ਾਹ ਨਹੀਂ ਕਹਿੰਦੇ? ਮਹਾਰਾਜ ਕਹਿੰਦੇ ਇਸ ਜੱਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਤੂ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਨ ਤੈਨੂੰ ਜਨਮ ਦਿੱਤਾ ਕਹਿੰਦੇ ਤੂੰ ਉਹਨੂੰ ਭੁੱਲ ਗਿਆ ਪਹਿਲਾਂ ਤੇ ਇਸ ਦੁਨੀਆ ਤੇ ਆ ਕੇ। ਹੈ ਜੀ। ਉਸ ਤੋਂ ਬਾਅਦ ਵੀ ਵਾਹਿਆ ਮਾਂ ਪਿਓ ਵਿਸਾਰੇ। ਜਦੋਂ ਕਹਿੰਦੇ ਵਿਆਹ ਹੋ ਗਿਆ, ਹਾਂਜੀ ਉਸ ਤੋਂ ਬਾਅਦ ਤੂੰ ਆਪਣੇ ਮਾਂ ਪਿਓ ਭੁਲਾਤੇ। ਪਹਿਲਾਂ ਰੱਬ ਭੁਲਾਇਆ ਹਾਂਜੀ ਹਾਂਜੀ ਤੇ ਵਿਆਹ ਤੋਂ ਕੁਝ ਤੂੰ ਆਪਣੇ ਮਾਂ ਪਿਓ ਦਾ ਵੀ ਸੁੱਖ ਭੁਲਾਤਾ। ਵਿੱਚ ਫੋਨ ਨਾ ਕਰੋ ਜੀ, ਬੇਨਤੀ ਹੈ, ਬਹੁਤ ਜ਼ਰੂਰੀ ਬੇਨਤੀ, ਫੋਨ ਨਾ ਕਰੋ, ਸਾਡਾ ਸਾਰਾ ਕੰਮ ਖਰਾਬ ਹੁੰਦਾ। ਫਿਰ ਕਹਿੰਦੇ ਪਹਿਲਾਂ ਰੱਬ ਵਿਸਾਰਿਆ, ਜੀ ਜੀ ਮੁੜ ਕੇ ਮਾਂ ਪਿਓ ਵਿਸਾਰ ਦਿੱਤੇ। ਜੀ ਮੋਹੇ ਦਾ ਮੇਲ ਵੇਖ ਅੰਗ ਨ ਮਾਵਨ ਮਾਂ ਪਿਓ ਬਾਰੇ। ਕਹਿੰਦੇ ਫਿਰ ਮਾਪੇ ਨੂੰ ਤੇ ਪੁੱਤਰ ਦਾ ਮੇਲ ਵੇਖ ਕੇ ਆਪਣੇ ਸਰੀਰ ਵਿੱਚ ਫੁੱਲੇ ਨਹੀਂ ਸਮਾਉਂਦੇ ਸਨ ਜੀ 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 ਕਿ ਹੁਣ ਸਾਨੂੰ ਪੁੱਤਰ ਖੱਟੀਆਂ ਖੱਟ ਕੇ ਖਵਾਊ। ਜੀ ਜੀ ਭਾਵ ਜਿੱਦਣ ਮਾਂ ਪਿਓ ਨੇ ਪੁੱਤ ਪਾਲਿਆ ਸੀ ਨਾ, ਕਹਿੰਦੇ ਜੀ ਜੀ ਉਦਣ ਮਾਂ ਪਿਓ ਤੇ ਆਪਣੀ ਨੌਂ ਤੇ ਪੁੱਤ ਦਾ ਮੇਲ ਦੇਖ ਕੇ ਇੰਨਾ ਖੁਸ਼ ਹੁੰਦੇ ਸੀ ਜੀ 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 ਕਿ ਇਹ ਦੋ ਇੱਕੋ ਜਿਹੇ ਨੇ। ਹਾਂਜੀ ਨੂੰ ਸਾਡੀ ਸੇਵਾ ਕਰੂ, ਜੀ ਜੀ ਪੁੱਤ ਸਾਨੂੰ ਕਮਾਈ ਕਰਕੇ ਲਿਆ ਕੇ ਤਾਂ ਬੈਠਿਆਂ ਨੂੰ ਛਕਾਊਗਾ। ਹਾਂਜੀ ਹਾਂਜੀ ਹੈ ਜੀ। ਪਰ ਕੀ ਪਤਾ ਸੀ ਨੂੰ ਨਿਤਮੰਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਪਰ ਕਹਿੰਦੇ ਨੂੰ ਅਜਿਹੀ ਭਾਗ ਭਰੀ ਉੱਠੀ ਜੀ ਜੀ ਕਿ ਨਿਤ ਆਪਣੇ ਪਤੀ ਨੂੰ ਖੋਟੀ ਪੱਟੀ ਪੜਾਉਂਦੀ ਹੈ ਕਿ ਤੇਰੇ ਵੱਡੇ ਹਥਿਆਰੇ ਹਨ ਮਾਂ ਪਿਓ, ਜੀ 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 ਹੈ ਤੇਰੇ ਖੂਨ ਦੇ ਪਿਆਸੇ ਹਨ, ਹਾਂਜੀ ਇਹਨਾਂ ਨੂੰ ਛੱਡ ਜੇ ਭਲਾ ਚਾਹੁੰਦਾ। ਜੀ 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 ਉਹ ਹਮੇਸ਼ਾ ਹੀ ਕਹਿੰਦੀ ਹੈ ਵੀ ਜੇ ਤੂੰ ਆਪਣਾ ਕੁਝ ਬਣਾਉਣਾ, ਤੇਰਾ ਘਰ ਬਣ ਜੂ, ਤੇਰੇ ਖਾਨੇ ਬਣ ਜਾਣਗੇ, ਗਾਂ ਆਪਣੇ ਪੁੱਤਾਂ ਲਈ ਜੋੜਨਾ ਤੇ ਤੈਨੂੰ ਆਪਣੇ ਮਾਂ ਪਿਓ ਛੱਡਣੇ ਪੈਣਗੇ। ਜੀ 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 ਐਸੀ ਪੱਟੀ ਪੜਾਈ। ਜੀ ਜੀ ਫਿਰ ਕਹਿੰਦੇ ਬਾਖੋ ਹੋਵੇ ਪੁੱਤ ਰੰਨ ਲੈ। ਵੱਖ ਹੋ ਜਾਂਦਾ। ਹਾਂਜੀ। ਮਾਂ ਪਿਓ ਦੇ ਉਪਕਾਰ ਵਿਸਾਰੇ। ਜੀ 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 ਕਹਿੰਦੇ ਪੁੱਤਰ ਆਪਣੀ ਬਹੂਟੀ ਨੂੰ ਲੈ ਕੇ ਅੱਡ ਹੋ ਜਾਂਦਾ, ਜੀ ਜੀ ਮਾਪਿਆਂ ਦੇ ਸਾਰੇ ਉਪਕਾਰ ਵਿਸਾਰ ਦਿੰਦਾ। ਜੀ 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 ਭਾਵ ਆਪਣੇ ਨਿਆਣੇ ਲੈ, ਜੀ ਆਪਣੇ ਪਰਿਵਾਰ ਨੂੰ ਲਿਆ, ਜੀ ਜੀ ਵੱਖਰਾ ਹੋ ਗਿਆ, ਠੀਕ ਹੈ ਵਿੱਚੋਂ ਕੰਧ ਕੱਢਤੀ ਵੀ ਮਾਂ ਪਿਓ ਨੂੰ ਅਸੀਂ ਨਹੀਂ ਸਾਂਭ ਸਕਦੇ। ਜੀ ਜੀ ਤੁਸੀਂ ਦੇਖੋ ਲੋਕਾਂ ਚਾਰ ਹੋਏ ਵੱਡੇ ਕੁਚਾਰੇ। ਕਹਿੰਦੇ ਲੋਕਾਂ ਦੇ ਕਰਤੱਵ ਬੜੇ ਕੁਚਾਰ, ਖੋਟੀ ਚਾਲ ਵਾਲੇ ਹੋ ਗਏ ਜੀ ਜੀ ਹਨ।
ਭਾਵ ਅੱਜ ਦੇ ਟਾਈਮ 'ਚ ਲੋਕ ਇਦਾਂ ਦੇ ਹੋ ਗਏ ਜੀ ਜੀ ਵੀ ਆਪਣੇ ਮਾਂ ਪੇ ਦੇ ਸਾਰੇ ਉਪਕਾਰ ਵਿਸਾਰ ਕੇ ਜੀ ਜੀ ਆਪਣੀ ਪਤਨੀ ਜਾਂ ਪਤਨੀ ਪਤੀ ਪਿੱਛੇ ਲੱਗ ਕੇ ਆਪਣੇ ਮਾਂ ਪੇ ਨੂੰ ਛੱਡ ਕੇ ਵੱਖਰੇ ਹੋ ਜਾਂਦੇ ਤੇ ਮਾਂ ਪੇ ਰੁਲਦੇ ਰਹਿੰਦੇ ਆ। ਜੀ 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 ਤੇ ਆਪਾਂ ਆਮ ਕਰਕੇ ਗੱਲ ਕਰੀਦੀ ਆ ਹਾਂਜੀ ਕਿ ਮਾਂ ਦੁੱਖ ਜਾਣ ਕੇ 5 ਪੁੱਤ ਪੈਦਾ ਕਰਦੀ ਹੈ, ਜੀ 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 ਹਨਾ ਜੀ, ਹਾਂਜੀ ਤੇ 5 ਰਲ ਕੇ ਮਾਂ ਪੇ ਨਹੀਂ ਸਾਂਭਦੇ। ਜੀ ਜੀ ਮਹੀਨਾ ਮਹੀਨਾ ਪਾ ਲੈਂਦੇ ਆ, ਮਹੀਨਾ 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 ਤੇਰੇ ਰਹੂ ਬੁੜੀ ਬੁੜਾ, ਹਾਂਜੀ ਜਾਂ ਕਹਿਣਗੇ ਮਾਂ ਤੂੰ ਰੱਖ ਲੈ ਪੇ ਮੈਂ ਰੱਖ ਲੂੰ। ਜੀ 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 ਤੇ ਸਾਡੇ ਲੋਕਾਂ ਦੀ ਬੋਲੀ ਪਤਾ ਕੀ ਹੁੰਦੀ ਪਿਆਰਿਓ, ਜੀ ਕਹਿਣਗੇ ਮਾਂ ਪੇ ਅਸੀਂ ਰੱਖੇ ਹੋਏ ਆ। ਹਾਂਜੀ ਹਾਂਜੀ ਦੇਖੋ ਕਿੱਡਾ ਛੋਟਾ ਸ਼ਬਦ ਆ, ਇਦਾਂ ਇਦਾਂ ਜਦ ਕਿ ਇਹ ਨਹੀਂ ਕਹਿੰਦੇ ਵੀ ਅਸੀਂ ਆਪਣੇ ਮਾਂ ਪੇ ਨਾਲ ਰਹਿੰਦੇ ਆ। ਜੀ 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 ਸਾਡੇ ਲੋਕ ਕਹਿਣਗੇ ਅਸੀਂ ਮਾਂ ਪੇ ਰੱਖੇ ਹੋਏ ਆ। ਜੀ ਜੀ ਤੇ ਮਹਾਂਪੁਰਸ਼ ਦੱਸਿਆ ਕਰਦੇ ਸੀ, ਗਿਆਨੀ ਮਾਨ ਸਿੰਘ ਝੌਰ ਕਿਹਾ ਕਰਦੇ ਸੀ ਹਾਂਜੀ ਹਾਂਜੀ ਵੀ ਦੁਨੀਆ ਦਾ ਚੱਕਰਵਰਤੀ ਰਾਜਾ ਹੋਵੇ, ਜੀ ਜੀ ਜੇ ਨ ਆਪਣੀ ਮਾਂ ਨੂੰ ਦੁਖੀ ਕੀਤਾ ਹੈ ਹਾਂਜੀ ਹਾਂਜੀ ਉਹਨੂੰ ਇੱਥੇ ਤੱਕ ਹੀ ਉਹਨੂੰ ਅਗਲੇ ਜਹਾਨ 'ਚ ਵੀ ਨਰਕਾਂ 'ਚ ਵੀ ਥਾਂ ਨਹੀਂ ਮਿਲਣਾ, ਜੀ ਜੀ ਜਿਨ ਮਾਂ ਦਾ ਹਿਰਦਾ ਜਿਨ ਪੇ ਦਾ ਹਿਰਦਾ ਦਿਖਾਇਆ। ਜੀ ਜੀ ਹੁਣ ਪੁੱਤ ਤਾਂ ਹੋ ਗਿਆ ਜੀ ਵੱਖਰਾ, ਜੀ ਜੀ ਮਾਂ ਪੇ ਛੱਡਤੇ ਜੀ ਜੀ ਤੇ ਵੱਖਰਾ ਹੋ ਕੇ ਕਮਾਈ ਵੀ ਕਰਦਾ ਹੈ, ਘਰ ਵੀ ਬਣਾਉਂਦਾ ਹੈ, ਠੀਕ ਹੈ ਜੀ ਫਿਰ ਦਾਨ ਪੁੰਨ ਬਹੁਤ ਕਰਦਾ। ਹਾਂਜੀ ਹਾਂਜੀ ਜਿੱਦਾਂ ਮੰਨ ਲਓ ਬਈ ਮੈਂ ਤੁਹਾਨੂੰ ਪਿੰਡ ਭੇਜ ਦੂੰ ਸੇਵਾ ਗੁਰਦੁਆਰੇ ਕਮਰਾ ਬਣਾ ਲਓ। ਹਾਂਜੀ ਹਾਂਜੀ ਹੁਣ ਭਾਈ ਸਾਹਿਬ ਫਿਰ ਅੱਗੇ ਇਹ ਦੱਸ ਰਹੇ ਨੇ ਵੀ ਜਿਹੜੇ ਬੰਦੇ ਮਾਂ ਪੇ ਨੂੰ ਧੱਕਾ ਦਿੰਦੇ ਆ ਜੀ 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 ਤੇ ਚੰਗੇ ਬਣਦੇ ਲੋਕਾਂ 'ਚ, ਜੀ ਉਹਨਾਂ ਦੀ ਬਾਬਤ ਕੀ ਕਹਿ ਰਹੇ ਨੇ, ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਕਹਿੰਦੇ ਮਾਪਿਆਂ ਨੂੰ ਤਿਆਗ ਕੇ, ਭਾਵ ਮਾਪਿਆਂ ਨੂੰ ਧੱਕਾ ਦੇ ਕੇ ਜੀ ਜੀ ਜੇ ਕੋਈ ਬੰਦਾ ਕਿਸੇ ਧਰਮ ਦੀ ਪੁਸਤਕ ਜਾਂ ਗ੍ਰੰਥ ਸੁਣੇ, ਜੀ ਜੀ ਉਹਦੀ ਕਥਾ ਸੁਣੇ, ਜੀ ਉਹ ਕਦੇ ਉਸ ਗ੍ਰੰਥ ਦਾ ਉਸ ਕਥਾ ਦਾ ਭੇਦ ਨਹੀਂ ਜਾਣੂਗਾ। ਜੀ ਉਹ ਤਾਂ ਉਹਦੇ ਲਈ ਇੱਕ ਕਹਾਣੀ ਜੀ ਬਣ ਕੇ ਰਹਿ ਜੂ ਵੀ ਜਾਓ ਟਾਈਮ ਪਾਸ ਕਰੋ ਤੇ ਘਰ ਨੂੰ ਆ ਜਾਓ। ਹਾਂਜੀ ਹਾਂਜੀ ਆਪਾਂ ਅੱਜ ਦੇਖਦੇ ਇਦਾਂ ਹੀ ਹੁੰਦੀ ਹੈ। ਇਦਾਂ ਹੀ ਇਦਾਂ ਹੀ ਇਦਾਂ ਹੀ ਟਾਈਮ ਪਾਸ ਜ਼ਿਆਦਾ ਜੀ। ਕਿੰਨੇ ਕਥਾ ਸਮਾਗਮ ਹੁੰਦੇ ਆ, ਕਿੰਨੇ ਕੀਰਤਨ ਸਮਾਗਮ ਹੁੰਦੇ ਰਹੇ ਆ, ਹਾਂਜੀ ਹਾਂਜੀ ਅਸਰ ਹੋਇਆ ਕਿਸੇ ਤੇ? ਉਹ ਤਾਂ ਨਹੀਂ ਹੁੰਦਾ ਕਿਉਂਕਿ ਲੋਕ ਘਰ ਵਿੱਚ ਮਾਂ ਪੇ ਦੀ ਸੇਵਾ ਨਹੀਂ ਕਰਦੇ, ਧੱਕਾ ਦਿੰਦੇ ਆ ਜੀ ਜੀ ਤੇ ਘਰ 'ਚ ਮਾਂ ਪੇ ਨੂੰ ਦੁਖੀ ਕਰਕੇ ਬਾਹਰ ਆ ਕੇ ਚੰਗੇ ਬਣਦੇ ਵੀ ਮੇਰੇ ਜਿੱਡਾ ਗੁਰਮੁਖ ਕੋਈ ਨਹੀਂ, ਜੀ 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 ਹਨਾ। ਕਹਿੰਦੇ ਜਿਹੜਾ ਮਾਂ ਪੇ ਨੂੰ ਤਿਆਗ ਕੇ ਵੇਦਾਂ ਗ੍ਰੰਥਾਂ ਦੀ ਕਥਾ ਵੀ ਸੁਣੂਗਾ ਕਿਸੇ ਕੰਮ ਨਹੀਂ, ਜੀ ਜੀ ਉਹਦੇ ਲਈ ਇੱਕ ਕਹਾਣੀ ਬਣ ਕੇ ਰਹਿ ਜਾਊਗੀ। ਜੀ ਮਾਂ ਪਿਓ ਪਰ ਹਰ ਕਰੈ ਤਪ, ਵਣ ਖੰਡ ਭੁੱਲਾ ਫਿਰੈ ਬੇਬਾਣੀ। ਕਹਿੰਦੇ ਮਾਂ ਪਿਓ ਨੂੰ ਤਿਆਗ ਕੇ ਬਣਾ ਵਿੱਚ ਜਾ ਕੇ, ਭਾਵ ਜੰਗਲਾਂ 'ਚ ਜਾ ਕੇ ਜੀ ਜੀ ਜੇ ਕੋਈ ਤਪ ਕਰਦਾ, ਹਾਂਜੀ ਉਹ ਬੀਆ ਬਾਣ ਵਿਖੇ ਭੁੱਲਾ ਫਿਰਦਾ ਹੈ, ਭਾਵ ਉਹ ਇਦਾਂ ਆ ਵੀ ਇੱਕ ਰਾਹੋਂ ਭੁੱਲਾ ਰਾਹੀ ਭਟਕਦਾ ਫਿਰਦਾ। ਜੀ 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 ਉਹਦਾ ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕੀਤਾ ਕਿਸੇ ਕੰਮ ਨਹੀਂ, ਜਿਹਦੇ ਘਰ ਮਾਂ ਪੇ ਰੁਲਦੇ ਆ। ਜੀ ਜੀ ਉਹਦਾ ਜੰਗਲਾਂ ਵਿੱਚ ਜਾ ਕੇ ਤਪ ਕੀਤਾ ਕਿਸੇ ਕੰਮ ਨਹੀਂ, ਜੀ ਜੀ ਹਨਾ ਜੀ। ਫਿਰ ਮਾਂ ਪਿਓ ਪਰ ਹਰ ਕਰੈ ਪੂਜ, ਦੇਵੀ ਦੇਵ ਨ ਸੇਵ ਕਮਾਣੀ। ਜੀ ਜੀ ਕਹਿੰਦੇ ਜਿਹੜਾ ਬੰਦਾ ਮਾਂ ਪਿਓ ਨੂੰ ਛੱਡ ਕੇ ਪੂਜਾ ਕਰਦਾ, ਜੀ ਇਹਦੀ ਕਰ ਲਓ ਪੂਜਾ, ਉਹਦੀ ਪੂਜਾ ਕਰ ਲਓ, ਇੱਥੇ ਭੋਗ ਲਵਾ ਦਿਓ ਮਹਾਰਾਜ ਨੂੰ, ਉੱਥੇ ਭੋਗ ਲਵਾ ਦਿਓ। ਜੀ 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 ਕਹਿੰਦੇ ਉਹਦੀ ਪੂਜਾ, ਉਹਦੀ ਸੇਵਾ ਦੇਵੀ ਦੇਵਤੇ ਗੁਰੂ ਕਦੇ ਵੀ ਪ੍ਰਵਾਨ ਨਹੀਂ ਕਰਦੇ। ਜੀ ਜਿਹਦਾ ਮਾਂ ਪੇ ਘਰ 'ਚ ਭੁੱਖਾ ਆ, ਜੀ ਮਾਂ ਪੇ ਘਰ ਦੇ ਵਿੱਚ ਜਿਹੜਾ ਆ ਉਹ ਪਿਆਸਾ ਆ, ਜੀ ਤੇ ਇਹ ਜਾ ਕੇ ਛਬੀਲ ਲਾਵੇ ਸੜਕ ਦੇ ਉੱਤੇ। ਹਾਂਜੀ ਹਾਂਜੀ ਮੁੰਡਾ ਨਹੀਂ ਬਾਪੂ ਨੂੰ ਪਾਣੀ ਨਹੀਂ ਦਿੱਤਾ, ਆ ਜਿੱਦਾਂ ਬਾਪੂ ਨਹੀਂ ਮਾਂ, ਮਾਂ ਨੂੰ। ਹਾਂਜੀ ਮਾਂ ਕਹਿੰਦੀ ਪੁੱਤ ਪਾਣੀ ਦੇ ਦੇ, ਅੱਛਾ ਕਹਿੰਦਾ ਮਾਂ ਬੁੜੀਏ ਬੁੜੇ ਨੂੰ ਕਹਿ ਲਾ ਅੱਛਾ ਮੈਂ ਬਹੁਤ ਜ਼ਰੂਰੀ ਕੰਮ ਚੱਲਾਂ। ਤੇ ਜਦੋਂ ਬਜ਼ੁਰਗ ਪਾਣੀ ਲੈ ਕੇ ਆਉਂਦਾ ਘਰ ਵਾਲੀ ਲਈ, ਫਿਰ ਉਹ ਪੁੱਛਦੀ ਵੀ ਮੁੰਡਾ ਬਹੁਤ ਕਾਹਲਾ ਸੀ ਕਿੱਥੇ ਗਿਆ? ਜੀ 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 ਕਹਿੰਦੀ ਛਬੀਲ ਲਾਈ ਆ, ਉੱਥੇ ਸੇਵਾ ਕਰਨ ਗਿਆ। ਹਾਂਜੀ ਹਾਂਜੀ ਭਾਵ ਇਦਾਂ ਦੇ ਜਿਹੜੇ ਦਾਨੀ ਆ ਨਾ, ਹਾਂਜੀ ਹਾਂਜੀ ਮਾਂ ਪਿਓ ਨੂੰ ਛੱਡ ਕੇ ਤਾਂ ਗੁਰੂ ਜਾਂ ਦੇਵੀ ਜਾਂ ਦੇਵਤਿਆਂ ਨੂੰ ਭੋਗ ਲਵਾਉਂਦੇ ਆ। ਜੀ 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 ਕਹਿੰਦੇ ਉਹਨਾਂ ਦੀ ਸੇਵਾ ਕਦੇ ਵੀ ਦੇਵੀ ਦੇਵਤੇ ਜਾਂ ਗੁਰੂ ਪ੍ਰਵਾਨ ਨਹੀਂ ਕਰਨਗੇ। ਬਿਲਕੁਲ ਸਹੀ। ਮਾਂ ਪਿਓ ਪਰ ਹਰ ਨਾਵਣਾ, 860 ਤੀਰਥ ਘੁੰਮਣ ਵਾਣੀ। ਕਹਿੰਦੇ ਮਾਂ ਪਿਓ ਨੂੰ ਛੱਡ ਕੇ 68 ਤੀਰਥਾਂ ਤੇ ਇਸ਼ਨਾਨ ਕਰਦਾ ਫਿਰੇ। ਜੀ 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 ਉਹ ਸਿਰਫ ਉਹਦਾ ਘੁੰਮਣ ਵਾਣੀ ਹੈ, ਗੇੜਾ ਹੀ ਹੈ, ਜੀ ਜੀ ਆਉਣ ਜਾਣ ਹੀ ਹੈ। ਜੀ ਜੀ ਉੱਥੇ ਤੀਰਥਾਂ ਤੇ ਉਹਦਾ ਨਾਤਾ ਕਿਸੇ ਕੰਮ ਨਹੀਂ। ਠੀਕ ਹੈ ਵੀ ਮਾਂ ਪਿਓ ਤੇਰੇ ਰੁਲਦੇ ਐ, ਤੂੰ ਤੀਰਥਾਂ ਤੇ ਯਾਤਰਾ ਕਰਦਾ ਫਿਰਦਾ ਹੈ, ਅੱਛਾ ਮਾਂ ਪਿਓ ਤੇਰੇ ਦੁਖੀ ਐ, ਹਾਂਜੀ ਉਹ ਤੇਰੇ ਤੀਰਥਾਂ ਤੇ ਇਸ਼ਨਾਨ ਕੀਤੇ ਕਿਸੇ ਕੰਮ ਨਹੀਂ ਹੈ। ਅੱਗੇ ਕਹਿੰਦੇ ਮਾਂ ਪਿਓ ਪਰ ਹਰ ਕਰੈ ਦਾਨ, ਜੀ ਬੇਈਮਾਨ ਅਗਿਆਨ ਪ੍ਰਾਣੀ। ਕਿੰਨੀ ਕੰਮ ਦੀ ਗੱਲ ਹੈ ਹਾਂਜੀ ਹਾਂਜੀ ਵੀ ਜਿਹੜਾ ਬੰਦਾ ਮਾਂ ਪਿਓ ਨੂੰ ਧੱਕਾ ਦੇ ਕੇ ਤੇ ਬਾਹਰ ਦਿਖਾਵਾ ਕਰੇ ਮੇਰੇ ਵਰਗਾ ਦਾਨੀ ਕੋਈ ਨਹੀਂ। ਜੀ ਜੀ ਲਾ ਦਿਓ ਲੱਖ ਰੁਪਈਆ, ਮੈਂ ਬਣਾ ਦੂੰ ਕਮਰਾ ਧਰਮਸ਼ਾਲਾ 'ਚ। ਜੀ ਜੀ
ਬਣਾ ਦਿਓ ਗੁਰਦੁਆਰੇ ਮੇਰੇ ਨਾਂ ਦੇ ਪੱਖੇ ਲਾ ਦਿਓ 10, ਹਾਂਜੀ ਹਾਂਜੀ ਮੇਰਾ ਦੇਸੀ ਘੀ ਦਾ ਲੰਗਰ ਚੱਲੂਗਾ ਜੀ। ਜੀ ਜੀ ਕਹਿੰਦੇ ਜਿੰਨਾ ਮਰਜ਼ੀ ਦਾਨ ਕਰੀ ਜਾਵੇ ਉਹਨੂੰ ਦਾਨੀ ਨਾ ਸਮਝਿਓ। ਜੀ 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 ਵੱਡਾ ਬੇਈਮਾਨ ਬੰਦਾ ਹੈ ਜਿਹਦੇ ਮਾਂ ਪਿਓ ਰੁਲਦੇ ਆ ਤੇ ਇਹ ਦਾਨ ਕਰਦਾ ਫਿਰਦਾ ਬਾਹਰ ਲੋਕਾਂ 'ਚ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ। ਜੀ ਜੀ ਉਹ ਦਾਨੀ ਨਹੀਂ, ਮਰ ਕਹਿੰਦੇ ਬੇਈਮਾਨ ਆਦਮੀ ਹੈ। ਜੀ ਜੀ ਮਾਂ ਪਿਓ ਪਰ ਹਰ ਵਰਤ ਕਰ, ਮਰ ਮਰ ਜੰਮੈ ਭਰਮ ਭੁਲਾਣੀ। ਜੀ ਜੀ ਮਾਂ ਪਿਓ ਨੂੰ ਛੱਡ ਕੇ ਵਰਤ ਕਰੇ, ਜਿਹੜਾ ਵੱਖ-ਵੱਖ ਵਰਤਾਂ ਨੂੰ ਕਰੇ ਤੇ ਮਾਂ ਪਿਓ ਰੁਲਦੇ ਹੋਣ। ਕਹਿੰਦੇ 84 ਲੱਖ ਜੂਨੀਆਂ 'ਚ ਭਰਮ ਦਾ ਹੋਇਆ ਭੁੱਲਾ ਹੋਇਆ ਫਿਰਦਾ ਹੀ ਰਹਿੰਦਾ ਹੈ। ਜੀ ਜੀ ਆਉਂਦਾ ਰਹਿੰਦਾ ਹੈ, ਜਾਂਦਾ ਰਹਿੰਦਾ ਹੈ, ਮਰ ਮਰ ਜੰਮੈ ਭਰਮ ਭੁਲਾਣੀ। ਜੀ ਜੀ ਇਸੇ ਭਰਮ 'ਚ ਕਿ ਖਰੇ ਮੇਰੀ ਸੇਵਾ ਸਫਲ ਹੋ ਗਈ। ਜੀ ਜੀ ਮਾਂ ਪਿਓ ਭਰ ਪਿੱਛੇ ਰੁਲਦੇ ਆ ਜੀ ਤੇ 84 ਲੱਖ ਜੂਨ 'ਚ ਕਹਿੰਦੇ ਆਉਂਦਾ ਜਾਂਦਾ ਰਹੇਗਾ। ਇਹਨੂੰ ਕਦੇ ਵੀ ਰੱਬ ਦੀ ਪ੍ਰਾਪਤੀ ਨਹੀਂ, ਗੁਰ ਪਰਮੇਸ਼ਰ ਸਾਰ ਨਾ ਜਾਣੀ। ਜੀ ਜੀ ਅਖੀਰ 'ਚ ਭਾਈ ਗੁਰਦਾਸ ਜੀ ਕਹਿੰਦੇ ਆ ਉਸ ਬੰਦੇ ਨੂੰ ਕਿਉਂ ਨਹੀਂ ਢੋਈ ਮਿਲਦੀ, ਜੀ ਕਿਉਂਕਿ ਉਹਨੇ ਪਰਮੇਸ਼ਰ ਦੀ ਕਾਦਰ ਦੀ ਕੁਦਰਤ ਨੂੰ ਸਮਝਿਆ ਹੀ ਨਹੀਂ, ਜੀ ਜੀ ਉਹਨੇ ਸਾਰ ਨੂੰ ਜਾਣਿਆ ਹੀ ਨਹੀਂ। ਜੀ ਭਾਵ ਜੀ ਕਿ ਉਹਨੇ ਇਹ ਜਾਣਿਆ ਹੀ ਨਹੀਂ ਕਿ ਜਿੱਦਣ ਮੈਂ ਜਨਮ ਲੈ ਕੇ ਆਇਆ ਜੀ ਜੀ ਤੇ ਮੈਨੂੰ ਮਾਂ ਨੇ ਜਨਮ ਦਿੱਤਾ, ਮੈਂ ਉਸੇ ਮਾਂ ਨੂੰ ਸੰਭਾਲਣਾ ਸੀ, ਠੀਕ ਪਰ ਮੈਂ ਮਾਂ ਨੂੰ ਰੋਲਿਆ। ਉਹਨੇ ਗੁਰੂ ਦੀ ਉਹਨ ਪਰਮੇਸ਼ਰ ਦੀ ਸਾਰ ਨੂੰ ਜਾਣਿਆ ਨਹੀਂ। ਜੀ ਜੀ ਤੇ ਇਸੇ ਨੂੰ ਆਪਾਂ ਪੜ੍ਹ ਕੇ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ ਵੀ ਗੱਲ ਕਰਦੇ ਆਂ, ਹਾਂਜੀ ਹਾਂਜੀ ਫਿਰ ਸੰਗਤ ਦੇ ਸਵਾਲ ਵੀ ਲੈਨੇ ਆ। ਠੀਕ ਹੈ ਜੀ। ਸਾਰ ਨ ਜਾਣੀ ਗੁਰ ਪਰਮੇਸ਼ਰ, ਸਾਰ ਨ ਜਾਣੀ ਗੁਰ ਪਰਮੇਸ਼ਰ। ਸਾਰ ਨਾ ਜਾਣੀ ਗੁਰ ਪਰਮੇਸ਼ਰ, ਸਾਰ ਨਾ ਜਾਣੀ ਗੁਰ ਪਰਮੇਸ਼ਰ। ਸਾਰ ਨ ਜਾਣੀ ਗੁਰ ਪਰਮੇਸ਼ਰ, ਸਾਰ ਨ ਜਾਣੀ ਗੁਰ ਪਰਮੇਸ਼ਰ। ਸਾਰ ਨਾ ਜਾਣੀ ਗੁਰ ਪਰਮੇਸ਼ਰ, ਸਾਰ ਨਾ ਜਾਣੀ ਗੁਰ ਪਰਮੇਸ਼ਰ। ਉਸ ਇਨਸਾਨ ਨੇ ਕਹਿੰਦੇ ਉਸ ਇਨਸਾਨ ਨੇ ਕਦੇ ਉਸ ਪਰਮੇਸ਼ਰ ਦੀ ਸਾਰ ਨੂੰ ਜਾਣਿਆ ਹੀ ਨਹੀਂ ਜਿਹਨੇ ਕਦੇ ਮਾਂ ਪਿਓ ਦੀ ਸੇਵਾ ਨਹੀਂ ਕੀਤੀ। ਜੀ ਜੀ ਸੋ ਇਸ ਕਰਕੇ ਗੁਰਬਾਣੀ ਦੇ ਵਿੱਚ ਮਾਂ ਪਿਓ ਦੀ ਸੇਵਾ ਦੇ ਪ੍ਰਤੀ ਜੀ ਜੀ ਮਹਾਰਾਜ ਨੇ ਇਹ ਬਚਨ ਕੀਤੇ ਆ। ਹਾਂਜੀ। ਸੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੇ ਵਿੱਚੋਂ ਬਚਨ ਪੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਆ ਜਾਓ ਆ ਜਾਓ ਬਾਬਾ ਜੀ ਬੈਠੋ। ਉਹ ਕੋਈ ਨਹੀਂ ਵਿੱਚ ਨਹੀਂ ਆਉਣਾ। ਕੋਈ ਨਹੀਂ, ਕੁਛ ਨਹੀਂ ਹੁੰਦਾ। ਹਾਂਜੀ। ਸੋ ਧੰਨਵਾਦ ਤੁਹਾਡਾ, ਤੁਸੀਂ ਨਾਲ ਆ ਕੇ ਬੈਠੇ ਸਾਡੇ। ਸੋ ਇਹ ਗੁਰੂ ਸਾਹਿਬ ਜੀ ਦੀ ਇੱਧਰ ਨੂੰ ਕਰ ਲਓ ਥੋੜਾ ਜਿਹਾ, ਆ ਜਾਓਗੇ ਸਾਰੇ ਜਾਣੇ। ਚਲੋ ਆ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਕਹਿੰਦੇ ਆਪਣੇ ਪਿੰਡ ਬਿਰਧ ਆਸ਼ਰਮ ਖੁੱਲਾ ਬਾਬਾ ਜੀ, ਸੁਣਿਆ ਤਾਂ ਨਹੀਂ ਜੀ। ਲਾਗੇ ਛਾਗੇ ਕਿਤੇ ਖੁੱਲਾ ਹੋਊਗਾ। ਆਹੋ ਉਹ ਜਿਹੜੀ ਗੱਲ ਕਰਦੇ ਸੀ ਹਾਂਜੀ ਉਹ ਅਸੀਂ ਨਾ ਜੀ, ਮੈਂ ਦੱਸਦਾ ਸੰਗਤ ਵਧਾਈਆਂ ਨੂੰ। ਦਿੰਦੇ ਤੁਹਾਨੂੰ ਬਿਰਧ ਆਸ਼ਰਮ ਖੁੱਲਾ। ਹਾਂਜੀ। ਇੱਥੇ ਲਾਗੇ ਆ ਕਿਤੇ ਪਿੰਡ 'ਚ ਸਾਨੂੰ ਫੋਨ ਆਇਆ ਸੀਗਾ, ਅੱਛਾ ਜੀ। ਇਸ ਕਰਕੇ ਉਹ ਵਧਾਈਆਂ ਦੇਣ ਡਏ ਤੁਹਾਨੂੰ। ਬਿਰਧ ਆਸ਼ਰਮ ਖੁੱਲਾ। ਅੱਗੇ ਹੁਣ ਬਾਬਾ ਜੀ ਕੋ ਪੁੱਛ ਲਓ ਵੀ ਖੁੱਲਣੇ ਚਾਹੀਦੇ ਕਿ ਨਹੀਂ। ਨਹੀਂ ਚਾਹੀਦੇ, ਬਿਲਕੁਲ ਬਿਲਕੁਲ। ਇਹ ਜਿਹੜੀ ਗੱਲ ਕਰ ਰਿਹਾ ਇਹਦੇ ਨਾ ਵਿੱਚ ਸੁਣੋ। ਬਾਬਾ ਜੀ, ਜਿਹੜੀ ਗੱਲ ਕਰ ਰਿਹਾ ਵਧਾਈਆਂ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵੀ ਆਪਾਂ ਗੱਲ ਕਰਦੇ ਆਂ ਮਾਂ ਪਿਓ ਦੀ ਸੇਵਾ ਬਾਰੇ। ਪਰ ਉਸ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਦੱਸਦਾ ਸਾਡੇ ਨਾਲ ਬੀਤਿਆ। ਹਾਂਜੀ ਹਾਂਜੀ ਅਸੀਂ ਕਿਸੇ ਪਿੰਡ ਸਮਾਗਮ ਤੇ ਗਏ ਜੀ। ਹਾਂਜੀ ਸਮਾਗਮ ਤੇ ਗਏ ਤਾਂ ਸਾਡੇ ਤੋਂ ਪਹਿਲਾਂ ਨਾ ਦਰਬਾਰ ਸਾਹਿਬ ਦਾ ਜਥਾ ਕੀਰਤਨ ਕਰਦਾ ਸੀ। ਹਾਂਜੀ ਜੋੜ ਮੇਲਾ ਸੀ ਸਾਲਾਨਾ ਕੋਈ। ਹਾਂਜੀ ਹਾਂਜੀ ਬਾਅਦ ਵਿੱਚ ਸਾਡਾ ਟਾਈਮ ਸੀ ਹਾਂਜੀ ਤੇ ਸਾਨੂੰ ਸੈਕਟਰੀ ਸਾਹਿਬ ਟਾਈਮ ਦੇਣ ਲੱਗੇ ਹਾਂਜੀ ਤਾਂ ਉਹਨਾਂ ਨੇ ਮਾਈਕ 'ਚ ਬੋਲਿਆ ਵੀ ਇਲਾਕੇ ਨੂੰ ਵਧਾਈਆਂ, ਆਪਣੇ ਇਲਾਕੇ 'ਚ 100 ਬੈੱਡ ਦਾ ਬਿਰਧ ਆਸ਼ਰਮ ਖੁੱਲਾ। ਬਾਬਾ ਸੰਗਤ ਮੋਹਰੇ ਸੁਣਦੀ ਸੀ। ਬਹੁਤ ਪੰਡਾਲ ਭਰਿਆ ਪਿਆ ਸੀ ਹਨਾ, ਹਾਂਜੀ ਹਾਂਜੀ ਵੀ ਤੁਹਾਨੂੰ ਵਧਾਈਆਂ, ਆਪਣੇ ਇਸ ਇਲਾਕੇ 'ਚ ਬਿਰਧ ਆਸ਼ਰਮ ਖੁੱਲਾ। ਖੁੱਲ ਗਿਆ। ਹੁਣ ਆਪਣੇ ਤੋਂ ਨਹੀਂ ਰਹਿ ਹੁੰਦਾ ਬੋਲਣੋਂ ਜੀ ਬਿਲਕੁਲ ਬਿਲਕੁਲ ਜੀ। ਵੀ ਬਾਣੀ ਕੀ ਕਹਿੰਦੀ ਆ। ਕਹਿੰਦੇ ਹਾਂਜੀ। ਅਗਲਾ ਭਾਵੇਂ ਜੋ ਮਰਜੀ ਕਹੀ ਜਾਵੇ, ਜ਼ਿਆਦਾ ਸਿਆਣਾ ਜੇ ਕਿੱਦਾਂ। ਹੁਣ ਗੁਰੂ ਦੀ ਬੇਅਦਬੀ ਨਹੀਂ ਯਾਰ ਹੁੰਦੀ। ਹੁਣ ਬਾਣੀ ਕੀ ਕਹਿੰਦੀ ਆ ਤੇ ਆਪਾਂ ਕਾਦੀਆਂ ਵਧਾਈਆਂ ਦੇਣ ਰਹੇ ਨਾ। ਹਾਂਜੀ ਹਾਂਜੀ ਹੁਣ ਜਦੋਂ ਇਹ ਬਚਨ ਹੋਇਆ ਕੋਈ ਨਹੀਂ, ਜੀ ਜੀ ਜਦੋਂ ਇਹ ਬਚਨ ਹੋਇਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਸਾਡਾ ਸਮਾਂ ਸੀਗਾ ਜੀ ਹਾਂਜੀ ਸਟੇਜ ਤੇ। ਹਾਂਜੀ ਹਾਂਜੀ ਤੇ ਮੈਂ ਫਿਰ ਉੱਥੇ ਬੇਨਤੀ ਕੀਤੀ, ਮੈਂ ਕਿਹਾ ਵੀ ਸੈਕਟਰੀ ਸਾਹਿਬ ਨੇ ਸੰਗਤ ਨੂੰ ਵਧਾਈਆਂ ਦਿੱਤੀਆਂ ਜੀ 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 ਵੀ ਸੈਕਟਰੀ ਸਾਹਿਬ ਕਹਿੰਦੇ ਆ ਵੀ ਇਲਾਕੇ ਨੂੰ ਵਧਾਈਆਂ, ਆਪਣੇ ਇਲਾਕੇ 'ਚ ਬਿਰਧ ਆਸ਼ਰਮ ਖੁੱਲਿਆ ਖੁੱਲਿਆ। ਹਾਂਜੀ ਹੈ ਜੀ। ਹਾਂਜੀ ਹਾਂਜੀ। ਪਰ ਮੈਂ ਕਿਹਾ ਜੀ ਵਧਾਈਆਂ ਕਾਹਦੀਆਂ? ਕਾਹਦੀਆਂ? ਹਾਂਜੀ ਵਧਾਈਆਂ ਤਾਂ ਦਿਓ ਜੇ ਸਕੂਲ ਖੁੱਲਾ ਹੋਵੇ, ਹੋਵੇ ਬਿਲਕੁਲ। ਵੀ ਇੱਥੇ ਗਰੀਬਾਂ ਦੇ ਨਿਆਣੇ ਫ੍ਰੀ ਪੜ੍ਹਨਗੇ, ਪੜਨਗੇ ਬਿਲਕੁਲ। ਕੋਈ ਹਸਪੀਟਲ ਖੁੱਲਾ ਹੋਵੇ ਵੀ ਇੱਥੇ ਫ੍ਰੀ ਜਾਂ ਸਸਤਾ ਇਲਾਜ ਹੋਊਗਾ। ਇਜਾਜ਼ ਹੋਊਗਾ ਤਾਂ ਬਿਲਕੁਲ। ਬਿਰਧ ਆਸ਼ਰਮ ਤਾਂ ਤੁਸੀਂ ਰੋਵੋ,
ਰੋਹੂ ਬਿਲਕੁਲ ਵਧਾਈਆਂ ਕਾਹਦੀਆਂ ਜੇ 100 ਬੈੱਡ ਦਾ ਬਿਰਧ ਆਸ਼ਰਮ ਲੱਗਾ ਆ ਹਾਂਜੀ ਹਾਂਜੀ ਬਣਿਆ ਆ ਬਣਿਆ ਹਾਂਜੀ ਉਹ 50 ਜਾਂ 60 ਟੱਬਰ ਫੇਰ ਘਰੋਂ ਨਿਕਲ ਕੇ ਉੱਥੇ ਆਉਣਗੇ ਉੱਥੇ ਆਉਣਗੇ ਬਿਲਕੁਲ ਜੀ ਬੁੜਿਆਂ ਨੂੰ ਲੋਕ ਰੋਲਣਗੇ ਆ ਰੋਲਣਗੇ ਆਣ ਕੇ। ਹਨਾ ਵੀ ਵਧਾਈਆਂ ਕਾਹਦੀਆਂ ਬਿਰਧ ਆਸ਼ਰਮ ਦੀਆਂ ਕਾਹਦੀਆਂ ਵਧਾਈਆਂ ਹੁੰਦੀਆਂ ਹਨਾ ਇਸ ਕਰਕੇ ਗੱਲ ਮੈਨੂੰ ਚੇਤੇ ਆ ਗਈ ਨਹੀਂ ਉਹ ਚੰਗੀ ਗੱਲ ਸਮੇਂ ਨਾਲੇ ਆਪਣਾ ਵਿਸ਼ਾ ਇਹ ਚੱਲ ਰਿਹਾ ਨਾ ਚੱਲ ਰਿਹਾ ਨਾ ਤੇ ਬਈ ਮਤਲਬ ਕਹਿਣ ਦਾ ਵੀ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਕਰਨੀ ਨਹੀਂ ਕਰਨੀ ਬਿਲਕੁਲ ਉਹ ਸਟੇਜ ਤੋਂ ਸੈਕਟਰੀ ਸਾਹਿਬ ਕਹਿੰਦੇ ਵਧਾਈਆਂ ਇਹ ਮੈਨੂੰ ਕਹਿੰਦੇ ਵੀ ਹੋਰ ਨਾ ਸਾਨੂੰ ਸੱਦਣ ਨਾ ਮੁੜ ਕੇ ਹਾਂਜੀ ਹਾਂਜੀ ਮੈਂ ਕਿਹਾ ਨਾ ਸੱਦਣ ਨਾ ਸੱਦਣ ਸੱਚ ਤਾਂ ਸੱਚ ਪਰ ਜਿਹੜੀ ਲੋਕਾਂ ਦੇ ਵਿੱਚ ਨੈਗੇਟਿਵਿਟੀ ਜਾਂਦੀ ਆ ਬਿਲਕੁਲ ਹੁਣ ਉਹਨਾਂ ਨੇ ਤਾਂ ਕਹਿਤਾ ਖੜ ਕੇ ਵੀ ਵਧਾਈਆਂ ਹਾਂਜੀ ਹਾਂਜੀ ਪਰ ਇਹਦਾ ਮਤਲਬ ਕੀ ਨਿਕਲਦਾ ਮਤਲਬ ਕੀ ਨਿਕਲਦਾ ਜਿੱਦਾਂ ਪਿੱਛੇ ਜਿਹਾ ਗਾਣਾ ਨਹੀਂ ਆਇਆ ਸੀ ਜੀ ਆ ਗਏ ਪੱਗਾਂ ਪੋਚਮੀਆਂ ਵਾਲੇ ਹਾਂਜੀ ਹਾਂਜੀ ਰਹੀ ਬਚ ਕੇ ਨਹੀਂ ਰੰਗਲੇ ਦੁਪੱਟੇ ਵਾਲੀਏ ਵੀ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਪੱਗਾਂ ਵਾਲੇ ਬਚਾਉਂਦੇ ਸੀ ਕਿ ਫੜਦੇ ਸੀ ਉਹਨਾਂ ਨੂੰ ਸੀ ਹਾਂਜੀ ਹਾਂਜੀ ਹੁਣ ਗਾਣੇ ਦਾ ਮਤਲਬ ਕੀ ਨਿਕਲਦਾ ਕੀ ਨਿਕਲਦਾ ਇਹ ਦੇਖੋ ਹਾਂਜੀ ਵੀ ਪੱਗਾਂ ਵਾਲੇ ਕਦੇ ਧੀਆਂ ਭੈਣਾਂ ਦੀ ਇੱਜ਼ਤ ਰੋਲਦੇ ਆ ਕਿ ਬਚਾਉਂਦੇ ਆ ਆਉਂਦੇ ਆ ਹਾਂਜੀ ਹਨਾ ਫੇ ਜਦੋਂ ਇਹ ਗਾਣੇ ਦਾ ਮਤਲਬ ਸੰਗਤ ਨੂੰ ਦੱਸੀ ਤਾਂ ਫੇ ਕਹਿੰਦੇ ਉਹ ਤਾਂ ਸਾਰਾ ਹੀ ਗਲਤ ਆ ਸਾਰਾ ਹੀ ਗਲਤ ਆ ਬਿਲਕੁਲ ਆਪਣੀਆਂ ਹੀ ਧੀਆਂ ਭੈਣਾਂ ਨੂੰ ਨੱਚੀ ਜਾਂਦੇ ਹੱਥ ਕਰ ਨੱਚਾਉਂਦੇ ਆ ਕਰ ਬਿਲਕੁਲ ਹੈ ਨਾ ਜੀ ਹਾਂਜੀ ਨੱਚਦੇ ਆ ਇਕੱਠੇ ਸਾਰੇ ਸੋ ਇਹ ਗੱਲਾਂ ਹੁੰਦੀਆਂ ਵੀ ਜੇ ਬਿਰਧ ਆਸ਼ਰਮ ਖੁੱਲੇ ਕਿਉਂ ਖੁੱਲੇ ਕਿਉਂ ਖੁੱਲੇ ਉਹ ਖੁੱਲੇ ਹੀ ਤਾਂ ਕਿਉਂਕਿ ਸਾਡੇ ਲੋਕਾਂ ਨੇ ਮਾਪੇ ਸਾਂਭਿਆ ਹੀ ਨਹੀਂ ਸਾਂਭਿਆ ਹੀ ਨਹੀਂ ਜੇ ਸਾਂਭਿਆ ਹੋਵੇ ਬਿਰਧ ਆਸ਼ਰਮ ਖੁੱਲਣ ਕਿਉਂ ਪ੍ਰਭ ਆਸਰਾ ਬਿਰਧ ਆਸ਼ਰਮ ਹੈ ਜਦੋਂ ਆਪਾਂ ਚੰਡੀਗੜ੍ਹ ਨੂੰ ਜਾਈਏ ਨਾ ਕੁਰਾਲੀ ਹਾਂਜੀ ਪ੍ਰਭ ਆਸਰਾ ਆਸ਼ਰਮ ਦੇ ਵਿੱਚ ਇੱਕ ਇੰਟਰਵਿਊ ਕੀਤੀ ਚੈਨਲ ਨੇ MH1 ਨੇ ਕੀਤੀ ਸ਼ਾਇਦ ਜੀ ਜੀ ਉੱਥੇ 75 ਕੁ ਸਾਲ ਦੇ ਬਾਪੂ ਜੀ ਸੀਗੇ ਠੀਕ ਹੈ ਹਨਾ ਜੀ ਠੀਕ ਹੈ ਉਹਨਾਂ ਨੂੰ ਮਾਈਕ ਮੂਹਰੇ ਕੀਤਾ ਕਹਿੰਦੇ ਬਾਪੂ ਜੀ ਵੀ ਤੁਸੀਂ ਕਿੱਥੋਂ ਆ ਅੱਛਾ ਕਹਿੰਦਾ ਮੈਂ ਦਿੱਲੀ ਤੋਂ ਦਿੱਲੀ ਤੋਂ ਕੁਰਾਲੀ ਆਸ਼ਰਮ ਚ ਆਇਆ ਆਸ਼ਰਮ ਚ ਆਇਆ, ਹਾਂਜੀ ਕਹਿੰਦੇ ਵੀ ਕੀ ਗੱਲ ਘਰ ਕੋਈ ਹੈ ਨਹੀਂ ਹਾਂਜੀ ਕਹਿੰਦੇ 3 ਪੋਤੇ ਆ ਮੇਰੇ ਹਾਂਜੀ ਜਦੋਂ ਉਸ ਬਜ਼ੁਰਗ ਨੇ ਕਿਹਾ ਮੇਰੇ 3 ਪੋਤੇ ਆ ਜੀ ਜੀ ਉਹ ਕਹਿੰਦੇ ਫੇ ਰੋਟੀ ਨਾ ਖਾਣ ਨੂੰ ਹੋਊ ਵੀ ਤਾਂ ਹੀ ਤੁਹਾਨੂੰ ਬਿਰਧ ਆਸ਼ਰਮ 'ਚ ਛੱਡ ਗਏ ਛੱਡ ਗਿਆ ਹਾਂਜੀ ਕਹਿੰਦਾ ਨਹੀਂ ਮੇਰੀਆਂ 3 ਸਪੇਅਰ ਪਾਰਟ ਦੀਆਂ ਫੈਕਟਰੀਆਂ ਆ ਵਾਹ ਜੀ ਵਾਹ। ਹੈ ਹਾਂਜੀ ਹਾਂਜੀ ਫਿਰ ਕਹਿੰਦੇ ਤੁਸੀਂ ਇੱਥੇ ਕਿੱਦਾਂ ਪਹੁੰਚ ਗਏ ਕਿੱਦਾਂ ਪਹੁੰਚ ਕਹਿੰਦਾ ਹੱਥ ਵਡਾ ਲੈ ਹੱਥ ਵਡਾ ਲਿਆ ਭਾਵ ਮੈਂ ਜੀਂਦੇ ਨੇ ਇਹ ਕਹਿਤਾ ਵੀ ਤਿੰਨਾਂ ਨੂੰ ਇੱਕ ਇੱਕ ਦੇ ਦਿੰਨਾ ਇੱਕ ਇੱਕ ਦੇਣ ਨਾ ਹਾਂਜੀ ਵੀ ਇਹ ਆਪਣਾ ਕੰਮ ਸਾਂਭਣ ਸਾਹਮਣੇ ਮੈਂ ਤਾਂ ਰੋਟੀ ਖਾਣੀ ਬਾਬਾ ਜੀ ਪਿੱਛੇ ਜੈ ਕਿਹੜੀ ਫੈਕਟਰੀ ਸੀਗੀ ਅੰਮ੍ਰਿਤਸਰ ਬਹੁਤ ਵੱਡਾ ਉਹਦਾ ਨਾਂ ਧਾਗੇ ਦੀ ਫੈਕਟਰੀ ਕਿ ਪੇਪਰ ਦੀ ਫੈਕਟਰੀ ਪੇਪਰ ਦੀ ਫੈਕਟਰੀ ਸੀ। ਪੇਪਰ ਦੀ ਫੈਕਟਰੀ ਸੀ। ਅਰਬਾਂ ਦਾ ਮਾਲਕ ਬਹੁਤ ਵੱਡੀ ਫੈਕਟਰੀ ਮਾਂ ਪੇ ਨੂੰ ਫੈਕਟਰੀ ਚੋਂ ਪੁੱਤ ਬਾਹਰ ਕੱਢ ਦਿੱਤਾ ਜਿੱਦਣ 75% ਸ਼ੇਅਰ ਹੋ ਗਿਆ ਉਹਦੇ ਨਾਲ ਅੱਛਾ ਜੀ ਕਹਿੰਦਾ ਬਾਕੀ 25 ਵੀ ਮੇਰੇ ਨਾਂ ਕਰਾ ਅੱਛਾ ਨਹੀਂ ਤਾਂ ਚੱਲ ਬਾਹਰ ਬਿਠਾਤਾ ਉਹ ਬਹੁਤ ਫੇਮਸ ਮਿਲ ਆ ਮੈਨੂੰ ਨਾਂ ਚੇਤਾ ਭੁੱਲ ਬਾਹਰ ਗਿਆ ਬੈਠਾ ਰਿਹਾ ਚੌਂਕੀਦਾਰ ਅੰਦਰ ਨਹੀਂ ਲੰਘਣ ਦਿੰਦਾ ਸੀ ਉਹ ਆਉਂਦਾ ਕਹਿੰਦਾ ਸਾਡੇ ਸਾਹਿਬ ਤੁਹਾਡੇ ਮੁੰਡੇ ਦਾ ਹੁਕਮ ਮੁੰਡੇ ਹੈ ਦਾ ਹੁਕਮ ਆ ਕਿ ਗੇਟ ਤੋਂ ਅੰਦਰ ਨਹੀਂ ਹੋਣਾ ਚੌਂਕੀਦਾਰ ਨੇ ਅੰਦਰ ਨਹੀਂ ਲੰਘਣ ਦਿੱਤਾ ਤਾਂ ਮਾਂ ਪੇ ਗੇਟ ਦੇ ਥੱਲਿਓਂ ਦੀ ਵੜ ਕੇ ਗਏ ਹਾਂਜੀ ਗੇਟ ਦੇ ਕਿੱਦਾਂ ਟੇਢੇ ਹੋ ਕੇ ਲੰਘਦੇ ਸੀ ਥੱਲੇ ਦੀ ਲੰਘ ਕੇ ਗਏ ਭਾਵ ਅਰਬਾਂ ਰੁਪਈਆ ਕੀ ਸੁੱਖ ਦਊਗਾ ਤੁਹਾਨੂੰ ਬਿਲਕੁਲ ਤੁਸੀਂ ਮਾਂ ਪੇ ਨੂੰ ਤਾਂ ਰੋਲਦੇ ਆ ਬਾਹਰ ਹਨਾ ਹੁਣ ਇਸੇ ਗੱਲ ਨੂੰ ਹੀ ਤਾਂ ਭਾਈ ਗੁਰਦਾਸ ਜੀ ਦਾ ਬਚਨ ਆਪਾਂ ਸਾਰਿਆਂ ਨੇ ਸਮਝਿਆ ਹਾਂਜੀ ਹਾਂਜੀ ਬਈ ਜਿਹੜਾ ਮਾਂ ਪੇ ਦੀ ਸੇਵਾ ਨਹੀਂ ਕਰਨੀ ਤੇ ਰੋਲਣਾ ਤੁਸੀਂ ਜਿੰਨੇ ਮਰਜ਼ੀ ਚੰਗੇ ਕੰਮ ਕਰੀ ਜਾਓ ਤੇ ਮੈਂ ਫਿਰ ਸੋਚਦਾ ਸੀ ਮੈਂ ਕਿ ਉਹ ਜਿਹੜੇ 3 ਮੁੰਡੇ ਫੈਕਟਰੀਆਂ ਦੇ ਮਾਲਕ ਆ ਦਿੱਲੀ ਵੀ ਉਹ ਦੇਸੀ ਘੀ ਦਾ ਲੰਗਰ ਲਾਈ ਜਾਣ ਭਾਵੇਂ ਭਾਵੇਂ ਲਾਈ ਜਾਣ ਬਿਲਕੁਲ ਜੋ ਮਰਜ਼ੀ ਪੇ ਤਾਂ ਉਹਨਾਂ ਦਾ ਬਿਰਧ ਆਸ਼ਰਮ ਰੋਲਦਾ ਤਾਂ ਫਾਇਦਾ ਕੀ ਆ ਤਾਂ ਸਾਡੇ ਲੋਕਾਂ ਦੀ ਇਹ ਫਿਤਰਤ ਆ ਬਾਬਾ ਜੀ ਵੀ ਪਹਿਲਾਂ ਮਾਂ ਪੇ ਦੀ ਸੇਵਾ ਨਹੀਂ ਕਰਨੀ ਬਾਅਦ ਚ ਉਹਨਾਂ ਦੇ ਨਾਂ ਦੇ ਸਰਾਧ ਕਰਨੇ ਸਰਾਧ ਸਰਾਧ ਹੁਣ ਗੁਰਬਾਣੀ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਇਹ ਸਾਧ ਸੰਗਤ ਬਚਨ ਕਰਦੇ ਆ ਜੀ ਜੀ ਕਹਿੰਦੇ ਆ ਬਈ ਜੀਵਤ ਪਿੱਤਰ ਨਾ ਮਾਨੇ ਕੋ ਹਾਂਜੀ ਹਾਂਜੀ ਗੁਰਬਾਣੀ ਕਹਿ ਰਹੀ ਨਾ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਆ ਬਹੁਤ 107 ਸਰੀਰ ਸੰਗਤ ਦੇ ਦੇਖ ਰਹੇ ਜੀ ਹਾਂਜੀ ਹਾਂਜੀ ਤੇ ਅੱਗੇ ਤੋਂ ਅੱਗੇ ਸ਼ੇਅਰ ਕਰੋ ਆਪਣੀਆਂ ਸਲਾਹਾਂ ਜ਼ਰੂਰ ਭੇਜਿਆ ਕਰੋ ਨਾਲ ਸੰਗਤ ਦੇ ਵਿੱਚ ਤੁਹਾਡੀਆਂ ਸਲਾਹਾਂ ਬਹੁਤ ਜ਼ਰੂਰੀ ਆ ਕਿਉਂਕਿ ਕੋਈ ਨਾ ਕੋਈ ਸਾਨੂੰ ਵੀ ਫਿਰ ਹਾਂਜੀ ਹਾਂਜੀ ਤੁਹਾਡੇ ਨਾਲੋਂ ਵੀ ਆ ਹੁਣ ਵੀਰ ਜੀ ਹਰਦੇਵ ਸਿੰਘ ਜੀ ਲਿਖਦੇ ਵੀ ਬਿਰਧ ਆਸ਼ਰਮ ਅੱਜ ਦੀ ਨੌਜਵਾਨੀ ਲਈ ਚਪੇੜ ਆ ਜੀ ਬਿਲਕੁਲ ਵੀ ਅਸੀਂ ਸੇਵਾ ਨਹੀਂ ਕਰਦੇ ਤਾਂ ਹੀ ਖੁੱਲਦੇ ਤਾਂ ਹੀ ਖੋਲਦੇ ਆ ਹੈਨਾ ਜੀ ਜੇ ਮਾਂ ਪਿਓ ਦੀ ਸੇਵਾ ਕਰੋ ਲੋੜ ਹੀ ਨਾ ਪਵੇ ਆ ਬਿਲਕੁਲ ਕਿਉਂ ਲੋੜ ਪਵੇ ਜੇ ਮਾਂ ਪੇ ਦੀ ਸੇਵਾ ਘਰ 'ਚ ਤੁਸੀਂ ਕਰੋ ਤੇ ਯਾਦ ਰੱਖੋ ਜਿੱਦਾਂ ਦਾ ਅੱਜ ਬੀਜੋਗੇ ਗਾਂ ਵੱਢਣਾ ਪੈਣਾ ਤੁਹਾਡੀ ਵਾਰੀ ਕਿਹੜਾ ਦਿੱਲੀ ਦੂਰ ਆ ਕਿਤੇ ਹਾਂਜੀ ਹੁਣ ਤਾਂ ਛੇਤੀ ਆ ਜਾਂਦੀ ਆ ਅੱਗੇ ਦਵਿੰਦਰ ਸਿੰਘ ਜੀ ਸੁਣਾਉਂਦੇ ਹੁੰਦੇ ਸੀ ਲੁਧਿਆਣੇ ਵਾਲੇ ਹਾਂਜੀ ਹਾਂਜੀ ਉਹ ਕਹਿੰਦੇ ਬਈ ਇੱਕ ਨਾ ਪਿਓ ਨੂੰ ਬਿਰਧ ਨੂੰ ਜੀ ਜੀ ਨੌ ਕਹਿੰਦੀ ਇਹਨੂੰ ਕਿਤੇ ਡੋਬੀ ਆ ਪਾਣੀ 'ਚ ਜਾ ਕੇ ਜਾਣਾ ਤਾਂ ਨਹੀਂ ਕੰਮ ਕਿਤੇ ਨਹੀਂ ਨਹੀਂ ਅੱਛਾ ਵੀ ਪਾਣੀ 'ਚ ਡੋਬਿਆ ਕਿਤੇ ਜਾ ਕੇ ਇਹਨੂੰ ਇਹ ਸਾਡਾ ਬੁੜਾ ਸਿਰ ਖਾਂਦਾ ਰਹਿੰਦਾ ਸਾਰੀ ਦਿਹਾੜੀ ਅੱਛਾ ਕਹਿੰਦੇ ਪੁੱਤ ਨੇ ਉਹਨੂੰ ਮੋਢਿਆਂ ਤੇ ਚੱਕਿਆ ਜੀ ਜੀ ਜਦੋਂ ਮੋਢਿਆਂ ਤੇ ਚੱਕਿਆ ਤੇ ਪਾਣੀ ਦੇ ਵਿੱਚ ਵੜ ਗਿਆ ਡੋਬਣ ਗਿਆ ਅੱਛਾ ਜਦੋਂ ਲੱਕ ਪਾਣੀ ਹੋਇਆ ਨਾ ਕਹਿੰਦਾ ਪੁੱਤ ਥੋੜਾ ਜਿਹਾ ਗਾਂਹ ਹੋ ਜਾ ਅੱਛਾ ਜੀ ਕਹਿੰਦਾ ਬਾਪੂ ਤੈਨੂੰ ਮਰਨ ਲੱਗੇ ਨੂੰ ਵੀ ਥਾਂ ਪਸੰਦ ਨਹੀਂ ਆਉਂਦਾ ਅੱਛਾ ਘਰ ਤਾਂ ਤੈਨੂੰ ਰੋਟੀ ਕੀ ਪਸੰਦ ਆਉਣੀ ਆ ਉਹ ਕਹਿੰਦਾ ਗੱਲ ਪਸੰਦ ਦੀ ਨਹੀਂ ਜੀ ਜੀ ਜਿੱਥੇ ਹੁਣ ਤੂੰ ਖੜਾ ਇੱਥੇ ਮੈਂ ਆਪਣਾ ਪੇਟ ਡੋਬਿਆ ਸੀ ਇਹ ਤੋਂ ਗਾਂ ਹੋ ਤੂੰ ਥੋੜਾ ਜਿਹਾ ਮੈਨੂੰ ਗਾਂਹ ਡੋਬ ਤੈਨੂੰ ਉਦੋਂ ਗਾਂਹ ਡੋਬਣਗੇ ਤੇਰੇ ਤੇਰੇ ਡੁੱਬਣਗੇ
ਭਾਵ ਜਿੱਦਾਂ ਦਾ ਕਹਿੰਦਾ ਮੈਂ ਕਰਮ ਕੀਤਾ, ਅੱਜ ਮੈਨੂੰ ਦੁੱਖ ਆ ਵੀ ਅੱਜ ਮੇਰਾ ਪੁੱਤ ਵੀ ਮੇਰੇ ਨਾਲ ਉਹ ਕੰਮ ਕਰਦਾ। ਕੰਮ ਕਰਦਾ ਭਾਵ ਜੋ ਤੁਸੀਂ ਆਪਣੇ ਆਪਾਂ ਕਿਹੜਾ ਬੁੱਢੇ ਨਹੀਂ ਹੋਣਾ ਜੀ, ਜਾਂ ਤਾਂ ਕਹੀਏ ਵੀ ਅਸੀਂ ਸਦਾ ਜਵਾਨ ਰਹਿਣਾ। ਅੱਜ ਅਸੀਂ ਆਪਣੇ ਮਾਪੇ ਨੂੰ ਜਿਹੜਾ ਆ ਅਸੀਂ ਦੁੱਖ ਦਿੰਨੇ ਆ, ਤੇ ਅਸੀਂ ਤਾਂ ਪਤਾ ਨਹੀਂ ਕਿੰਨੇ ਕੁ ਸੁਖੀ ਰਹਿਣਾ। ਬੀਤਣੀ ਤਾਂ ਆਪਣੇ ਨਾਲ ਵੀ ਉਦਾਂ ਦੀ ਆ। ਸੋ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ਿਕਰ ਕਰ ਰਿਹਾ ਸੀ। ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਜੀਵਤ ਪਿੱਤਰ ਨਾ ਮਾਨੇ ਕੋਊ, ਮੂਏ ਸਰਾਧ ਕਰਾਈ। ਮਾਤਾ ਪਿਤਾ ਨੇ ਸੇਵਾ ਕਰਾਉਣ ਦੇ ਯੋਗ ਵੀ ਬਣਨਾ ਜੀ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਇਹ ਕਰਨੀ ਆ ਗੱਲ। ਆਪਾਂ ਆ ਜਾਣਾ ਇੱਥੇ, ਇਧਰੋਂ ਪਹਿਲਾਂ ਨਵੇੜ ਲੈਂਦੇ ਸਾਰੇ ਹਜੇ ਪਹਿਲਾਂ ਚੱਲ ਰਹੀ ਨਾ ਹਰੇ ਗੁਰਬਾਣੀ ਦੀ ਵਿਚਾਰ, ਇਹ ਸਮਾਪਤੀ ਇੱਥੇ ਜਾ ਕੇ ਹੀ ਕਰਨੀ ਆਪਾਂ ਸਾਰੀ ਕਰਨੀ ਆ। ਤੇ ਹੁਣ ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਜੀਵਤ ਪਿੱਤਰ ਨਾ ਮਾਨੇ ਕੋ, ਮੂਏ ਸਰਾਧ ਕਰਾਈ। ਪਿੱਤਰ ਵੀ ਬੱਪਰੇ ਕਹੋ, ਕਿਆ ਭਾਵੈ ਕਊਏ ਕੂਕਰ ਖਾਈ। ਕਊਆ ਕੂਕਰ ਖਾਈ। ਕਹਿੰਦੇ ਵੀ ਜਿਹੜੇ ਮਾਂ ਪੇ ਦੀ ਸੇਵਾ ਨਹੀਂ ਕਰਦੇ, ਜੀ 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 ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਆ ਜੀ ਵੀ ਮੁੜ ਕੇ ਘਰਦਿਆਂ ਦੇ ਸਰਾਧ ਕਰਦੇ ਆ ਵੀ ਅੱਜ ਆ ਜਿਓ ਜੀ ਸਾਡੇ ਘਰ ਤੁਹਾਨੂੰ ਪ੍ਰਸ਼ਾਦਾ ਬਜ਼ੁਰਗਾਂ ਦੇ ਅਸੀਂ ਹਾਂਜੀ ਯਾਦ ਚ, ਜਾਂ ਕਈ ਕਹਿਣਗੇ ਇਹ ਬਜ਼ੁਰਗਾਂ ਨੂੰ ਪਹੁੰਚਦਾ ਹਾਂਜੀ ਹਾਂਜੀ ਜ਼ਿਆਦਾ ਇਹੀ ਭਰਮ ਪਾਇਆ ਜਾਂਦਾ। ਪਰ ਹੈਰਾਨੀ ਸਿੰਘ ਸਾਹਿਬ ਉਦਣ ਹੁੰਦੀ ਹੈ ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪਾਠ ਜਾਂ ਕੀਰਤਨ ਕਰਨ ਵਾਲਾ ਵੀ ਸਰਾਧ ਖਾਣ ਜਾਂਦਾ। ਹਾਂਜੀ ਹਾਂਜੀ ਵੀ ਬਿਲਕੁਲ ਵੀ ਆਮ ਬੰਦਾ ਤਾਂ ਖਾਵੇ ਉਹਨੂੰ ਤਾਂ ਪਤਾ ਹੀ ਨਹੀਂ ਬਾਣੀ ਕੀ ਕਹਿੰਦੀ ਆ, ਹਨਾ। ਜਿਹੜਾ ਬਾਣੀ ਦਾ ਉਪਦੇਸ਼ ਸਾਡੇ ਵਰਗਾ ਦੇ ਰਿਹਾ ਹੈ, ਉਹ ਵੀ ਜਾਵੇ ਸਰਾਧ ਖਾਣ ਵੀ ਅਸੀਂ ਬਜ਼ੁਰਗਾਂ ਨੂੰ ਪਹੁੰਚਾਉਣਾ ਹੈ। ਫਿਰ ਸਾਡੇ ਵਰਗਿਆਂ ਦਾ ਕੀ ਫਾਇਦਾ, ਜਿਹੜਾ ਕੀਰਤਨ ਕਰਨ ਦਾ ਵੀ ਕੀ ਫਾਇਦਾ। ਪਿੰਡਾਂ ਦੇ ਵਿੱਚ ਵਰਤਾਂ ਦੀ ਕਥਾ ਹੁੰਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ, ਹਾਂਜੀ ਉਹ ਆਪਾਂ ਮਗਰੋਂ ਆ ਜਾਂਦੇ ਉੱਥੇ, ਹਨਾ। ਆ ਚੱਲਦੀ ਗੱਲ ਪੂਰੀ ਕਰ ਲੈਨੇ। ਇਟਲੀ ਤੋਂ ਸੰਗਤ ਫਤਿਹ ਬੁਲਾਰੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਜਦੋਂ ਕਹਿੰਦੇ ਜੀਂਦੇ ਮਾਂ ਪਿਓ ਨੂੰ ਤਾਂ ਰੋਲਦਾ ਰਿਹਾ, ਜੀ ਜੀ ਧੱਕੇ ਦਿੰਦਾ ਰਿਹਾ, ਜੀ ਉਹਨਾਂ ਨੂੰ ਕੁੱਟਦਾ ਵੀ ਰਿਹਾ, ਉਹਨਾਂ ਨੂੰ ਮਾਰਦਾ। ਹੁਣ ਬਾਬਾ ਜੀ ਜੇ ਮੈਂ ਇੱਥੇ ਜ਼ਿਕਰ ਕਰਾਂ, ਮੈਂ ਅੱਜ ਤੱਕ 2 ਸੇਵਾ ਸੰਸਥਾਵਾਂ ਦੇ ਵਿੱਚ ਜਾ ਕੇ ਦੇਖਿਆ। ਜੀ ਜੀ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਵੀਰ ਗੁਰਪ੍ਰੀਤ ਸਿੰਘ ਹੋਣੀ। ਜੀ ਜੀ ਦੇਖੋ ਜੀ, ਮਾਵਾਂ ਨੂੰ ਸੰਗਲ ਬੰਨੇ ਹੋਏ ਘਰਾਂ 'ਚ, ਕੀੜੇ ਉਹਨਾਂ ਦੇ ਪਏ ਹੋਏ, ਉਹਨਾਂ ਨੂੰ ਪਾਥੀਆਂ ਵਾਲੇ ਕਮਰੇ 'ਚ ਸਿੱਟਿਆ ਹੋਇਆ। ਦੇਖਣ ਵਾਲੀਆਂ ਗੱਲਾਂ ਇਹ ਤਾਂ ਦੇਖੀਆਂ ਨਾ, ਆਪਾਂ ਜਾ ਕੇ ਵੀ ਦੇਖੀਆਂ। ਤਾਂ ਮਤਲਬ ਉਹ ਕਰੋ ਜਿਹੜੀ ਅੱਖੀਂ ਦੇਖੀ ਆ, ਉਹ ਜਾ ਕੇ ਉਹਨਾਂ ਮਾਵਾਂ ਦੇ ਸੰਗਲ ਖਿਲਾਉਂਦੇ ਆ। ਜੀ 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 ਤੇ ਜੇ ਪੁੱਛ ਲਓ ਪੁੱਤ ਤੇਰਾ ਕੀ ਕਰਦਾ, ਉਹ ਸਰਕਾਰੀ ਨੌਕਰੀ ਦੇ ਅਹੁਦੇ ਤੇ ਆ, ਫਲਾਨਾ ਉਹ ਅਹੁਦੇ ਤੇ ਹੈ। ਵੀ ਤੁਹਾਡੇ ਅਹੁਦਿਆਂ ਦਾ ਅਚਾਰ ਪਾਉਗੇ ਮਾਪੇ, ਕਰਨਗੇ ਕੀ? ਰੱਬ ਕਿੱਦਾਂ ਖੁਸ਼ ਹੋ ਜਾਊਗਾ ਜੀ? ਜਿਹੜੀ ਮਾਂ ਨੇ 9 ਮਹੀਨੇ ਦੁੱਖ ਜਾਣ ਕੇ ਤੁਹਾਨੂੰ ਪੈਦਾ ਕੀਤਾ ਹੈ, ਉਸੇ ਮਾਂ ਨੂੰ ਸੰਗਲ ਪਾ ਕੇ ਬੰਨਿਆ ਤੁਸੀਂ, ਹਾਂਜੀ। ਉਸੇ ਪੇ ਨੂੰ ਤੁਸੀਂ ਰੂੜੀਆਂ ਤੇ ਰੋਲ ਰਹੇ, ਗੁਰਦੁਆਰਿਆਂ ਚੋਂ ਜਾ ਕੇ ਜਾਂ ਘਰ ਘਰ 'ਚ ਰੁਪਈਆ ਮੰਗ ਕੇ ਰੋਟੀ ਖਾਂਦਾ ਉਹ, ਹਨਾ। ਤੇ ਜਦੋਂ ਕਬੀਰ ਸਾਹਿਬ ਕਹਿੰਦੇ ਪਹਿਲਾਂ ਤਾਂ ਮਾਂ ਪੇ ਦੀ ਸੇਵਾ ਕਰਦੇ ਨਹੀਂ, ਉਸ ਤੋਂ ਬਾਅਦ ਜਦੋਂ ਮਰ ਜਾਂਦੇ ਫੇਰ ਕਹਿਣਗੇ ਉਹਨਾਂ ਦੇ ਨਿਮਿਤ ਵਸਤਰ ਵੀ ਦੇ ਦਿਓ, ਉਹਨਾਂ ਦੇ ਨਿਮਿਤ ਭਾਂਡਾ ਦੇ ਦਿਓ, ਉਹਨਾਂ ਦੇ ਨਿਮਿਤ ਜੋੜਾ ਦੇ ਦਿਓ, ਵਰਦੀ ਵੀ ਭਾਈ ਸਾਹਿਬ ਨੂੰ ਉਹਨਾਂ ਦੇ ਨਿਮਿਤ ਦਿਓ, ਇਹ ਪਿਤਾ ਜੀ ਦੇ ਨਿਮਿਤ ਆ, ਹੈ ਜੀ। ਫਿਰ ਜਾਂ ਸਰਾਧ ਕਰ ਦਿਓ, ਇਹ ਲੰਗਰ ਉਹਨਾਂ ਤੱਕ ਪਹੁੰਚ ਜਾਵੇ। ਜਦੋਂ ਇਹ ਬਚਨ ਹੁੰਦੇ ਆ, ਫਿਰ ਤੁਸੀਂ ਇੱਕ ਗੱਲ ਰੱਖਿਓ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆ, ਬਿਲਕੁਲ ਬਿਲਕੁਲ ਜਗਤਾਰ ਸਿੰਘ ਜੀ, ਉਹਨਾਂ ਦੀ ਗੱਲ ਕਰ ਰਹੇ ਆਪਾਂ, ਕਬੀਰ ਸਾਹਿਬ ਜੀ ਦਾ ਹੀ ਬਚਨ ਕਰ ਰਹੇ ਆ, ਰੱਬ ਦਾ ਹੀ ਬਚਨ ਕਰ ਰਹੇ ਆਪਾਂ। ਜਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਰਾਜਮਾਨ ਸਾਰੇ ਰੱਬ ਹੀ ਬੈਠੇ ਆ, ਸਾਰੇ ਉਹ ਅਕਾਲ ਪੁਰਖ ਦਾ ਰੂਪ ਆ, ਤਾਂ ਹੀ ਇੱਕ ਥਾਂ ਬੈਠੇ ਆ। ਤਾਂ ਸਾਡੇ ਲੋਕਾਂ ਦੀ ਡਾਂਗ ਸੋਟੇ ਦੀ ਲੜਾਈ ਗੁਰੂ ਸਮਝ ਕੇ ਮੱਥਾ ਟੇਕਦੇ ਆ, ਤਾਂ ਹੀ। ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਜ਼ਿਕਰ ਆ, ਕਬੀਰ ਸਾਹਿਬ ਕਹਿੰਦੇ ਆ ਵੀ ਜਦੋਂ ਮਾਂ ਪੇ ਜੀਂਦਾ ਉਦੋਂ ਬੰਦਾ ਸੇਵਾ ਨਹੀਂ ਕਰਦਾ, ਮਰਿਆਂ ਦੇ ਸਰਾਧ ਕਰਦਾ। ਪਰ ਕਹਿੰਦੇ ਚੇਤੇ ਰੱਖਿਓ, ਉਹ ਜਿਹੜੇ ਤੁਸੀਂ ਜਾ ਕੇ ਮਠਿਆਈਆਂ, ਕੜਾਹ, ਖੀਰ ਸਿਵਿਆਂ 'ਚ ਰੱਖਦੇ ਹੋ, ਮੜੀਆਂ ਤੇ ਰੱਖਦੇ ਹੋ, ਉਹ ਮਤ ਜਾਣੋ ਤੁਹਾਡੇ ਬਜ਼ੁਰਗ ਖਾਣਗੇ। ਉਹ ਕਊਏ ਕੂਕਰ ਖਾਈ, ਕਹਿੰਦੇ ਕੁੱਤੇ ਤਾਂ ਕਾਂ ਉਹਨਾਂ ਮਠਿਆਈਆਂ ਨੂੰ ਖਾਂਦੇ ਆ। ਵੀ ਜੀਂਦੇ ਨੂੰ ਤਾਂ ਕਦੇ ਤੂੰ ਪਾਣੀ ਨਹੀਂ ਸੀ ਪੁੱਛਦਾ। ਸੰਤ ਨਹੀਂ ਕਹਿੰਦੇ ਹੁੰਦੇ ਬਾਬਾ ਹਰਦੇਵ ਸਿੰਘ ਜੀ ਵੀ ਸੱਸ ਮਰ ਜਾਵੇ ਘਰ 'ਚ ਖੰਘ ਖੁਸ਼ਕੀ ਨਾ, ਸੇਮੀਆਂ ਹੀ ਨਹੀਂ ਜਾ ਕੇ ਉੱਥੇ ਪਾਉਣੀਆਂ ਖੁੱਡ ਦੇ ਉੱਤੇ, ਹਨ ਵੀ ਬਾਬਾ ਜੀ ਰਿਹੋ ਲੁਕੇ ਛੁਪੇ, ਕਿਰਪਾ ਬਣਾ ਕੇ ਰੱਖਿਓ, ਹੈਨਾ। ਭਾਵ ਸੱਸ ਭਾਵੇਂ ਖੰਘ ਮਰ ਜੇ, ਸਹੁਰਾ ਭਾਵੇਂ ਵਿਚਾਰਾ ਮੱਖਣੀ ਮਰਦਾ ਮੰਗਦਾ ਹੀ ਮਰ ਜੇ, ਉਹਨੂੰ ਨਹੀਂ ਦੇਣਾ। ਤੇ ਜਾ ਕੇ
ਵੇਸਟ ਜ਼ਰੂਰ ਕਰਨਾ ਗਾ ਹਨਾ, ਕਿਸੇ ਪੱਥਰਾਂ ਤੇ ਰੱਖ ਕੇ ਕਿਤੇ ਰੱਖ ਕੇ। ਤੋ ਇਹ ਗੱਲ ਮਹਾਰਾਜ ਸਮਝਾ ਰਹੇ ਨੇ ਵੀ ਜੀਂਦਿਆਂ ਦੀ ਸੇਵਾ ਕਰੋ, ਜੀ ਜੀ ਮਰਿਆਂ ਤੋਂ ਬਾਅਦ ਉਹਨਾਂ ਦੇ ਸਰਾਧ ਕੀਤੇ, ਪੱਥਰਾਂ ਤੇ ਰੱਖਿਆ, ਜੀ ਕੀੜੇ ਮਕੌੜੇ ਕਾਂ ਤੇ ਕੁੱਤੇ ਹੀ ਖਾਂਦੇ ਆ ਉਹਨਾਂ ਨੂੰ, ਫਿਰ ਤੁਹਾਡੇ ਮਾਂ ਪਿਓ ਨਹੀਂ ਖਾਂਦੇ। ਤੇ ਇੱਥੇ ਮੈਂ ਇੱਕ ਸੰਗਤ ਨੂੰ ਵੀ ਬੇਨਤੀ ਕਰਦਾ, ਹਾਂਜੀ ਹਾਜ਼ਰੀ ਲੱਗ ਗਈ ਬਾਬਾ ਜਗਰੂਪ ਸਿੰਘ ਜੀ ਬਠਿੰਡੇ ਤੋਂ ਦੇਖ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਹਾਜ਼ਰੀ ਆਪ ਜੀ ਦੀ। ਮਹਾਰਾਜ ਚਾਹ ਦੇ ਟਾਈਮ ਹੀ ਲੱਗਦੀ ਆ ਜਦੋਂ ਅਸੀਂ ਚਾਹ ਪੀਣੀ। ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ। ਹਾਂ ਤੇ ਹੁਣ ਮੰਨ ਲਓ ਸਰਾਧ ਹੁੰਦਾ ਜੀ, ਮਹਾਰਾਜ ਨੇ ਵਹਿਮ ਕਿਉਂ ਕੱਢਿਆ? ਜੀ ਜੀ ਕਹਿੰਦੇ ਜਦੋਂ ਰਾਮਾਨੰਦ ਜੀ ਦੀ ਸੰਗਤ ਵਿੱਚ ਕਬੀਰ ਸਾਹਿਬ ਆਏ ਨਾ, ਜੀ 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 ਭਗਤ ਕਬੀਰ ਸਾਹਿਬ ਨੇ ਸੰਗਤ ਕੀਤੀ ਭਗਤ ਰਾਮਾਨੰਦ ਜੀ ਦੀ। ਜੀ 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 ਇਸੇ ਤਰ੍ਹਾਂ ਸਤਿਗੁਰ ਰਵਿਦਾਸ ਮਹਾਰਾਜ, ਸਤਿਗੁਰ ਕਬੀਰ ਸਾਹਿਬ ਦੋਵੇਂ ਭਗਤ ਰਾਮਾਨੰਦ ਮਹਾਰਾਜ ਦੇ ਸੇਵਕ ਬਣੇ। ਸੇਵਕ ਬਣੇ। ਕਹਿੰਦੇ ਰਾਮਾਨੰਦ ਜੀ ਬਿਲਕੁਲ ਜੀ ਬਿਲਕੁਲ ਜਗਰਾਜ ਸਿੰਘ ਜੀ, ਮਾਂ ਪਿਓ ਦੀ ਸੇਵਾ ਬਹੁਤ ਵਿਰਲੇ ਲੋਕ ਕਰਦੇ ਆ ਜੀ। ਬਿਲਕੁਲ ਤੁਹਾਡੀ ਗੱਲ ਠੀਕ ਆ, ਜਿਹੜੇ ਕਰਦੇ ਉਹ ਧੰਨੇ ਆ ਜੀ, ਉਹਨਾਂ ਨੂੰ ਸੁੱਖ ਫੇ ਘਰੇ ਹੀ ਮਿਲਦਾ। ਹਾਂਜੀ ਉਹ ਕਹਿੰਦੇ ਨਹੀਂ ਹੁੰਦੇ ਮਹਾਂਪੁਰਸ਼ ਵੀ ਜਿਹਦੇ ਘਰ ਬਜ਼ੁਰਗ ਬੈਠੇ ਆ ਉਹ ਸੇਵਾ ਕਰਦੇ ਆ, ਜੀ ਜੀ ਉਹ ਭਾਵੇਂ ਤੀਰਥਾਂ ਤੇ ਨਾ ਵੀ ਜਾਣ ਤਾਂ ਵੀ ਗੁਰੂ ਉਹਨਾਂ ਤੇ ਖੁਸ਼ ਆ। ਖੁਸ਼ ਹੋ। ਮਾਤਾ ਸਾਡੀ ਕਹਿੰਦੀ ਸੀ ਨਾਲ ਲੈ ਚੱਲ, ਅੱਜ ਉੱਥੇ ਚੱਲਦੀਆਂ। ਅੱਛਾ ਅੱਛਾ। ਮੈਂ ਕਿਹਾ ਤੂੰ ਉੱਥੇ ਜਰਾ ਕਿ ਤੈਨੂੰ ਗਰਮੀ ਲੱਗਣ ਲੱਗ ਪੈਣੀ, ਬਹਿਣਾ ਫਿਰ ਔਖਾ ਛੱਡ ਕੇ ਆਉਣਾ ਬਹਿਣਾ ਔਖਾ ਹੋ ਨਾ, ਜਾਣਾ। ਹਵਾ ਇੱਥੇ ਤਾਂ ਹਾਂਜੀ ਹਾਂਜੀ। ਕਦੀ ਵਗਦੀ ਕਦੀ ਨਹੀਂ। ਪਤਾ ਨਹੀਂ ਵਿੱਚ ਫੋਨ ਨਾ ਕਰੋ ਸਾਧ ਸੰਗਤ, ਬਹੁਤ ਜ਼ਰੂਰੀ ਬੇਨਤੀ ਆ, ਵਿੱਚੋਂ ਸਾਡਾ ਕੱਟ ਆਫ ਹੋ ਜਾਂਦਾ ਕੰਮ, ਫਿਰ ਚਾਹ ਪਾਵਾਂ ਪਾ ਦਿਓ। ਅਸੀਂ ਘਟਿਆ। ਫੋਨ ਨਾ ਕਰੋ ਪਿਆਰਿਓ, ਮੇਰੀ ਬੇਨਤੀ ਆ ਦੁਬਾਰਾ ਤੁਹਾਨੂੰ ਸਾਰਿਆਂ ਨੂੰ। ਕਹਿੰਦੇ ਖਾਲਸਾ ਜੀ ਅੱਜ ਦੇ ਟਾਈਮ 'ਚ ਲੋਕ ਇੰਨੀ ਬੁਰੀ ਤਰ੍ਹਾਂ ਫਸੇ ਹੋਏ ਆ, ਪਰ ਤੁਹਾਡਾ ਬਹੁਤ ਵਧੀਆ ਉਪਰਾਲਾ ਆ ਜਿਹੜਾ ਤੁਸੀਂ ਸੰਗਤਾਂ ਨੂੰ ਜਾਗਰੂਕ ਕਰ ਰਹੇ ਤੇ ਕਰ ਵੀ ਆਪਾਂ ਸਾਧ ਸੰਗਤ ਗੁਰਬਾਣੀ ਨਾਲ ਹੀ ਰਹੇ ਆ। ਗੁਰਬਾਣੀ ਨਾਲ ਜੀ। ਇਹ ਨਹੀਂ ਵੀ ਕਿਸੇ ਬਾਹਰੋਂ ਗੱਲ ਥੋੜੋ ਕਿਸੇ ਦੂਜੀ ਕੱਚੀ ਗੱਲ ਲੈ ਕੇ ਤੁਹਾਡੇ ਨਾਲ ਅਸੀਂ ਠੀਕ ਹੈ ਹੁਣੇ ਨਹੀਂ 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 ਲਓ, ਇਦਾਂ ਚੰਗਾ ਲੱਗਦਾ ਅਸੀਂ ਇਕੱਲੇ ਪੀਏ, ਗਲਾਸ ਹੁਣੇ ਰੱਖ। ਅਸੀਂ ਵੰਡ ਲੈਣੀ ਆ। ਛਕੋ ਤਾਂ 1/3 ਕਰ ਲੈਨੇ, 2/3। ਨਹੀਂ ਹੈਗੀ ਆ ਹੋਰ। ਆਹੋ ਕਿਸੇ ਬੰਦੇ ਨੇ ਆਪਣੇ ਮਾਂ ਪਿਓ ਨਹਿਰ ਵਿੱਚ ਸੁੱਟ ਦਿੱਤਾ, ਮਾਂ ਬਚ ਗਈ ਤਾਂ ਮਾਂ ਬਿਆਨ ਦਿੱਤੇ। ਜੀ ਇਦਾਂ ਦੇ ਕੁੱਤੇ ਬੰਦੇ ਕਹਿੰਦੇ ਦੁਨੀਆ 'ਚ ਹੈਗੇ। ਬਿਲਕੁਲ। ਭਾਵ ਕਹਿੰਦੇ ਵੀ ਕੋਈ ਮਾਂ ਪਿਓ ਆਪਣੇ ਨੂੰ ਜਾ ਕੇ ਸਿੱਟਿਆ ਹੈ ਨਹਿਰ 'ਚ, ਪੇ ਚਲਾਣਾ ਕਰ ਗਿਆ, ਮਾਂ ਬਚ ਗਈ, ਉਹਨੇ ਦੱਸਿਆ। ਦੱਸੋ ਤਾਂ। ਸੋ ਜਿਹੜਾ ਜਦੋਂ ਹੁਣ ਆ ਸਰਾਧਾਂ ਵਾਲੀ ਗੱਲ ਚੱਲੀ ਨਾ, ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਖੰਡਨ ਕਰਦੇ ਆ। ਜੀ 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 ਹੁਣ ਮੈਂ ਤੁਹਾਨੂੰ ਇੱਕ ਦੱਸਾਂ, ਤਜਰਬਾ ਕਰਿਓ ਜਿੰਨੇ, ਹਾਂ ਉੱਦਾਂ ਲੰਗਰ ਲਾਓ। ਜੀ ਜੀ ਅੰਮ੍ਰਿਤਸਰ ਤੋਂ ਭਾਈ ਕਮਲਜੀਤ ਸਿੰਘ ਜੀ, ਜੀ ਆਇਆਂ ਨੂੰ ਧੰਨਵਾਦ ਜੀ। ਇੱਕ ਤਜਰਬਾ ਕਰਿਓ, ਜਿਹੜਾ ਬੰਦਾ ਕਵੇ ਅਸੀਂ ਲੰਗਰ ਪਹੁੰਚਾ ਦੇਾਂਗੇ ਮਾਂ ਪਿਓ ਨੂੰ, ਹਾਂਜੀ ਇਹ ਤਜਰਬਾ ਕਰਕੇ ਦੇਖਿਓ ਕਦੇ। ਹਾਂ ਉੱਦਾਂ ਲੰਗਰ ਲਾਓ, ਉੱਦਾਂ ਕੋਈ ਨਹੀਂ ਰੋਕਦਾ ਜੀ। ਗਰੀਬਾਂ ਨੂੰ ਛਕਾਓ, ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਛਕਾਓ, ਪਰ ਜੇ ਵਿੱਚ ਇਹ ਰੱਖਣਾ ਵੀ ਇਹ ਪਹੁੰਚਦਾ ਬਜ਼ੁਰਗਾਂ ਨੂੰ, ਹਾਂਜੀ ਹਾਂਜੀ ਠੀਕ ਹੈ। ਤੁਸੀਂ ਜੀਂਦੇ ਬਜ਼ੁਰਗ ਨੂੰ ਕਮਰੇ 'ਚ ਬਹਾ ਲਿਓ, ਹਾਂਜੀ ਹਾਂਜੀ ਪਰ ਦੱਸਿਓ ਨਾ ਮੇਰੇ ਅਰਗਿਆਂ ਨੂੰ ਵੀ ਸਾਡਾ ਬਾਪੂ ਹੈਗਾ। ਹੈਗਾ। ਹਾਂਜੀ ਬਾਹਰ ਮੇਰੇ ਅਰਗੇ ਦੀਆਂ ਪੰਗਤਾਂ ਲਵਾ ਲਿਓ, ਹਾਂਜੀ ਹਨਾ ਜੀ। ਪੰਗਤਾਂ ਲਵਾ ਕੇ ਤਾਂ ਕਿਉਂ ਵੀ ਅਸੀਂ ਬਜ਼ੁਰਗਾਂ ਦੀ ਨਿਮਿਤ ਛਕਾਉਣਾ, ਛਕਾਉਣਾ। ਹਾਂਜੀ ਹਾਂਜੀ ਤੇ ਇਹ ਉਹਨਾਂ ਨੂੰ ਪਹੁੰਚ ਜਾਏ। ਪਹੁੰਚ ਜਾਏ। ਹਾਂਜੀ ਹਾਂਜੀ। ਤਾਂ ਮੇਰੇ ਵਰਗਾ ਜਦੋਂ ਛਕੂਗਾ ਉਹਨੂੰ ਕਹਿ ਵੀ ਦੇਣਾ ਵੀ ਉਹਨਾਂ ਦੇ ਪਿੱਤਰਾਂ ਤੱਕ ਪਹੁੰਚੇ, ਹਨਾ ਹਾਂਜੀ ਦੰਦ ਘਸਾਈ ਵੀ ਮਿਲਣੀ ਆ, ਹਨਾ ਜੀ। ਕਹਿਣਾ ਹੀ ਆ। ਤੇ ਉਹ ਪਤਾ ਹੁੰਦਾ ਵੀ ਇੱਥੋਂ 200 400 500 ਮਿਲੂਗਾ ਹੀ, ਅਸੀਂ ਗੁਰਮਤ ਦੀ ਗੱਲ ਕਾਹਨੂੰ ਦੱਸਣੀ ਆ। ਦੱਸਣੀ। ਹਾਂਜੀ ਤੇ ਜਦੋਂ ਫਿਰ ਮੇਰੇ ਵਰਗਾ ਖਾ ਕੇ ਤੁਹਾਡੇ ਘਰਾਂ ਚੋਂ ਬਾਹਰ ਆਵੇ, ਜੀ ਜੀ ਫਿਰ ਕੰਧ ਪਿੱਛੇ ਬੈਠੇ ਬਾਪੂ ਨੂੰ ਕਮਰੇ 'ਚ ਜਾ ਕੇ ਪੁੱਛੋ ਵੀ ਬਾਪੂ ਜੀ ਰੱਜ ਗਏ, ਰੱਜ ਗਿਆ। ਹਾਂਜੀ ਨਾਲੇ ਤਾਂ ਬਾਪੂ ਚੱਕੂ ਡਾਂਗ, ਹਾਂਜੀ ਨਾਲੇ ਫਿਰ ਦੱਸੂ ਹਾਂਜੀ ਹਾਂਜੀ ਵੀ ਮੈਂ ਤਾਂ ਪਿਆਸਾ ਮਰ ਗਿਆ ਪਾਣੀ ਤੋਂ ਵੀ, ਪਾਣੀ ਤੋਂ ਵੀ। ਤੇ ਤੁਸੀਂ ਪੁੱਛਦੇ ਹੋ ਰੱਜ ਗਏ। ਭਾਵ ਜਿਹੜਾ ਜੀਂਦੇ ਬੰਦੇ ਨੂੰ ਕੰਧ ਪਿੱਛੇ ਨਹੀਂ ਪਹੁੰਚਾ ਸਕਿਆ, ਮਰੇ ਉਹ ਤੁਹਾਡੇ 5-10 ਸਾਲ ਪਹਿਲਾਂ ਪੂਰੇ ਹੋਇਆਂ ਨੂੰ ਕਿੱਧਰ ਦੀ ਰੋਟੀ ਪਹੁੰਚਾ ਦਿੰਦਾ ਜੀ, ਹੈਨਾ। ਮਤਲਬ ਵਿਚਾਰ ਕਰਿਆ ਕਰੋ ਇਹਨਾਂ ਚੀਜ਼ਾਂ ਦੇ ਉੱਤੇ। ਜੰਮੂ ਤੋਂ ਸੰਗਤ ਦੇਖਦੀ ਹੈ ਜੀ, ਜੀ ਧੰਨਵਾਦ ਜੀ, ਜੀ ਆਇਆਂ ਨੂੰ। ਵੀਰ ਜੀ ਜੋ ਗੱਲ ਪੂਰੀ ਕਰ ਦਿਓ। ਕਿਹੜੀ ਜੀ? ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਦੀ। ਹਾਂਜੀ ਮੈਂ ਕਰਨੀ ਜੀ। ਗੁਰਜੰਟ ਸਿੰਘ ਜੀ ਲਿਖ ਰਹੇ, ਉਹ ਜੋ ਕਮੈਂਟ ਪੜ੍ਹ ਲਓ ਨਾ, ਧਿਆਨ ਹੋਰ ਪਾਸੇ, ਧਿਆਨ ਦੂਜੇ ਪਾਸੇ ਚੱਲ ਜਾਂਦਾ। ਹਾਂਜੀ ਰਾਮਾਨੰਦ ਮਹਾਰਾਜ ਜੀ ਦੀ ਸੰਗਤ ਵਿੱਚ ਕਬੀਰ ਜੀ ਆਏ। ਹੁਣ ਮੈਂ ਕਮੈਂਟ ਬਾਅਦ 'ਚ ਹੀ ਪੜੂੰਗਾ, ਹਨਾ ਜੀ। ਪੂਰੀ ਕਰ ਦੋ। ਰਵਿਦਾਸ ਮਹਾਰਾਜ ਜੀ ਤੇ ਕਬੀਰ ਮਹਾਰਾਜ ਜੀ ਭਗਤ ਰਾਮਾਨੰਦ ਮਹਾਰਾਜ ਜੀ ਦੇ ਚਰਨਾਂ 'ਚ ਸੇਵਕ ਬਣੇ। ਜੀ ਜੀ ਉਹਨਾਂ ਨੂੰ ਆਪਣਾ ਕਹਿ ਲਓ ਵੀ ਮੁਰਸ਼ਿਦ ਧਾਰਿਆ। ਜੀ ਜੀ ਕਹਿੰਦੇ ਰਾਮਾਨੰਦ ਮਹਾਰਾਜ ਸਰਾਧ ਕਰਦੇ ਹੁੰਦੇ ਸੀ ਪਹਿਲਾਂ, ਜਾਣੀ ਜਿੱਦਾਂ ਸਦਨਾ ਜੀ ਕਸਾਈ ਸੀਗੇ, ਆਹੋ ਉਹ ਮੀਟ ਵੇਚਿਆ ਕਰਦੇ ਸੀ ਪਹਿਲਾਂ। ਬਿਲਕੁਲ। ਹਾਂਜੀ ਬਾਬਾ ਕਬੀਰ ਸਾਹਿਬ ਜੀ ਪਹਿਲਾਂ ਖੱਡੀ ਬੁਣਿਆ ਕਰਦੇ ਸੀ, ਕਰਦੇ ਭਾਵ ਰਵਿਦਾਸ ਮਹਾਰਾਜ ਜੋੜੇ ਗੰਢਿਆ ਕਰਦੇ ਸੀ। ਬੰਦਾ ਮਹਾਰਾਜ ਹੁਣ
ਚਲੋ ਉਹ ਤਾਂ ਭਗਤਾਂ ਦੀਆਂ ਗੱਲਾਂ ਆ, ਆਪ ਹੀ ਹੁਣ ਬੰਦਾ ਕੋਈ ਪਹਿਲਾਂ ਕੋਈ ਮਾੜੇ ਕੰਮ ਕਰਦਾ ਹੋਵੇ ਸੁਧਰ ਜਾਵੇ ਤਾਂ ਫਿਰ ਹਾਂ। ਉਹਦੇ ਨਾਲ ਦੀ ਰੀਸ ਕੀ। ਮਤਲਬ ਵੀ ਉਹਨਾਂ ਨੇ ਪਹਿਲੀ ਗੱਲ ਆਪਣੀ ਸੁਣਾਉਣੀ ਨਹੀਂ ਚਾਹੀਦੀ ਅਗਲੇ ਨੂੰ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਉਹ ਕਹਿੰਦੇ ਨਹੀਂ ਹੁੰਦੇ, ਮੋਰਾਂ ਵਾਲੀ ਕਹਿੰਦਾ ਨਹੀਂ ਹੁੰਦਾ, ਉਹ ਕਹਿੰਦਾ ਸਾਡੀ ਤਾਂ ਚੱਲ ਗਈ, ਤੁਹਾਡੀ ਅਜੇ ਗਈ ਨਹੀਂ, ਤੁਹਾਡੀ ਪਤਾ ਨਹੀਂ ਕਦੋਂ ਜਾਣੀ ਹੈ, ਉਹ ਖਾ ਕੇ ਵੀ ਉੱਥੇ ਹੀ ਬੈਠੀ ਆ। ਉੱਥੇ ਬੈਠੀ ਆ। ਤੋ ਹੁਣ ਕਹਿੰਦੇ ਜਦੋਂ ਰਾਮਾਨੰਦ ਜੀ ਨੇ ਸਰਾਧ ਕਰਨਾ ਸੀ ਨਾ, ਹਾਂਜੀ ਹਾਂਜੀ ਸਾਲ ਬਾਅਦ ਕਰਦੇ ਸੀ, ਜੀ ਜੀ ਉਹਨੀ ਜਦੋਂ ਕਬੀਰ ਸਾਹਿਬ ਉਸ ਵੇਲੇ ਸੇਵਾ 'ਚ ਆ ਗਏ ਸੀ ਠੀਕ ਹੈ। ਤੇ ਕਬੀਰ ਸਾਹਿਬ ਨੂੰ ਕਹਿੰਦੇ ਵੀ ਸਾਰੇ ਜਿੰਨੇ ਚੇਲੇ ਸੀਗੇ ਰਾਮਾਨੰਦ ਮਹਾਰਾਜ ਦੇ, ਹਾਂਜੀ ਵੀ ਲਓ ਵੀ ਤੁਹਾਡੀਆਂ ਡਿਊਟੀਆਂ ਲਾਉਣੀਆਂ, ਠੀਕ ਹੈ ਆਪਾਂ ਸਰਾਧ ਕਰਨਾ, ਖੀਰ ਬਣਾਉਣੀ, ਕੜਾਹ ਬਣਾਉਣਾ। ਜੀ ਜੀ ਕਹਿੰਦੇ ਡਿਊਟੀਆਂ ਲਾਤੀਆਂ, ਤੂੰ ਸ਼ੱਕਰ ਲੈ ਕੇ ਆਉਣੀ ਆ। ਠੀਕ ਹੈ ਉਦੋਂ ਖੰਡ ਕਿੱਥੇ ਹੁੰਦੀ ਸੀ, ਸ਼ੱਕਰ ਹੁੰਦੀ ਸੀ। ਤੂੰ ਸ਼ੱਕਰ ਲੈ ਕੇ ਆਉਣੀ ਹੈ, ਜੀ, ਤੂੰ ਬਾਲਣ ਲੈ ਕੇ ਆਉਣਾ, ਤੂੰ ਚੌਲ ਲੈ ਕੇ ਆਉਣੇ। ਤੇ ਕਬੀਰ ਸਾਹਿਬ ਜੀ ਦੀ ਡਿਊਟੀ ਲਾਤੀ, ਤੂੰ ਦੁੱਧ ਲਿਆਉਣਾ ਹੈ। ਹਾਂਜੀ ਹਾਂਜੀ ਕਬੀਰ ਸਾਹਿਬ ਜੀ ਕਹਿੰਦੇ 7 ਵਚਨ ਉਹਨੇ ਭਾਂਡਾ ਚੱਕਿਆ, ਚਲੇ ਗਏ ਗਜਾ ਕਰਨ। ਚੌਲ ਲੈਣ ਵਾਲਾ ਚੌਲ ਲੈ ਕੇ ਆ ਗਿਆ ਦੁਪਹਿਰ ਤੱਕ, ਹਾਂਜੀ ਹਾਂਜੀ ਸ਼ੱਕਰ ਲੈਣ ਵਾਲਾ ਸ਼ੱਕਰ ਲੈ ਕੇ ਆ ਗਿਆ, ਬਾਲਣ ਵਾਲਾ ਬਾਲਣ ਲੈ ਆਇਆ, ਜੀ ਜੀ ਸਾਰੇ ਹੀ ਆ ਗਏ, ਕਬੀਰ ਸਾਹਿਬ ਨਹੀਂ ਆਏ। ਜੀ ਜੀ ਜਦੋਂ ਕਬੀਰ ਸਾਹਿਬ ਨਹੀਂ ਆਏ, ਠੀਕ ਹੈ ਉਸ ਵੇਲੇ ਫਿਰ ਸਾਰੇ ਸੇਵਾਦਾਰ ਕੋਲ ਆ ਤੇ ਰਾਮਾਨੰਦ ਜੀ ਪੁੱਛਦੇ ਵੀ ਕਬੀਰ ਨਹੀਂ ਆਇਆ ਦੁੱਧ ਲੈ ਕੇ, ਵੀ ਦੁੱਧ ਤਾਂ ਖੀਰ ਦੀ ਮੇਨ ਆ ਮੇਨ ਹਾਂਜੀ ਤੇ ਖੀਰ ਸਰਾਧਾਂ ਦੀ ਮੇਨ ਆ ਮੇਨ ਹਾਂਜੀ ਹਾਂਜੀ ਨਾ, ਦੁੱਧ ਆਉ ਤਾਂ ਬਈ ਉਹ ਆਏ ਨਹੀਂ, ਦੁੱਧ ਆਊ ਤਾਂ ਬਣੂ, ਜੀ ਜੀ ਕੀ ਕਰੀਏ। ਕਹਿੰਦੇ ਜੀ ਦੇਖ ਕੇ ਆਓ ਜਾ ਕੇ। ਹਾਂਜੀ ਸੇਵਾਦਾਰ ਦੇਖਣ ਗਏ, ਹਾਂਜੀ ਜੋ ਦੇਖਿਆ ਜਾ ਕੇ ਤਾਂ ਕਬੀਰ ਸਾਹਿਬ ਨੂੰ ਦੇਖਿਆ, ਜੀ ਹਾਂਜੀ ਫਟਾਫਟ ਭੱਜੇ ਹੀ ਆਏ ਡੇਰੇ ਨੂੰ। ਠੀਕ ਹੈ ਆ ਕੇ ਕਹਿੰਦੇ ਮਹਾਰਾਜ ਜੀ ਚੱਲ ਕੇ ਦੇਖੋ, ਜੇ ਹਿਸਾਬ ਨਾਲ ਕਬੀਰ ਦੁੱਧ ਲਿਆਉਣ ਦੀ ਕੋਸ਼ਿਸ਼ ਕਰਦਾ ਉਹ ਤਾਂ ਅਗਲੇ ਸਾਲ ਤੱਕ ਨਹੀਂ ਆਉਂਦਾ। ਨਹੀਂ ਆਉਂਦਾ ਅੱਛਾ ਐਸੀ ਕੀ ਗੱਲ ਹੋ ਗਈ, ਤੁਸੀਂ ਸਮਝਾਓ ਅਖੇ। ਚੱਲ ਕੇ ਠੀਕ ਹੈ ਗਏ, ਜੋ ਦੇਖਿਆ ਤਾਂ ਕਬੀਰ ਸਾਹਿਬ ਮਰੀ ਗਾਂ ਦੇ ਥਣ ਖਿੱਚਣ ਡੈ। ਖਿੱਚਣ ਲੱਗੇ ਦੁੱਧ ਦੇ ਦੇ, ਅੱਛਾ ਜੀ ਦੁੱਧ ਦੇ ਦੇ, ਮੇਰੇ ਗੁਰੂ ਨੇ ਮੰਗਾਇਆ, ਦੁੱਧ ਦੇ ਦੇ, ਖੀਰ ਬਣਾਉਣੀ, ਸਰਾਧ ਕਰਨਾ, ਦੁੱਧ ਦੇ ਦੇ। ਜੀ ਜੀ ਤੇ ਰਾਮਾਨੰਦ ਜੀ ਨੇ ਜਾ ਕੇ ਕਹਿੰਦੇ ਮੱਥੇ ਤੇ ਹੱਥ ਮਾਰਿਆ ਤੇ ਕਹਿੰਦੇ ਉਹ ਕਬੀਰ, ਉਹ ਕਦੇ ਮਰਿਆ ਪਸ਼ੂ ਵੀ ਦੁੱਧ ਦਿੰਦਾ? ਜੀ ਜੀ ਉਹ ਉੱਠ ਕੇ ਖੜ ਕੇ ਹੱਥ ਜੋੜ ਕੇ ਕਹਿੰਦੇ ਜੀ ਤੁਹਾਡੀ ਸਿੱਖਿਆ ਤੇ ਹੀ ਚੱਲਦਾ, ਜੀ 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 ਤੁਸੀਂ ਮੇਰੇ ਗੁਰੂ ਹੋ। ਹੂੰ ਕਹਿੰਦੇ ਮੈਂ ਤੈਨੂੰ ਕਦੋਂ ਕਿਹਾ ਮਰੀ ਗਾਂ ਦੁੱਧ ਦਿੰਦੀ ਆ? ਜੀ ਜੀ ਕਹਿੰਦੇ ਜੇ ਤੁਹਾਡੇ ਗਏ ਪੂਰੇ ਹੋਏ ਬਜ਼ੁਰਗ ਖਾ ਸਕਦੇ ਆ, ਖਾ ਸਕਦੇ ਉਹਨਾਂ ਦਾ ਤਾਂ ਸਰੀਰ ਵੀ ਹੈ ਨਹੀਂ, ਸਰੀਰ ਵੀ ਵੀ ਇਹ ਮਰੀ ਗਾਂ ਦੁੱਧ ਨਹੀਂ ਦੇ ਸਕਦੀ ਜੇ ਇਹਦਾ ਸਰੀਰ ਤਾਂ ਪਿਆ ਇੱਥੇ। ਸਰੀਰ ਤਾਂ ਪਿਆ ਭਾਵ ਇਹ ਨਹੀਂ ਕਿਹਾ ਰਾਮਾਨੰਦ ਜੀ ਨੇ ਕਿ ਤੂੰ ਮੈਨੂੰ ਚੇਲਾ ਹੋ ਕੇ ਕਿੱਦਾਂ ਬੋਲਦਾ। ਕਿੱਦਾਂ ਬੋਲਦਾ ਠੀਕ ਹੈ। ਬਿਲਕੁਲ ਜੇ ਗੱਲ ਸਿੱਖਣ ਵਾਲੀ ਸੀ ਸਿੱਖ ਲਈ ਤਾਂ ਉਹਨਾਂ ਨੂੰ ਗਲ ਲਾਇਆ ਜੀ ਤੇ ਕਹਿੰਦੇ ਕਬੀਰ ਜੇ ਅੱਜ ਤੋਂ ਬਾਅਦ ਆਪਾਂ ਵੀ ਸਰਾਧ ਨਹੀਂ ਕਰਦੇ। ਜੀ ਫੇਰ ਉੱਥੇ ਕਬੀਰ ਸਾਹਿਬ ਨੇ ਬਚਨ ਉਚਾਰਿਆ, ਕਬੀਰ ਜੀਵਤ ਪਿੱਤਰ ਨਾ ਮਾਨੇ ਕੋਊ, ਮੂਹੇ ਮੂਏ ਸਰਾਧ ਕਰਾਈ, ਪਿੱਤਰ ਵੀ ਬੱਪਰੇ ਕਹੋ ਕਿਆ ਪਾਵੈ ਕਊਏ ਕੂਕਰ ਖਾਈ। ਸਾਈ। ਕਹਿੰਦੇ ਫਿਰ ਜੀਂਦੇ ਮਾਂ ਪਿਓ ਦੀ ਜੇ ਸੇਵਾ ਹੀ ਨਹੀਂ ਕਰਦੇ, ਮਰਿਆਂ ਤੇ ਸਰਾਧ ਕਰਨ ਦਾ ਕੀ ਫਾਇਦਾ, ਹੈਨਾ ਜੀ। ਤੇ ਇੱਥੇ ਮੈਂ ਮਾਂ ਪਿਓ ਨੂੰ ਵੀ ਇੱਕ ਬੇਨਤੀ ਕਰੂੰਗਾ ਜੀ ਜੀ ਕਿ ਆਪਣਾ ਸਮਾਂ ਲੰਘ ਗਿਆ। ਜੀ 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 ਹੁਣ ਦੇਖੋ ਤੁਹਾਡੇ ਵੇਲੇ ਹਾਂਜੀ ਅੱਜ ਵਾਲੇ ਸਾਧਨ ਹੈ ਨਹੀਂ ਸੀ, ਹਾਂਜੀ 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 ਤੁਹਾਡੇ ਬਜ਼ੁਰਗਾਂ ਵੇਲੇ ਤੁਹਾਡੇ ਵਾਲੇ ਸਾਧਨ ਹੈ ਨਹੀਂ ਸੀ। ਸਹੀ ਗੱਲ ਅੱਜ ਤੁਸੀਂ ਮੋਟਰਸਾਈਕਲਾਂ ਤੇ ਘੁੰਮਦੇ ਆ, ਹਾਂਜੀ ਹਾਂਜੀ ਆਪਣੇ ਬਜ਼ੁਰਗ ਤਾਂ ਨਹੀਂ ਘੁੰਮੇ। ਤੁਰ ਕੇ ਜਾਂਦੇ ਰਹੇ ਜੀ, ਮੇਰੇ ਨੂੰ ਰੋਟੀ ਤੁਰ ਕੇ ਲੈ ਕੇ ਜਾਂਦੇ ਰਹੇ। ਆਪਾਂ ਅੱਜ ਟਰੈਕਟਰਾਂ ਨਾਲ ਖੇਤੀ ਕਰਦੇ ਹੋ, ਪਸ਼ੂਆਂ ਨਾਲ ਕਰਦੇ ਰਹੇ। ਸਮਾਂ ਬਦਲ ਗਿਆ ਨਾ, ਸਮਾਂ ਬਦਲ ਗਿਆ ਪਰ ਤੁਹਾਡੇ ਬਜ਼ੁਰਗ ਹੁਣ ਉਸ ਤਰ੍ਹਾਂ ਜੀਣਗੇ ਜਿੱਦਾਂ ਦਾ ਤੁਹਾਡਾ ਸਮਾਂ। ਜੀ 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 ਬਜ਼ੁਰਗਾਂ ਨੂੰ ਆਪਣਾ ਆਪ ਢਾਲਣਾ ਚਾਹੀਦਾ ਜੀ ਜੀ ਤੇ ਤੁਹਾਨੂੰ ਹੁਣ ਢਾਲਣਾ ਪੈਣਾ ਆਪਣੇ ਬੱਚਿਆਂ ਦੇ ਹਿਸਾਬ ਨਾਲ। ਕੋਈ ਨਹੀਂ ਸੁਣੋ, ਆਪਣੇ ਬੱਚਿਆਂ ਦੇ ਹਿਸਾਬ ਨਾਲ, ਬਿਲਕੁਲ ਸਹੀ ਗੱਲ ਕਿਉਂਕਿ ਤੁਹਾਡੇ ਕੋਲ ਟਰੈਕਟਰ ਆਏ, ਜੀ ਜੀ ਮੋਟਰਸਾਈਕਲ ਆਏ, ਜੀ ਜੀ ਗਾਂ ਬੱਚਿਆਂ ਕੋਲ ਗੱਡੀਆਂ ਆ ਗਈਆਂ, ਹਾਂਜੀ ਹਾਂਜੀ ਹੈਨਾ। ਗਾਂ ਬੱਚਿਆਂ ਦੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਆ ਗਈਆਂ। ਜੀ ਜੀ ਹੁਣ ਬੱਚੇ ਜਿੱਦਾਂ ਜੀ ਜੀ ਦਇਆ ਸਿੰਘ ਜੀ, ਕਬੀਰ ਸਾਹਿਬ ਦੀ ਗੱਲ ਕਰਦੇ ਆ। ਦਇਆ ਸਿੰਘ ਜੀ ਕਬੀਰ ਸਾਹਿਬ ਗਏ ਸੀ ਦੁੱਧ ਲੈਣ ਵਾਸਤੇ, ਰਾਮਾਨੰਦ ਜੀ ਦੀ ਤਾਂ ਸੰਗਤ ਵਿੱਚ ਗਏ ਸੀ ਨਾ, ਉਹਨਾਂ ਨੇ ਭੇਜੇ ਸੀ। ਤਾਂ ਜਦੋਂ ਫਿਰ ਇਹ ਬਚਨ ਆਉਂਦਾ ਹੈ ਬਾਣੀ ਦਾ, ਵੀ ਭਾਵ ਗੱਲ ਘੁੰਮ ਕੇ ਉੱਥੇ ਹੀ ਮੁੱਕਦੀ ਹੈ ਜੀ, ਵੀ ਜਿੰਨਾ ਚਿਰ ਤੁਸੀਂ ਘਰ 'ਚ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ, ਕਰਦੇ ਹਾਂ ਉਹਨਾਂ ਚਿਰ ਤੁਹਾਡਾ ਬਾਹਰ ਲੰਗਰ ਲਾਏ। ਵੀ ਆਪਣਾ ਆਪ ਢਾਲਣਾ ਪਊ ਨਾਲ ਲੱਗਦਾ। ਹਾਂ, ਬਜ਼ੁਰਗਾਂ ਨੂੰ ਫਿਰ ਆਪਣੇ ਬੱਚਿਆਂ ਦੇ ਹਿਸਾਬ ਨਾਲ ਬਦਲਣਾ ਪਏਗਾ। ਜੀ, ਜੀ। ਠੀਕ ਹੈ, ਤੁਹਾਡੇ ਸਮੇਂ 'ਚ ਤੁਸੀਂ ਮਰਜ਼ੀ ਕੀਤੀ, ਤੁਸੀਂ ਆਪਣੇ ਹਿਸਾਬ ਨਾਲ ਕੰਮ ਕੀਤੇ। ਜੀ ਜੀ ਅੱਜ ਬੱਚਿਆਂ ਦਾ ਆਪਣਾ ਸਮਾਂ ਹੈ ਜੀ ਤੇ ਤੁਹਾਨੂੰ ਅੱਜ ਬੱਚਿਆਂ ਨਾਲ ਮਿਲ ਕੇ ਚੱਲ ਕੇ ਉਹਨਾਂ ਦੇ ਹਿਸਾਬ ਨਾਲ ਜ਼ਿੰਦਗੀ ਜੀਣੀ ਚਾਹੀਦੀ ਆ। ਜੀ ਜੀ ਤੇ ਬੱਚਿਆਂ ਨੂੰ ਵੀ ਚਾਹੀਦਾ ਵੀ ਜੋ ਮਾਂ ਪਿਓ ਕਹਿਣ ਉਹਨਾਂ ਤੇ ਵੀ ਪਹਿਰਾ ਦੇਣਾ ਚਾਹੀਦਾ। ਠੀਕ ਹੈ ਬਹਿ ਕੇ ਸਲਾਹ ਕਰ ਲਓ, ਲੜੋ ਨਾ। ਲੜੋ ਨਾ, ਬਹਿ ਕੇ ਕਰ ਲਓ। ਬਜ਼ੁਰਗ ਦੀ ਦਾੜੀ ਨਾ ਪੱਟੋ, ਮਾਂ ਦੇ ਕੇਸਾਂ ਨੂੰ ਨਾ ਪੱਟੋ, ਮਾਂ ਪਿਓ ਦੇ ਚਪੇੜਾ ਨਾ ਮਾਰੋ, ਉਹਨਾਂ ਨੂੰ ਬਿਰਧ ਆਸ਼ਰਮਾਂ 'ਚ ਨਾ ਛੱਡੋ। ਹਾਂਜੀ ਹਾਂਜੀ ਇਦਾਂ ਦੇ ਕੰਮ ਨਾ ਕਰੋ, ਫਿਰ ਉੱਥੇ ਮਨ ਮਤਿਆ। ਜੀ ਜੀ ਤੇ ਹੁਣ ਜੇ ਕੋਈ ਸੰਗਤ ਨੇ ਗੱਲ ਕਰਨੀ ਹੈ ਤੇ ਤੁਸੀਂ ਜਿਹੜੇ ਆ ਜੀ ਕੋਈ ਸਵਾਲ ਆਪਣੇ ਵਿਚਾਰ ਜਿਹੜੇ ਸਾਨੂੰ ਦੇ ਸਕਦੇ ਆ, ਹਨਾ, ਜੀ ਤਾਂ ਕਿ ਆਪਾਂ ਫਿਰ ਗੱਲ
ਕਿਉਂਕਿ ਸਾਡੀ ਗੱਲ ਪੂਰੀ ਹੋ ਗਈ ਜਿਹੜੀ ਅਸੀਂ ਕਰਨੀ ਸੀ, ਹਾਂਜੀ ਹਾਂਜੀ ਤੇ ਸਮਾਂ ਵੀ ਤਕਰੀਬਨ ਸਵਾ ਘੰਟਾ ਹੋ ਗਿਆ। ਸਭਾ ਹਾਂਜੀ, ਤੇ ਆਪ ਜੀ ਜੇ ਕੋਈ ਸਵਾਲ ਹੈ, ਆਪ ਜੀ ਹਾਜ਼ਰੀ ਲਾਓ। ਕਿੱਥੋਂ ਕਿੱਥੋਂ ਵੇਖ ਰਿਹਾ ਜੀ? ਅੱਜ ਸੰਗਤ ਕਿੱਥੋਂ ਕਿੱਥੋਂ ਦੇਖ ਰਹੀ ਹੈ, ਸਾਰੇ ਦੱਸਿਓ ਜੀ। ਨਾਲ ਲੱਗਦਾ ਲਿਖ ਦਿਆ ਕਰਨ, ਵਧੀਆ। ਮਹਾਂਪੁਰਸ਼ਾਂ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ। ਰਾਜਵੀਰ ਜੀ ਕਹਿੰਦੇ ਕੀ ਗੱਲ, ਜਿਹੜੇ ਆਹ ਬਜ਼ੁਰਗਾਂ ਦਾ ਸਰਾਧ ਸਰੂਧ ਕਰਦੇ ਆ, ਹਾਂਜੀ ਕਹਿੰਦੇ ਕੀ ਗੱਲ ਉਹ ਕੜਾਹ ਖੀਰ ਮੰਗਦੇ ਹੁੰਦੇ ਵੀ ਸਾਨੂੰ ਦਿਓ। ਉਹ ਗੱਲ ਤਾਂ ਇਹ ਆ ਜੀ, ਬਠਿੰਡਾ ਤੋਂ ਸੰਗਤ, ਸਾਡੇ ਢਿੱਲਵਾਂ ਜਲੰਧਰ, ਰੱਖੇ ਸੀ ਆਪਣੇ ਗਿੱਦੜਬਾਹਾ ਜੰਮੂ, 550 ਸਾਲੇ ਤੇ ਪਿੰਡ ਨਾਜਕਾ, ਧਰਮਕੋਟ। ਮੈਂ ਤਾਂ ਕਹਿੰਦਾ ਵੀ ਕਈ ਵਾਰੀ ਬਜ਼ੁਰਗਾਂ ਨੂੰ ਜੀਂਦਿਆਂ ਨੂੰ ਮਿੱਠਾ ਬੰਦ ਕਰ ਦਿੰਦੇ ਆ 500 ਸਾਲੇ ਦੇ ਆਪਾਂ ਪ੍ਰੋਗਰਾਮ ਨਹੀਂ ਸੀ ਰੱਖੇ, ਉਹਦੇ ਜੀ। ਵਿੱਚ ਸਰਾਧ ਵੀ ਆਏ ਸੀ ਜੀ। ਤੇ ਉਹ ਕੁਦਰਤੀ ਜਿੱਥੇ ਜਾਓ ਖੀਰ ਬਣੀ ਹੁੰਦੀ ਬਣੀ ਸੀ। ਹੁੰਦੀ ਸੀ। ਵਾਹਿਗੁਰੂ ਜੀ ਮਿਹਰ ਕਰਨ, ਕਿਉਂ ਸਾਡੇ ਤੋਂ ਵੀ ਕੋਈ ਕਮੀ ਨਾ ਰਹੇ ਜੀ ਜੀ ਸੱਸ ਸਹੁਰੇ ਦੀ ਸੇਵਾ 'ਚ। ਇਹ ਵੀ ਆਪਾਂ ਗੱਲ ਕਰਦੇ। ਹਾਂਜੀ ਹੁਣ ਕੋਈ ਔਕੜ ਨਾ ਆਵੇ, ਬਾਬਾ ਜੀ ਅਰਦਾਸ ਕਰਿਓ। ਅਸੀਂ ਹਿਮਾਚਲ ਦੇ ਚਿੰਤਪੁਰਨੀ 'ਚ ਰਹਿੰਦੇ ਆ। ਜੀ ਜੀ ਬਿਲਕੁਲ ਜੀ ਬਿਲਕੁਲ। ਇੱਥੇ ਗੁਰੂ ਘਰ ਨਹੀਂ ਆ, ਜੀ ਜੀ ਬਹੁਤ ਮਨ ਕਰਦਾ ਹੈ ਗੁਰੂ ਘਰ ਜਾਣ ਲਈ। ਜੀ। ਤੁਹਾਡੇ ਲਾਗੇ ਗਗਰੇਟ ਉੱਥੇ ਗੁਰੂ ਘਰ ਹੈਗੇ ਜੀ, ਅਸੀਂ ਉੱਥੇ ਕੀਰਤਨ ਕਰਕੇ ਆਉਂਦੇ ਰਹੇ ਹਾਂ। ਯੂਪੀ ਤੋਂ, ਲਖੀਮਪੁਰ ਤੋਂ ਸੰਗਤ, ਅੰਮ੍ਰਿਤਸਰ ਸਾਹਿਬ, ਮੋੜਾਂ, ਗੋਲੀਆ ਖੁਰਦ, ਮਲੋਟ, ਅੰਮ੍ਰਿਤਸਰ, ਜੀ ਨੰਗਲ, ਅੰਬੀਆਂ ਤੇ ਸ਼੍ਰੀ ਹਰਗੋਬਿੰਦਪੁਰ, ਗੁਰਦਾਸਪੁਰ, ਪਿੰਡ ਚੂੜਚੱਕ, ਮੋਗਾ, ਘੋਲੀਆਂ ਖੁਰਦ, ਮੋਗਾ, ਯੂਪੀ। ਸੰਗਤ ਦੂਰੋਂ ਦੂਰੋਂ ਇਹ ਫਾਇਦਾ ਹੁੰਦਾ ਜੀ। ਇਹ ਫਾਇਦਾ ਹੁੰਦਾ ਜੀ। ਹੁਣ ਕਿੰਨੀਆਂ ਸੰਗਤਾਂ ਨਾਲ ਜੁੜਦੀਆਂ, ਰੋਜ਼ ਕਿੰਨੀ ਸੰਗਤ ਰੋਜ਼ ਦੇਖਦੀ ਸੁਣਦੀ। ਬਿਲਕੁਲ ਕਈ ਵਾਰੀ ਤਾਂ ਬਾਬਾ ਜਗਰੂਪ ਸਿੰਘ ਜੀ ਕਹਿੰਦੇ ਹੁਣ ਤਾਂ ਸਾਰੇ ਜਾਂਦੇ ਹੀ ਸ਼ੂਗਰ ਨਾਲ ਆ। ਬਿਲਕੁਲ ਠੀਕ ਹੈ ਬਾਬਾ ਜੀ। ਚਰਨਪ੍ਰੀਤ ਸਿੰਘ ਉਦਾਸੀਨ ਲੁਧਿਆਣੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੇ ਕੋਈ ਸਵਾਲ ਇਸ ਪ੍ਰਥਾਏ ਆਪ ਜੀ ਨੇ ਪੁੱਛ, ਹਾਂ ਨਾਲੇ ਕੱਲ ਦਾ ਸਾਨੂੰ ਵਿਸ਼ਾ ਦਿਓ ਸੰਗਤ ਜੀ। ਕੱਲ ਦਾ ਵਿਸ਼ਾ ਕੀ ਰੱਖੀਏ ਆਪਾਂ? ਹਾਂਜੀ ਹਾਂਜੀ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਸੰਗਤ ਦੇਖ ਰਹੀ ਜੀ। ਸਾਨੂੰ ਹੁਣ ਇੱਥੋਂ ਵਿੱਚੋਂ ਗੱਲਾਂ ਬਹੁਤ ਮਿਲਦੀਆਂ। ਸਿੱਖਣ ਨੂੰ ਮਿਲਦਾ ਕੁਝ। ਜ਼ਰੂਰੀ ਨਹੀਂ ਅਸੀਂ ਇਸ ਗੱਲ ਦਾ ਨਹੀਂ ਕਹਿੰਦੇ ਸਾਨੂੰ ਹੀ ਪਤਾ ਸਾਰਾ, ਵਿੱਚੋਂ ਬਹੁਤ ਗੱਲਾਂ ਮਿਲਦੀਆਂ। ਸੰਗਤ ਦੇ ਵਿੱਚ ਜਾਵੋ, ਗਾਂਹ ਤੋਂ ਗਾਂਹ ਗੱਲ ਮਿਲਦੀ ਆ। ਕੁਝ ਨਾ ਕੁਝ ਮਿਲਦਾ। ਹਾਂਜੀ ਬਹੁਤ ਹਾਂਜੀ। ਹਰਦੇਵ ਸਿੰਘ ਜੀ ਸਾਡਾ ਰੋਜ਼ ਦਾ ਟਾਈਮ ਇੱਕੋ ਹੀ ਆ ਜੀ, 4 ਵਜੇ ਸ਼ਾਮ ਨੂੰ। ਉਹ ਕਹਿੰਦੇ ਲਾਈਵ ਹੋਣ ਦਾ ਟਾਈਮ ਪਹਿਲਾਂ ਪਾ ਦਿਆ ਕਰੋ। ਸਾਡਾ ਟਾਈਮ ਤਕਰੀਬਨ 4 ਵਜੇ ਹੀ ਆ ਜੀ ਸ਼ਾਮ ਨੂੰ। ਸਾਊਦੀ ਅਰਬ ਤੋਂ ਦੇਖਦੇ ਜੀ। ਕੁਰਸੀਆਂ ਵੀ ਬਦਲ ਕੇ ਲਿਆਂਦੀ। ਡਰੋਲੀ ਖੁਰਦ, ਅੱਛਾ। ਡੇਰਾ ਬਾਬਾ ਨਾਨਕ। ਹੋਰ ਦੇ ਦੇ ਤੁਸੀਂ ਤਾਂ ਬਾਬਾ ਸ਼੍ਰੀ ਚੰਦ ਜੀ ਦੇ ਧਰਤੀ ਤੇ ਰਹਿੰਦੇ ਹੋ, ਗੁਰੂ ਨਾਨਕ ਮਹਾਰਾਜ ਦੀ। ਨਹੀਂ ਠੀਕ ਆ। ਕੁਦਰਤੀ ਕੰਮ ਆ ਗਿਆ। ਗੁਰਸ਼ਰਨ ਸੰਧੂ ਜੀ। ਕੱਲ ਦਾ ਵਿਸ਼ਾ ਦੱਸੋ ਜੀ ਕੀ ਰੱਖੀਏ? ਲਾਈਵ ਦੇਖਦਾ ਜੀ। ਅੱਛਾ ਅੱਛਾ ਕੱਲ ਆਪਾਂ ਰਹਿਤ ਮਰਜ਼ਾਦਾ ਦਾ ਰੱਖਿਆ ਸੀ। ਉਸ ਤੋਂ ਪਹਿਲਾਂ ਆਪਾਂ ਕੱਲ 52 ਹੁਕਮਨਾਮੇ ਸਾਹਿਬ ਦਾ ਸੀਗਾ। ਉਸ ਤੋਂ ਪਹਿਲਾਂ ਪਰਸੋਂ ਰਹਿਤ ਮਰਜ਼ਾਦਾ ਦਾ ਸੀ। ਉਸ ਤੋਂ ਪਹਿਲਾਂ ਬਾਬਾ ਸ਼੍ਰੀ ਚੰਦ ਜੀ ਦੇ ਬਾਰੇ, ਉਸ ਤੋਂ ਪਹਿਲਾਂ ਗੁਰਦੁਆਰਿਆਂ ਦੇ ਪ੍ਰਬੰਧਾਂ ਬਾਰੇ, ਉਸ ਤੋਂ ਪਹਿਲਾਂ ਫਿਰ ਪਾਠੀ ਸਿੰਘਾਂ ਬਾਰੇ, ਰਾਗੀ ਬਲਜਿੰਦਰ ਸਿੰਘ ਜੀ ਬਾਘਾ ਪੁਰਾਣਾ। ਬਾਬਾ ਜਗਰੂਪ ਸਿੰਘ ਜੀ ਆਪ ਜੀ ਕਿਰਪਾ ਕਰੋ, ਕੱਲ ਨੂੰ ਕਿਹੜਾ ਵਿਸ਼ਾ ਰੱਖੀਏ ਜੀ? ਚਰਨਪ੍ਰੀਤ ਸਿੰਘ ਜੀ, ਬਾਬਾ ਜੀ ਅਸੀਂ ਕਰਾਇਆ ਜੀ ਅੱਜ ਤੋਂ 3 ਦਿਨ ਪਹਿਲਾਂ ਦਾ ਲਾਈਵ ਦੇਖੋ ਆਪ ਜੀ। ਸਾਰਾ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਬਾਰੇ ਅਸੀਂ ਲਾਈਵ ਕੀਤਾ ਸੀ ਤੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਸੀ। ਬਹੁਤ ਪਾਏ ਆ, ਬਹੁਤ ਜ਼ਿਆਦਾ ਭੁਲੇਖੇ ਪਾਏ ਆ। ਹਾਂਜੀ ਹਾਂਜੀ। ਇੱਕ ਬੰਦਾ ਇਕੱਲੇ ਪਿੰਡ ਨੂੰ ਨਹੀਂ ਸਾਂਭ ਸਕਦਾ, ਸੁਧਾਰ ਨਹੀਂ ਜਿਹੜੇ ਸਕਦਾ। ਪਾਏ ਆ ਕੱਢਣ ਵਾਲਾ ਕੋਈ ਹੈ ਨਹੀਂ। ਆਪਾਂ ਹਾਂਜੀ ਹਾਂਜੀ ਸੱਚ ਦੱਸਦਾ ਹੀ। ਹੁਣ ਦੇਖੋ ਅਸੀਂ ਨਾ ਜੀ ਅੱਜ ਮਹਾਂਪੁਰਸ਼ਾਂ ਨਾਲ ਵੀ ਵਿਚਾਰ ਕਰਦੇ ਸੀਗੇ ਹਾਂਜੀ ਹਾਂਜੀ ਬਈ ਬਾਬਾ ਆਏ ਸੀ ਬਾਬਾ ਜੀ ਉੱਥੇ? ਹਾਂਜੀ ਅੱਛਾ ਉਹ ਕਹਿੰਦੇ ਵੀ ਆਹ ਜਿਹੜਾ ਤੁਸੀਂ ਉਪਰਾਲਾ ਸ਼ੁਰੂ ਕੀਤਾ ਜੀ ਜੀ ਹਾਂਜੀ ਹਾਂਜੀ। ਵੀ ਟਾਈਮ ਦੇ ਨਾਲ ਟਾਈਮ ਦੇ ਉਸ ਕੰਮ ਦਾ ਲਾਹਾ ਲੈਣਾ ਚਾਹੀਦਾ। ਲੈਣਾ ਚਾਹੀਦਾ। ਹੁਣ ਦੇਖੋ ਰੱਬ ਕਿੱਥੇ ਆ, ਕਹਿੰਦੇ ਕੱਲ ਦਾ ਵਿਸ਼ਾ ਰੱਖੋ। ਠੀਕ ਹੈ ਜੀ, ਰੱਬ ਕਿੱਥੇ ਆ? ਹਾਂਜੀ ਬਹੁਤ ਵਧੀਆ। ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਤੇ ਭਾਈ ਗੁਰਦਾਸ ਜੀ ਦੀਆਂ 12 ਬਾਰੇ ਖੁੱਲ੍ਹ ਕੇ ਵਿਚਾਰ ਰੱਖ ਲਓ। ਇਹ ਆਉਣ ਵਾਲੇ ਦਿਨਾਂ 'ਚ ਰੱਖਾਂਗੇ ਜੀ। ਆਪਣਾ ਕੱਲ ਨੂੰ ਕਰ ਲੈਨੇ ਆ ਵਿਸ਼ਾ ਇਹ ਵੀ ਰੱਬ ਕਿੱਥੇ ਆ। ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀਓ, ਬਿਲਕੁਲ ਸਹੀ ਗੱਲ ਹੈ ਨਾ ਜੀ? ਹਾਂਜੀ ਹਾਂਜੀ ਉਹ ਕੱਲ ਦਾ ਵਿਸ਼ਾ ਇਹੀ ਰੱਖ ਲਓ ਠੀਕ ਵੀ ਰੱਬ ਦੇ ਨਾਂ ਤੇ ਪਾਵਨ ਸਰੋਵਰਾਂ ਬਾਰੇ। ਬਾਬਾ ਜੀ ਕੱਲ ਨੂੰ ਦੋਨੇ ਵਿਸ਼ੇ ਰੱਖ ਲਾਂਗੇ ਜੀ।
ਬੰਦਾ ਇੱਕ ਕਹਿੰਦਾ ਹੁੰਦਾ ਵੀ ਲੋਕਾਂ ਨੇ ਰੱਬ ਜੇਬ 'ਚ ਪਾਇਆ। ਬਾਬਾ ਜੀ ਹਾਂਜੀ, ਬਾਬਾ ਜਗਰੂਪ ਸਿੰਘ ਜੀ ਕਹਿੰਦੇ ਸਰੋਵਰਾਂ ਬਾਰੇ ਵੀ ਜਿਹੜੇ ਸ਼ੰਕੇ ਪਾਏ ਜਾਂਦੇ ਆ। ਉਹ ਤਾਂ ਫਿਰ ਵਿਸ਼ਾ ਅਗਲਾ ਹੋ ਜਾਊ। ਬਾਬਾ ਜੀ ਆਪਾਂ ਕੱਲ ਨੂੰ ਇਹ ਦੋਨੇ ਰੱਖ ਲਾਂਗੇ ਜੀ, ਹਾਂਜੀ ਹਾਂਜੀ, ਦੋ ਇੱਕ ਪਰਮੇਸ਼ਰ ਦਾ ਠੀਕ ਹੈ ਵੀ ਰੱਬ ਕਿੱਥੇ ਆ, ਠੀਕ ਹੈ ਜੀ, ਤੇ ਦੂਜਾ ਸਰੋਵਰਾਂ ਦਾ। ਜੀ ਜੀ ਜੀ, ਜਸਪਾਲ ਸਿੰਘ ਜੀ ਕਹਿੰਦੇ ਗੁਹਾਟੀ ਆ ਜੀ, ਗੱਡੀ 'ਚ ਬੈਠੇ ਆ ਜੀ, ਸੁਣ ਰਹੇ ਆ। ਠੀਕ ਹੈ ਜੀ, ਟਰੱਕ ਦੀ ਮੇਰੇ ਖਿਆਲ ਗੱਡੀ ਚਲਾਉਂਦੇ ਆ ਚਲਾਉਂਦੇ ਆ ਤੇ ਰੋਜ਼ ਜੁੜਦੇ ਆ ਜੀ ਨਾਲ। ਇੱਕ ਦਿਨ ਜਾਂਦੇ ਜਾਂਦੇ ਸੁਣ ਰਹੇ ਸੀ, ਮੈਸੇਜ ਆਇਆ, ਕਹਿੰਦੇ ਬਹੁਤ ਵਧੀਆ ਜੀ। ਦੇਖੋ ਤੁਸੀਂ ਕਿੱਥੇ ਬੈਠੇ ਹੋ, ਇੱਥੇ ਬੈਠਣ ਬਿਲਕੁਲ ਜੇ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਹੋਵੇ ਤਾਂ ਉੱਥੇ ਉਸ ਬੰਦੇ ਸੱਦੇ ਬੁਲਾਵੇ ਵਾਲੇ ਆਉਣਗੇ। ਆਉਣਗੇ ਇਸ ਤਰ੍ਹਾਂ ਤੁਸੀਂ ਆਹ ਗੱਲ ਨਹੀਂ ਦੀ ਬਣਦੀ, ਨਾ ਕੋਈ ਬਹਿੰਦਾ ਹੀ ਆ ਸੁਣਨ ਨੂੰ। ਇੱਥੇ ਨਾਲੇ ਆਪਣਾ ਕੰਮ ਵੀ ਕਰੀ ਜਾਂਦੇ, ਸੁਣੀ ਜਾਂਦੇ, ਜਿੱਦਾਂ ਹਾਂਜੀ। ਗੱਡੀ ਚਲਾਉਂਦੇ ਆ ਨਾਲੇ ਸੁਣੀ ਹਾਂਜੀ, ਜਾਂਦੇ। ਤੇ ਰੌਲਾ ਗੋਲਾ ਨਹੀਂ ਹੈਗਾ। ਹਾਂਜੀ ਹਾਂਜੀ, ਬਹੁਤ ਵਧੀਆ ਜੀ ਜੀ, ਪੂਰੀ ਕੌਰ ਜੀ ਕੋਈ ਨਹੀਂ, ਆਪਣੇ ਨਾ ਇੱਕ ਮੈਂ ਬੇਨਤੀ ਕਰਾਂ ਤੁਹਾਨੂੰ ਸਾਰਿਆਂ ਨੂੰ, ਜਿਹੜੇ ਫੇਸਬੁੱਕ ਤੇ ਆਪ ਜੀ ਦੇ ਨਾਂ ਹੁੰਦੇ ਆ ਸਾਰੇ ਸਹੀ ਸਹੀ ਨਾਂ ਲਿਖਿਆ ਕਰੋ, ਸਿੱਧੇ ਸਿੱਧੇ ਨਾਂ ਲਿਖਿਆ ਕਰੋ। ਜਿੱਦਾਂ ਮੇਰਾ ਲਿਖਿਆ ਹੋਇਆ ਭਾਈ ਮਨਜਿੰਦਰ ਸਿੰਘ, ਬਾਬਾ ਜਗਰੂਪ ਸਿੰਘ ਜੀ ਨੇ ਆਪਣਾ ਨਾਮ ਹੁਣ ਅੱਗੇ ਪਿੱਛੇ ਕਰਕੇ ਨਾ ਨਾਂ ਲਿਖਿਆ ਕਰੋ, ਸਾਰੇ ਆਪਣੇ ਰੀਅਲ ਨਾਂ ਲਿਖੋ। ਇੱਕ ਬੇਨਤੀ ਮੈਂ ਹੋਰ ਕਰੂੰ, ਜਿਹੜੇ ਫੇਕ ਆਈਡੀਆਂ ਬਣਾਉਂਦੇ ਆ ਜੀ, ਹਾਂਜੀ ਹਾਂਜੀ, ਉਹਨਾਂ ਦਾ ਕੰਮ ਹੁੰਦਾ ਹੈ ਹਰ ਕੋਈ ਗੱਲ ਹੋਵੇ ਜਿੱਥੋਂ ਵੀ ਜੀ ਕੁਵੈਤ ਤੋਂ ਸੰਗਤ ਦੇਖਦੀ ਹੈ ਜੀ। ਜੀ ਜੀ, ਧੰਨਵਾਦ ਜੀ। ਮਤਲਬ ਜਿੱਥੇ ਵੀ ਕੋਈ ਗੱਲ ਹੋਵੇ ਨਾ ਵਿੱਚ ਜਾਂ ਗਾਲਾਂ ਕੱਢੀ ਜਾਣਗੇ ਗਾਲਾਂ ਕੱਢੀ ਜਾਂ ਜਾਂਦੇ, ਪੁੱਠੀਆਂ ਸਿੱਧੀਆਂ ਗੱਲਾਂ। ਗੱਲਾਂ ਵਿੱਚ ਖਾਣਗੇ। ਪਰ ਇੱਕ ਆਪਣੇ ਸੋਹਣ ਸਿੰਘ ਜੀ ਇੱਕ ਗੱਲ ਹੋਰ ਵੀ ਮੈਂ ਤੁਹਾਨੂੰ ਦੱਸਦਾ, ਹਾਂਜੀ ਆਪਾਂ ਕਿੰਨੇ ਦਿਨਾਂ ਦੇ ਲਾਈਵ ਹੁੰਨੇ ਆ, ਹਾਂਜੀ ਅੱਜ 12ਵਾਂ ਐਪੀਸੋਡ ਆ ਆਪਣਾ। ਹਾਂਜੀ ਹਾਂਜੀ, ਸੰਗਤ ਬਹੁਤ ਸੁਣਦੀ ਆ, ਬਹੁਤ ਸਵਾਲ ਪੁੱਛਦੀ ਆ, ਤੇ ਗਲਤ ਗੱਲ ਪਰ ਗੁਰੂ ਸਾਹਿਬ ਦੀ ਕਿਰਪਾ ਕਿਸੇ ਨੇ ਅੱਜ ਤੱਕ ਮਾੜਾ ਸ਼ਬਦ ਨਹੀਂ ਬੋਲਿਆ। ਹਾਂਜੀ ਹਾਂਜੀ, ਸਾਰੇ ਸੁਹਿਰਦ ਤੇ ਚੰਗੀ ਸੋਚ ਵਾਲੇ ਚੰਗੀ ਸੋਚ ਵਾਲੇ ਜੁੜੇ ਆ ਨਾਲ। ਵੀਰ ਭਰਾ ਨਾਲ ਜੁੜੇ ਹੋਏ, ਹਾਂਜੀ, ਇਹ ਹੁੰਦਾ ਆ। ਬਿਲਕੁਲ ਬਿਲਕੁਲ ਜੀ। ਤੇ ਕਦੇ ਵੀ ਨਕਲੀ ਆਈਡੀ ਨਾ ਬਣਾਓ, ਜੀ ਜੀ ਕਦੇ ਨਕਲੀ ਆਈਡੀ ਬਣਾ ਕੇ ਕਿਸੇ ਨੂੰ ਗਾਲਾਂ ਨਾ ਕੱਢੋ। ਜੀ ਜੀ, ਕਹਿੰਦੇ ਬਾਬਾ ਜਗਰੂਪ ਸਿੰਘ ਜੀ ਕਹਿੰਦੇ ਇਹ ਤਾਂ ਮੋਬਾਈਲ ਵੀ ਗੁਰੂ ਘਰ ਹੀ ਬਣਿਆ ਪਿਆ, ਜਿੱਥੋਂ ਗੁਰੂ ਦੀਆਂ ਗੱਲਾਂ ਰੋਜ਼ ਸੁਣਨ ਨੂੰ ਮਿਲਦੀਆਂ। ਜੀ ਜੀ, ਇਦਾਂ ਹੀ ਆ ਜੀ। ਇਹ ਰੱਬ ਦੇ ਪਿਆਰਿਆਂ ਦੀ ਇਹ ਸੋਚ ਆ ਨਾ। ਹੁਣ ਇਸੇ ਫੋਨ 'ਚ ਹੀ ਭਾਵੇਂ ਗੰਦਮੰਦ ਦੇਖੀ ਜਾਓ, ਗਾਲਾਂ ਕੱਢੀ ਜਾਓ, ਜੋ ਮਰਜ਼ੀ ਕਰੀ ਜਾਓ। ਇਹ ਤਾਂ ਸਾਡੇ ਹੱਥ 'ਚ ਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਜੀ। ਕੱਲ ਨੂੰ ਸਰੋਵਰਾਂ ਬਾਰੇ ਤੇ ਅਕਾਲ ਪੁਰਖ ਬਾਰੇ ਇਹ ਆਪਾਂ ਵਿਸ਼ਾ ਕੱਲ ਦਾ ਰੱਖਾਂਗੇ ਜੀ। ਹੁਣ ਇੱਥੇ ਟੈਂਕੀ ਲਾਈ ਆ ਪਾਣੀ ਦੀ। ਹਾਂਜੀ ਮੈਨੂੰ ਇੱਕ ਬੰਦਾ ਕਹਿੰਦਾ ਇੱਥੇ ਤੁਹਾਡੇ ਇੱਥੇ ਸ਼ਰਾਬ ਪੀਂਦੇ ਤੁਸੀਂ ਕਹੀਓ ਸਪੀਕਰ 'ਚ। ਰਾਜਸਥਾਨ ਤੋਂ ਧੰਨਵਾਦ ਜੀ। ਮੈਂ ਕਿਹਾ ਆਪਾਂ ਤਾਂ ਲਾਤੀ, ਹੁਣ ਲਾਉਣ ਵਾਲੇ ਦੇਖਣ, ਪਾਣੀ ਪੀਣ ਵਾਲੇ ਵਾਲਿਆਂ ਦਾ ਦੇਖਣਾ, ਹਾਂ। ਪੀਣ ਵਾਲੇ ਨੂੰ ਪੀਣ ਦੇਖਣਾ ਵੀ ਵਾਲਿਆਂ ਨੂੰ ਮੈਂ ਦੇਖਣਾ ਕਰਨਾ ਕੀ ਇੱਥੇ, ਕਰਨਾ ਪਾਣੀ ਕੀ। ਪੀਣਗੇ ਸ਼ਰਾਬ ਪੀਣਗੇ। ਬਿਲਕੁਲ ਅਸੀਂ ਕਿਸੇ ਨੂੰ ਕਾਹਤੇ ਕਹੀਏ, ਸਾਨੂੰ ਨਹੀਂ ਲੋੜ ਕਹਿਣ ਦੀ, ਅਸੀਂ ਤਾਂ ਲਾਤੀ ਆ। ਅਸੀਂ ਪਾਣੀ ਲਈ ਲਾਤੀ, ਉਹਦਾ ਅਗਲੇ ਹਾਂਜੀ, ਨਹੀਂ ਛੱਡਦਾ ਵੀ ਅਗਲੇ ਨੇ ਸ਼ਰਾਬ ਵਿੱਚ ਪੀਣੀ ਉੱਥੇ ਬਹਿ ਕੇ ਜਾਂ ਕੀ ਕਰਨਾ। ਜੀ ਜੀ, ਧੰਨਵਾਦ ਹਰਦੇਵ ਸਿੰਘ ਜੀ। ਕਰੋ ਆਪ ਜੀ, ਬਸ ਤਕਰੀਬਨ ਸਾਡੀ ਵੀ ਸਮਾਪਤੀ ਆ। ਮੈਂ ਸੰਗਤ ਦੇ ਵਿਚਾਰ ਦੇਖਦਾ ਸੀਗਾ ਜੀ। ਸੋ ਇਸੇ ਤਰ੍ਹਾਂ ਕੱਲ ਨੂੰ ਸ਼ਾਮ ਨੂੰ 4 ਵਜੇ ਕਹਿੰਦੇ ਕਿ ਇਹੀ ਕੰਟਰੀ ਆ ਜਿੱਥੇ ਗੁਰੂ ਘਰ ਹੈ ਨਹੀਂ। ਅੱਛਾ, ਕਿੱਥੇ? ਆਪਣੇ ਕੁਵੈਤ 'ਚ? ਹਾਂਜੀ ਹਾਂਜੀ, ਕੁਵੈਤ 'ਚ ਮੈਂ ਜਾਇਆ ਆ, ਮੈਨੂੰ ਆਪਾਂ ਪਤਾ। ਗਏ ਸੀ। ਹਾਂਜੀ, ਤੁਸੀਂ ਗਏ ਤਾਂ ਸੀਗੇ। ਮੈਂ ਪਿਛਲੇ ਸਾਲ ਹੀ 550 ਸਾਲੇ ਤੇ ਹਾਜ਼ਰੀ ਲਾ ਕੇ ਗਿਆ ਜੀ। ਉੱਥੇ ਸਕੂਲ 'ਚ ਹੀ ਪ੍ਰੋਗਰਾਮ ਰੱਖਦੇ ਆ ਰਲ ਕੇ। ਜਗਤਾਰ ਸਿੰਘ ਜੀ ਕਹਿੰਦੇ ਆ ਜੀ, ਗ੍ਰੰਥੀ ਸਿੰਘਾਂ ਨੂੰ ਵੀ ਬੱਚਿਆਂ ਨੂੰ ਕਿਸੇ ਟਾਈਮ ਵੀ ਕੁਝ ਸਿਖਾਉਣਾ ਚਾਹੀਦਾ, ਸਿਰਫ ਤਨਖਾਹ ਤੇ ਡਿਊਟੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਇਸ ਬਾਰੇ ਵੀ ਖਾਲਸਾ ਜੀ ਕੁਝ ਵਿਚਾਰ ਦਿਓ। ਦਿੱਤੇ ਆ ਜੀ। ਇੱਕ ਦਿਨ ਗ੍ਰੰਥੀ ਸਿੰਘਾਂ ਬਾਰੇ ਆਪਾਂ ਵਿਸ਼ਾ ਰੱਖਿਆ ਸੀ, ਇੱਕ ਦਿਨ ਵਿਸ਼ਾ ਰੱਖੋ। ਰੱਖਿਆ ਸੀਗਾ ਜੀ। ਕਿਹੜਾ ਰੱਖੀਏ ਜੀ? ਰਾਗੀ ਬਲਜਿੰਦਰ ਸਿੰਘ ਜੀ, ਆਪ ਜੀ ਦੱਸੋ। ਹਾਂਜੀ ਹਰਵਿੰਦਰ ਸਿੰਘ ਜੀ, ਕਰੋ ਆਪ ਜੀ। ਕਿਹੜਾ ਸਵਾਲ ਦੁਨੀਆਦਾਰੀ ਦਾ ਆਪ ਜੀ ਕਹਿ ਰਹੇ ਹੋ? ਕਰੋ, ਜ਼ਰੂਰ ਕਰੋ। ਤੇ ਰਾਗੀ ਬਲਜਿੰਦਰ ਸਿੰਘ ਜੀ, ਆਪ ਜੀ ਕਿਹੜਾ ਵਿਸ਼ਾ ਕਹਿ ਰਹੇ ਜੀ? ਬਰੀਕ ਬਰੀਕ ਆ। ਹਲੋ ਕਰੋ ਆਪ ਜੀ ਸਵਾਲ। ਫਿਰ ਅਸੀਂ ਬੰਦ ਲੱਗੇ ਸੀ ਕਰਨ, ਮੈਂ ਆਪ ਜੀ ਦਾ ਜਵਾਬ ਦੇ ਕੇ ਫਿਰ ਕਹਿੰਦੇ ਇੱਕ ਦੁਨੀਆਦਾਰੀ ਦਾ ਕੋਈ ਸਵਾਲ ਹੈ ਉਹ ਪੁੱਛਣਾ। ਮੈਂ ਕਿਹਾ ਪੁੱਛ ਲਓ। ਬਖਸ਼ੀਸ਼ ਸੰਧੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੁਖਬੀਰ ਸਿੰਘ ਜੀ ਸੰਗਰੂਰ ਤੋਂ, ਧੰਨਵਾਦ ਜੀ। ਹਰਵਿੰਦਰ ਸਿੰਘ ਜੀ ਕਹਿੰਦੇ ਹਰੇਕ ਪਿੰਡ 'ਚ 2-4 ਬੰਦੇ ਹੁੰਦੇ ਜਿਹੜੇ ਪਿੰਡ ਦਾ ਬੇੜਾ ਗਰਕ ਕਰਕੇ ਰੱਖਦੇ। ਛੱਡ ਜਾਣਗੇ। ਬਿਲਕੁਲ ਜੀ ਬਿਲਕੁਲ, ਸੁਣਦੇ ਨਹੀਂ ਨਾ, ਗੁਰੂ ਦੀ ਗੱਲ ਸੁਣਨ ਆਪੇ ਹੀ ਨਾ ਕਰਨ, ਮਨਮਤ ਜ਼ਿਆਦਾ ਕਰਦੇ, ਮਰਜ਼ੀ ਜ਼ਿਆਦਾ ਕਰਦੇ ਆ। ਜਿੰਨੇ ਰੱਬ ਦੇ ਚ ਪਾਇਆ ਲੋਕਾਂ ਨੇ। ਸੋ ਕਰੀਏ ਜੀ ਫਿਰ ਕਿਰਪਾ, ਮਹਾਰਾਜ ਦਾ ਨਾਮ ਲੈ ਕੇ ਕਰੀਏ, ਹੋਰ ਬੰਦ ਕਰੀਏ। ਕਰੋ ਬੰਦ। ਘਟੀ ਜਾਂਦੇ ਫਿਰ ਦੇਖੋ। ਸੋ ਆਪ ਜੀ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਜੀ। ਅੱਜ ਦਾ ਜਿਹੜਾ ਵਿਸ਼ਾ ਸੀ 12ਵਾਂ ਸਾਡਾ ਐਪੀਸੋਡ ਆ ਜੀ ਜੀ ਤੇ 12ਵਾਂ ਐਪੀਸੋਡ ਆ ਜੀ ਤੇ ਮੰਗਲਵਾਰ ਦਿਨ ਆ ਤੇ 15 ਤਰੀਕ 7ਵਾਂ ਮਹੀਨਾ 2020 ਤੇ ਅੱਜ ਦਾ ਵਿਸ਼ਾ ਸੀਗਾ ਸਾਡਾ ਮਾਂ ਪਿਓ ਦੀ ਸੇਵਾ ਦਾ, ਗੁਰਬਾਣੀ ਦੇ ਤਹਿਤ, ਭਾਈ ਗੁਰਦਾਸ ਜੀ ਦੇ ਬਚਨਾਂ ਦੇ ਤਹਿਤ। ਜੀ ਜੀ। ਸੋ ਰਲ ਮਿਲ ਕੇ ਆਪਾਂ ਵਿਚਾਰ ਜਿਹੜੀ ਆ ਉਹ ਇਸੇ ਤਰ੍ਹਾਂ ਰੋਜ਼ ਗੁਰੂ ਸਾਹਿਬ ਜੀ ਦੀ ਬਾਣੀ ਚੋਂ, ਸਾਧੂਆਂ ਸੰਤਾਂ ਮਹਾਂਪੁਰਸ਼ਾਂ ਤੋਂ ਜੋ ਅੱਜ ਤੱਕ ਸਿੱਖਿਆ, ਜੀ ਜੀ। ਉਸ ਸਿੱਖੇ ਹੋਏ ਚੋਂ ਤੁਹਾਡੇ ਨਾਲ ਕੋਈ ਸਾਂਝਾ, ਕਿਉਂਕਿ ਜੀ ਸਿਆਣੇ ਕਹਿੰਦੇ ਹੁੰਦੇ ਵੀ ਜੇ ਤੁਹਾਡੇ ਕੋਲ ਵਿਦਿਆ ਨਾ ਉਹਨੂੰ ਵੰਡੋ, ਹਾਂਜੀ। ਉਨੀ ਵੱਧਦੀ ਆ। ਬਿਲਕੁਲ। ਕਹਿੰਦੇ ਨਹੀਂ ਬਾਣੀ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਹਾਂਜੀ ਹਾਂਜੀ ਵੀ ਵਿਦਿਆ ਜਿਹੜੀ ਆ ਉਹ ਤਾਂ ਪਰ ਉਪਕਾਰ ਕਰਨ ਵਾਲੀ ਆ। ਭਾਵ ਜੇ ਤੁਹਾਡੇ ਕੋਈ ਹੈ ਉਹਦਾ ਛਿੱਟਾ ਦੇ। ਜੀ ਜੀ। ਹਾਂਜੀ ਅੱਜ 14 ਤਰੀਕ ਜੀ, ਮਾਫ ਕਰਿਓ ਆਪਾਂ 15 ਕਹਿਤੀ। ਹਾਂਜੀ 14/7 ਚਾਹ ਚੜ ਗਏ 2020 ਚਾਹ ਚੜ ਗਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਆਪ ਜੀ ਰੋਜ਼ ਸੁਣਿਆ ਕਰੋ ਜੀ, ਰੋਜ਼ ਸ਼ਾਮ ਨੂੰ ਇੰਡੀਆ ਦੇ 4 ਵਜੇ ਲਾਈਵ ਹੋਈਦਾ, ਕੋਈ ਨਾ ਕੋਈ ਨਵੇਂ ਵਿਸ਼ੇ ਨਾਲ ਤੇ ਸੰਗਤ ਦੇ ਸਵਾਲਾਂ ਦੇ ਨਾਲ। ਅਮਰਿਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ। ਕਹਿੰਦੇ ਜੀ ਅਸੀਂ ਪ੍ਰਦੇਸ਼ 'ਚ ਬੈਠੇ ਹਾਂ, ਸਾਨੂੰ ਬਾਣੀ ਸੁਣ ਕੇ ਵਧੀਆ ਲੱਗਦਾ, ਇੱਥੇ ਗੁਰਦੁਆਰਾ ਸਾਹਿਬ ਹੈ ਨਹੀਂ। ਧੰਨਵਾਦ ਜੀ ਤੁਹਾਡਾ ਜਿਹੜਾ ਤੁਸੀਂ ਸੁਣਦੇ ਹੋ। ਲਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੋਹਣ ਸਿੰਘ ਜੀ ਤੁਹਾਡਾ ਵੀ ਧੰਨਵਾਦ, ਬਾਬਾ ਜੀ ਤੁਹਾਡਾ ਵੀ ਧੰਨਵਾਦ। ਇੱਕ ਦੂਜੇ ਦਾ ਧੰਨਵਾਦ ਕਰੀ ਤੇ ਇਦਾਂ ਹੀ ਹੁੰਦੀ ਆ ਫਿਰ। ਹਾਂਜੀ ਰਾਗੀ ਬਲਜਿੰਦਰ ਸਿੰਘ ਜੀ, ਫਿਰ ਕੱਲ ਦਾ ਜਿਹੜਾ ਵਿਸ਼ਾ ਹੈ ਨਾ ਜੀ, ਉਹ ਦੋਨੇ ਇੱਕੋ ਤਕਰੀਬਨ ਵਿਸ਼ੇ ਨਾਲ ਜੁੜਿਆ ਹੋਇਆ ਹੈ ਜੀ। ਇੱਕ ਪਰਮੇਸ਼ਰ ਅਕਾਲ ਪੁਰਖ ਕਿੱਥੇ ਆ, ਬਹੁਤ ਸਵਾਦ ਆ ਜੀ। ਮਨਜੀਤ ਸਿੰਘ ਕਹਿੰਦੇ ਚਾਹ ਸਵਾਦ ਆ। ਵੰਡ ਖਾਈਏ ਖੰਡ ਖਾਈਏ, ਬਿਲਕੁਲ ਬਾਬਾ ਜੀ। ਸੋ ਉਹ ਵਿਸ਼ਾ ਇੱਕੋ ਹੀ ਹੋ ਜਾਣਾ ਜੀ ਕਿ ਪਰਮੇਸ਼ਰ ਅਕਾਲ ਪੁਰਖ ਰੱਬ ਕਿੱਥੇ ਆ ਤੇ ਗੁਰੂ ਘਰ ਦੇ ਸਰੋਵਰ। ਇਹ ਆਪਾਂ ਇੱਕੋ ਦਿਨ 'ਚ ਵਿਚਾਰ ਲਾਂਗੇ, ਉੱਥੇ ਇੱਕੋ ਹੀ ਗੱਲ ਆ ਜਾਣੀ ਉਹਦੇ ਵਿੱਚ ਹੀ। ਉਹ ਦੋਨਾਂ 'ਚ ਇੱਕੋ ਗੱਲ ਹੀ ਆ ਜਾਣੀ, ਤਕਰੀਬਨ ਇੱਕੋ ਹੀ ਵਿਸ਼ਾ, ਉਹੀ ਗੁਰੂ ਦੀ ਗੱਲ ਹੀ ਆ। ਜੀ ਜੀ। ਸੋ ਸਾਰਿਆਂ ਦਾ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਨਵੀਆਂ ਸੰਗਤਾਂ ਤੱਕ ਤੁਹਾਡੀ ਗੱਲ, ਇਹ ਜਿਹੜੀ ਵੀਡੀਓ ਸ਼ੇਅਰ ਕੀਤੀ ਪਹੁੰਚ ਜੇ ਤੇ ਉਹ ਵੀ ਅੱਗੇ ਤੋਂ ਨਾਲ ਜੁੜਨ। ਤੇ ਰੋਜ਼ ਸ਼ਾਮ ਨੂੰ ਇਸੇ ਪੇਜ ਤੋਂ 4 ਵਜੇ ਭਾਰਤ ਦੇ ਟਾਈਮ, 4 ਵਜੇ ਇੰਡੀਆ ਦੇ 4 ਵਜੇ ਸ਼ਾਮ ਦੇ ਜੀ ਜੀ ਆਪਾਂ ਜਿਹੜਾ ਲਾਈਵ ਹੁੰਨੇ ਆ। ਤੇ ਆਪ ਜੀ ਰੋਜ਼ ਨਵੇਂ ਵਿਸ਼ੇ ਤੇ ਸਵਾਲ ਜਵਾਬ ਵੀ ਕਰ ਸਕਦੇ ਹੋ ਤੇ ਵਿਸ਼ੇ ਦੇ ਉੱਤੇ ਆਪਾਂ ਵਿਚਾਰ ਵੀ ਕਰਦੇ ਰਹਿੰਦੇ ਆ। ਜੀ ਜੀ। ਠੀਕ ਹੈ ਜੀ। ਸੁਖਜੀਤ ਸਿੰਘ ਉੱਪਲ ਜੀ, ਇਹ ਵੀ ਆਪਾਂ ਗੱਲ ਕਰਾਂਗੇ ਜੀ ਜ਼ਰੂਰ। ਇਹਦੇ 'ਚ ਆਪਾਂ ਕੋਈ ਸਿੰਘ ਹੀ ਇਦਾਂ ਦਾ ਲਿਆਵਾਂਗੇ ਨਾਲ ਵਿਚਾਰ ਤੇ ਵੀ ਜਿਹੜਾ ਉਹਦਾ ਜਵਾਬ ਦੇ ਸਕੇ, ਹੈ ਨਾ ਜੀ। ਕਹਿੰਦੇ ਬਈ ਇਹ ਵੀ ਵਿਸ਼ਾ ਰੱਖਿਓ ਵੀ ਜਿਹੜਾ ਸਿੰਘ ਸ਼ਰਦਿਆਈ ਪੀਂਦੇ ਆ ਜੀ ਜੀ ਜਾਂ ਡਲੇ ਪ੍ਰਸ਼ਾਦ ਛਕਦੇ ਆ, ਹਾਂਜੀ ਹਾਂਜੀ, ਬਈ ਇਹ ਕਿਉਂ ਕੀਤਾ ਜਾਂਦਾ, ਇਹ ਤੇ ਇੱਕ ਵਾਰੀ ਵਿਚਾਰ ਜ਼ਰੂਰ ਰੱਖਿਓ। ਜੀ ਜੀ ਉਹ ਬਿਲਕੁਲ ਰੱਖਾਂਗੇ ਜੀ। ਉਹਦੇ ਤੇ ਤਾਂ ਨਹੀਂ ਰੱਖਦੇ ਜੀ ਅਸੀਂ, ਇਹਦੇ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ, ਜਾਂ ਇਹ ਨਹੀਂ ਵੀ ਕੋਈ ਕਿਸੇ ਤੋਂ ਡਰ ਕੇ ਨਹੀਂ ਰੱਖਦਾ। ਜੀ ਜੀ। ਉਹਦੀ ਗੱਲ ਇੱਕ ਨਾ ਜੀ, ਹਜੇ ਪੰਥ ਦਾ ਹੀ ਫੈਸਲਾ ਹੈ ਨਹੀਂ ਕੋਈ। ਫੈਸਲਾ ਹੈ ਨਹੀਂ, ਬਿਲਕੁਲ ਜਿੰਨਾ ਚਿਰ ਪੰਥ ਦਾ ਫੈਸਲਾ ਨਹੀਂ ਜੀ ਉਹਨਾਂ ਚਿਰ ਆਪਾਂ ਕਰਾਂਗੇ ਅਸੀਂ ਕੀ। ਨਹੀਂ ਕਰ ਸਕਦੇ। ਹਾਂ ਆਪਾਂ ਵੱਡੇ ਥੋੜੋ ਅਕਾਲ ਤਖਤ ਸਾਹਿਬ ਤੋਂ। ਪੰਥ ਫੈਸਲਾ। ਹੁਣ ਜੇ ਆਪਾਂ ਗੱਲ ਕਰੀਏ ਤਾਂ ਜਥੇਦਾਰ ਗੁਰਬਚਨ ਸਿੰਘ ਨੇ ਸਰਸੇ ਵਾਲੇ ਨੂੰ ਮਾਫੀ ਦੇ ਦਿੱਤੀ ਹਾਂਜੀ ਹਾਂਜੀ, ਤੇ ਕੋਰਟ ਨੇ ਉਹਨੂੰ ਸਜ਼ਾ ਸੁਣਾਤੀ। ਸਜ਼ਾ ਸੁਣਾਤੀ। ਉਹ ਤਾਂ ਗੁਰੂ ਨੇ ਕੀਤਾ ਨਾ, ਜੋ ਉਹ ਤਾਂ ਮਤਲਬ ਬਈ ਜੇ ਹੁਣ ਪਹਿਲਾਂ ਤੁਸੀਂ ਫੈਸਲਾ ਦੇ ਦਿੰਨੇ ਆ, ਹਾਂਜੀ ਹਾਂਜੀ ਮੁੜ ਕੇ ਕੋਈ ਹੋਰ ਹੋ ਜਾਂਦਾ, ਹਾਂਜੀ ਹਾਂਜੀ, ਉਹਦੇ ਤੇ ਫਿਰ ਆਪਾਂ ਜਿਹੜਾ ਆ ਉਹ ਇੱਕ ਦੂਜੇ ਦੇ ਵਿਰੁੱਧ ਖੜਨ ਵਾਲੀ ਗੱਲ ਹੋ ਜਾਂਦੀ। ਇਹਨਾਂ ਵਿਸ਼ਿਆਂ ਤੇ ਆਪਾਂ ਹਜੇ ਤਾਂ ਨਹੀਂ ਬੋਲਦੇ। ਬਾਕੀ ਸੰਗਤਾਂ ਨੂੰ, ਹਾਂਜੀ ਲਖਵਿੰਦਰ ਸਿੰਘ ਜੀ ਯਾਦ ਆ ਗਿਆ, ਬਹੁਤ ਧੰਨਵਾਦ।
ਪੜ੍ਹ ਲੈਨੇ ਰਲ ਕੇ। ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਅੱਛਾ ਜੀ। ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। 8ਵੇਂ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿਕ੍ਰਿਸ਼ਨ ਧਿਆਈਐ। ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਭਿਖਾਰੀ ਤੇ ਰਾਜ ਕਰਾਵੇ, ਭਿਖਾਰੀ ਤੇ ਰਾਜ ਕਰਾਵੇ, ਭਿਖਾਰੀ ਤੇ ਰਾਜ ਕਰਾਵੇ, ਭਿਖਾਰੀ ਤੇ ਰਾਜ ਕਰਾਵੇ। ਰਾਜਾ ਤੇ ਭਿਖਾਰੀ, ਰਾਜਾ ਤੇ ਭਿਖਾਰੀ, ਰਾਜਾ ਤੇ ਭਿਖਾਰੀ, ਰਾਜਾ ਤੇ ਭਿਖਾਰੀ। ਪੰਜੋਖੜਾ ਸਾਹਿਬ ਦਾ ਇਤਿਹਾਸ ਆਪ ਜੀ ਸਾਰੇ ਜਾਣਦੇ ਹੋ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ। ਜੀ ਜੀ ਅਗਲੀਆਂ ਪੰਕਤੀਆਂ, ਰੱਬ ਦੀ ਤਾਕਤ ਕਿੰਨੀ ਹੈ ਪਿਆਰਿਓ। ਜੀ ਜੀ। ਹਾਂਜੀ। ਖਲ ਮੂਰਖ ਤੇ ਪੰਡਤ ਕਰਬੋ, ਖਲ ਮੂਰਖ ਤੇ ਪੰਡਤ ਕਰਬੋ, ਮੂਰਖ ਤੇ ਪੰਡਤ ਕਰਬੋ, ਖਲ ਮੂਰਖ ਤੇ ਪੰਡਤ ਕਰਬੋ। ਪੰਡਤ ਤੇ ਮੁਗਧਾਰੀ, ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਸ਼੍ਰੀ ਹਰਿਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁੱਖ ਜਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਉਹ ਚਾਹਵੇ ਤੇ ਗੂੰਗਿਆਂ ਨੂੰ ਬੁਲਾ ਸਕਦਾ, ਉਹ ਚਾਹਵੇ ਤੇ ਹੰਕਾਰੀਆਂ ਨੂੰ ਗੂੰਗੇ ਬਣਾ ਸਕਦਾ। ਇਹ ਉਹਦੀ ਤਾਕਤ ਆ। ਉਹਦੀ ਰਜਾ ਚੱਲ ਰਹੀ ਆ ਜੀ ਹੁਣ। ਆ ਦੇਖ ਲਓ ਹੁਣ ਜਹਾਜ਼ ਖੜ ਗਏ, ਸਾਰਾ ਕੁਝ ਟ੍ਰੇਨਾਂ ਖੜ ਗਈਆਂ। ਕਦੇ ਸੋਚਿਆ ਸੀ ਇਹ ਕੰਮ ਹੋਣਗੇ? ਉਹਦੀ ਤਾਕਤ ਦਾ ਕੋਈ ਪਤਾ ਨਹੀਂ। ਜਲ ਤੇ ਥਲ ਕਰ, ਥਲ ਤੇ ਕੂਆ ਕੂਬ ਤੇ ਮਿਹਰ ਕਰਾਵੇ, ਹਾਂਜੀ ਹਾਂਜੀ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਹਾਂਜੀ। ਉਹ ਚਾਹਵੇ ਮੂਰਖ ਨੂੰ ਗਿਆਨੀ ਬਣਾ ਦੇਵੇ, ਉਹ ਚਾਹਵੇ ਗਿਆਨੀ ਦੀ ਮੱਤ ਮਾਰ ਕੇ ਉਹ ਤੋਂ ਮੂੰਹ ਚੋਂ ਬੁਲਾਈ ਇਦਾਂ ਦੇ ਦਵੇ। ਕ੍ਰਿਸ਼ਨ ਭਗਵਾਨ ਨਹੀਂ ਕਹਿੰਦੇ ਹਾਂਜੀ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜੀ ਜੀ। ਭਾਗਵਤ ਗੀਤਾ 'ਚ ਹਾਂਜੀ ਹਾਂਜੀ। ਕਹਿੰਦੇ ਜਦੋਂ ਬੰਦੇ ਦਾ ਵਿਨਾਸ਼ ਹੋਣਾ ਹੁੰਦਾ ਨਾ, ਬੁੱਧੀ ਵਿਪਰੀਤ ਹੋ ਜਾਂਦੀ। ਆਪਾਂ ਆਰਐਸਐਸ ਨਾਲ ਜਾਣ ਜੁੜ ਜਾਓਗੇ। ਆ ਭਾਗਵਤ ਗੀਤਾ ਦੀ ਗੱਲ ਕਰਕੇ ਕਿਤੇ ਕਿਹੋ ਹੀ ਨਾ ਇਹ ਵਿਕਿਓ ਆ ਨਾ। ਭਾਵ ਵਿਨਾਸ਼ ਕਰ ਦਿੰਦਾ ਬੰਦਾ ਜਦੋਂ ਬੁੱਧੀ ਮਲੀਨ ਹੋ ਜਾਂਦੀ ਹੈ। ਰੱਬ ਨਾ ਲਾਠੀ ਮਾਰਦਾ, ਨਾ ਉਹ ਮਾਰੇ ਲੱਤ, ਉਹ ਜਦੋਂ ਵੀ ਮਾਰਦਾ ਮਾਰੇ ਬੰਦੇ ਦੀ ਮੱਤ। ਆਹੀ ਜਵਾਨ ਹੈ ਜਿਹੜੀ ਫਿੱਕਾ ਬੋਲਣ ਲੱਗ ਪੈਂਦੀ ਆ ਜੀ ਜੀ। ਜਿੱਦਣ ਰੱਬ ਦੀ ਕਲਾ ਪਿੱਛੇ ਹੋ ਜਾਏ। ਸੋ ਅਕਾਲ ਪੁਰਖ ਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਇਹ ਤਾਕਤ ਆ, ਜਿਨ ਸਾਰੀ ਦਿੱਲੀ ਨੂੰ ਰਾਮ ਦਿੱਤਾ। ਅੱਜ ਵੀ ਮੈਂ ਕਹਿੰਦਾ ਸਾਰੀ ਦੁਨੀਆ ਕਿਤੇ ਬੇਨਤੀ ਕਰ ਲਵੇ, ਜੀ ਜੀ ਜੀ। ਸਾਰੇ ਰਲ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਜੀ ਜੀ। ਤੇ ਅੱਜ ਵੀ ਗੁਰੂ ਸਾਹਿਬ ਦਿਨਾਂ 'ਚ ਇਲਾਜ ਲੱਭ ਪੈਣਗੇ, ਗੁਰੂ ਸਾਹਿਬ ਕਿਰਪਾ ਕਰਨਗੇ ਜ਼ਰੂਰ। ਪਰ ਜਿੰਨਾ ਚਿਰ ਝੁਕਦੇ ਨਹੀਂ ਨਾ ਰੱਬ ਅੱਗੇ, ਕਿਤੇ ਨਾ ਕਿਤੇ ਹੰਕਾਰ ਆ ਜਾਂਦਾ। ਇਹ ਜਿਹੜੀ ਗੱਲ ਬਣੀ ਹੋਈ ਸੀ ਨਾ, ਮੈਂ ਹੀ ਕਰਦਾ, ਬੰਦਾ ਹੀ ਕਰਦਾ, ਐਂ ਕਰਦਾ, ਓਂ ਕਰਦਾ, ਉੱਥੇ ਹੀ ਅੱਜ ਬੰਦਾ ਮਰਿਆ। ਕਿੰਨੇ ਮਹੀਨੇ ਹੋ ਗਏ, ਦਵਾਈ ਦਸੰਬਰ ਤੋਂ ਲੈ ਕੇ ਅੱਜ ਤੱਕ ਕਿਉਂ ਨਹੀਂ ਮਿਲੀ? ਫਿਰ ਜੀ ਜੀ ਜੀ। ਬੰਦਾ ਹੀ ਕਰਦਾ, ਕੋਸ਼ਿਸ਼ ਤਾਂ ਕਰ ਰਹੇ ਨੇ ਨਾ, ਫੇਲ ਹੋਈ ਜਾਂਦਾ ਸਾਰਾ ਕੁਝ। ਸੋ ਜੇ ਅਰਦਾਸ ਕਰ ਲਓ ਧਰਮ ਅੱਗੇ, ਗੁਰੂ ਅੱਗੇ ਝੁਕ ਲਓ ਆਪੋ ਆਪਣੇ, ਤੇ ਇੱਕ ਦਿਨ 'ਚ ਮੈਨੂੰ ਭਰੋਸਾ ਵੀ ਮਹਾਰਾਜ ਸਾਰਿਆਂ ਨੂੰ ਰਾਮ ਦੇ ਦੇਣਗੇ, ਦਵਾਈ ਵੀ ਲੱਭੂਗੀ, ਸਭ ਕੁਝ ਬਣਨਾ, ਬਚੀ ਵੀ ਜਾਂਦੇ ਜੀ, ਬਚਣਗੇ। ਹੁਣ ਦੇਖੋ ਨਾ, ਆ ਚਲੋ ਹੁਣ 1 ਮਿੰਟ ਗੱਲ ਚੱਲ ਹੀ ਪਈ ਆ। ਅਰਬਾਂ ਖਰਬਾਂ ਪਤੀ ਅਮਿਤਾਭ ਬੱਚਨ ਹੁਣੀ 8 ਲੱਖ 9 ਲੱਖ ਤਕਰੀਬਨ ਗਿਣਤੀ ਭਾਰਤ 'ਚ ਹੋ ਗਈ ਜਿਹੜਾ ਬੰਦਾ ਕਰੋਨਾ ਪੋਜ਼ਿਟਿਵ ਆ। ਤੇ ਟੀਵੀਆਂ ਵਾਲੇ ਪਰਸੋਂ ਦੇ ਕੀ ਦਿਖਾਈ ਜਾਂਦੇ, ਉਹ ਰਾਤ ਨੂੰ ਅਮਿਤਾਭ ਬੱਚਨ ਸੁੱਤਾ ਵੀ ਚੰਗਾ, ਸਵੇਰ ਨੂੰ ਉੱਠ ਕੇ ਉਹਨੇ ਬ੍ਰੈਡ ਵੀ ਖਾਧੀ। ਵੀ ਬਾਕੀ 9 ਲੱਖ ਦਾ ਫਿਕਰ ਹੈ ਨਹੀਂ ਹੈ? ਉਹਦਾ ਤੁਸੀਂ ਚਾਹ ਪਾਣੀ ਪੀਤਾ ਵੀ ਦੱਸਦੇ ਆ ਵੀ ਉਹਨੇ ਪੀਤਾ। ਤੇ ਜਿਹੜੇ ਇੰਨੇ ਬਾਕੀ ਲੋਕ ਘਰਾਂ 'ਚ ਬਿਮਾਰ ਪਏ ਆ, ਉਹਨਾਂ ਦਾ ਕੋਈ ਫਿਕਰ, ਉਹ ਅੰਦਰ ਬੈਠੇ ਹੀ ਫੜ ਹੋ ਗਏ। ਤੇ ਗੁਰੂ ਕੇ ਸਿੱਖ ਤੇ ਗੁਰੂ ਕੇ ਜਿੰਨੇ ਅਕਾਲ ਪੁਰਖ ਦੇ ਸੇਵਾਦਾਰ ਕਿਸੇ ਵੀ ਧਰਮ ਦੇ, ਉਹ ਬਾਹਰ ਲੰਗਰਾਂ ਦੀ ਸੇਵਾ ਕਰਦੇ, ਉਹ ਸਾਰੇ ਬਚੇ ਹੋਏ। ਗੁਰੂ ਦੀ ਕਿਰਪਾ, ਦੇਖੋ ਗੁਰੂ ਦੀ ਕਿਰਪਾ ਕਿੰਨੀ ਆ।
ਤੁਹਾਡਾ ਆਪੇ ਹੀ ਜਿਗਰਾ ਬਣ ਜਾਂਦਾ ਜਿੱਦਣ ਗੁਰੂ ਤੇ ਯਕੀਨ ਕਰੋਗੇ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ। ਬਹੁਤ ਬਹੁਤ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਕਰਤਾਰ ਜੀ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।